Very good morning, everyone. Anandita, can you please confirm if my voice is audible? Yes, Shikhir, you're audible, loud and clear. Thanks, Anandita. ਜਿੰਨੇ ਵੀ ਅੱਜ ਲੋਕੀ ਸਾਡੇ ਨਾਲ ਇਸ ਵੈਬਿਨਾਰ ਵਾਸਤੇ ਜੁੜੇ ਨੇ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਦਾ ਜਿਹੜਾ ਵੈਬਿਨਾਰ ਹੈਗਾ ਉਹਦੇ ਵਿੱਚ ਅਸੀਂ ਤੁਹਾਨੂੰ ਕੋਵਿਡ-19 ਕਰਕੇ ਜਿਹੜੇ ਕੈਨੇਡਾ ਦੇ ਸਟੱਡੀ ਪਰਮਿਟ ਪ੍ਰੋਸੈਸਿੰਗ ਦੇ ਵਿੱਚ ਚੇਂਜਸ ਆਏ ਨੇ ਉਹਦੇ ਬਾਰੇ ਗੱਲ ਕਰਾਂਗੇ, ਉਹਦੇ ਬਾਰੇ ਦੱਸਾਂਗੇ। ਨਾਲ ਹੀ ਅਸੀਂ ਤੁਹਾਨੂੰ ਜਿਹੜੇ PGWP ਦੇ ਲੇਟੈਸਟ ਰੂਲਸ ਨੇ ਉਹਦੇ ਬਾਰੇ ਦੱਸਾਂਗੇ। ਉਸ ਤੋਂ ਇਲਾਵਾ ਜਿਹੜੀ ਕੈਨੇਡਾ ਜਾਣ ਵਾਸਤੇ ਹਾਲੇ ਕਰੰਟ ਟਰੈਵਲ ਰਿਸਟ੍ਰਿਕਸ਼ਨਸ ਨੇ ਉਹਦੇ ਬਾਰੇ ਅਸੀਂ ਗੱਲ ਕਰਾਂਗੇ। ਨਾਲ ਦੀ ਨਾਲ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਜਿਹਦੇ ਬਾਰੇ ਅਸੀਂ ਅੱਜ ਡਿਸਕਸ਼ਨ ਕਰਾਂਗੇ ਉਹ ਹੈਗਾ ਫਰਾਡ, ਇਮੀਗ੍ਰੇਸ਼ਨ ਫਰਾਡ ਰਾਦਰ। ਤੇ ਉਹਦੇ ਬਾਰੇ ਤੁਹਾਨੂੰ ਹੋਰ ਗੱਲ ਕਰਨ ਵਾਸਤੇ ਸਾਡੇ ਨਾਲ ਅੱਜ ICCRC ਜਿਹੜਾ ਇਮੀਗ੍ਰੇਸ਼ਨ ਕੰਸਲਟੈਂਟਸ ਕੈਨੇਡਾ ਰੈਗੂਲੇਟਰੀ ਕਾਉਂਸਲ ਹੈ ਉਹਦੇ ਦੋ ਰਿਪਰੈਜ਼ੈਂਟੇਟਿਵ ਸਾਡੇ ਨਾਲ ਨੇ। ਉਹ ਤੁਹਾਨੂੰ ਉਹਦੇ ਬਾਰੇ ਹੋਰ ਗੱਲ ਕਰਕੇ ਦੱਸਣਗੇ ਕਿ ਇਹ ਬੋਡੀ ਕੀ ਰੋਲ ਪਲੇ ਕਰਦੀ ਹੈ ਇਮੀਗ੍ਰੇਸ਼ਨ ਫਰਾਡ ਨੂੰ ਘੱਟ ਕਰਨ ਲਈ। ਮੇਰਾ ਨਾਮ ਸ਼ਿਖਰ ਹੈ ਤੇ ਮੈਂ ਕੈਨੇਡੀਅਨ ਐਮਬੈਸੀ ਚੰਡੀਗੜ੍ਹ ਦੇ ਵਿੱਚ ਆਊਟਰੀਚ ਆਫਿਸਰ ਹੈਗਾ। ਇਸ ਤੋਂ ਪਹਿਲਾਂ ਅਸੀਂ ਅੱਜ ਦਾ ਵੈਬਿਨਾਰ ਸ਼ੁਰੂ ਕਰੀਏ, ਤੁਸੀਂ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਜੋ ਵੀ ਇਨਫੋਰਮੇਸ਼ਨ ਅਸੀਂ ਤੁਹਾਨੂੰ ਅੱਜ ਪ੍ਰੋਵਾਈਡ ਕਰਾਂਗੇ ਉਹ ਸਿਰਫ ਅੱਜ ਦੇ ਵਾਸਤੇ ਹੀ ਵੈਲਿਡ ਹੈਗੀ ਹੈ। IRCC ਦੇ ਲੇਟੈਸਟ ਪ੍ਰੋਸੈਸ ਬਾਰੇ ਤੇ ਲੇਟੈਸਟ ਟਰੈਵਲ ਰਿਸਟ੍ਰਿਕਸ਼ਨਸ ਬਾਰੇ ਤੁਸੀਂ ਸਾਡੀ ਵੈਬਸਾਈਟ www.canada.ca/immigration ਤੇ ਜਾ ਸਕਦੇ ਹੋ ਤੇ ਲੇਟੈਸਟ ਜਿਹੜੀ ਇਨਫੋਰਮੇਸ਼ਨ ਹੈ ਉੱਥੇ ਤੁਸੀਂ ਚੈੱਕ ਕਰ ਸਕਦੇ ਹੋ। ਸਾਨੂੰ ਪਤਾ ਹੈ ਕਿ ਜਿਹੜੇ ਇੰਟਰਨੈਸ਼ਨਲ ਵਿਦਿਆਰਥੀ ਕੈਨੇਡਾ ਆਉਂਦੇ ਨੇ ਉਹ ਨਾ ਸਿਰਫ ਕੈਨੇਡਾ ਦੇ ਵਿੱਚ ਸਮਾਜਿਕ ਜਾਂ ਸੱਭਿਆਚਾਰਕ ਤੌਰ ਤੇ ਯੋਗਦਾਨ ਕਰਦੇ ਨੇ ਬਲਕਿ ਹਰ ਸਾਲ ਕੈਨੇਡਾ ਦੀ ਇਕਨੋਮੀ ਦੇ ਵਿੱਚ ਕਰੀਬ $21 ਬਿਲੀਅਨ ਦਾ ਯੋਗਦਾਨ ਕਰਦੇ ਨੇ। ਜਦੋਂ ਦੀ ਇਹ ਕਰੋਨਾ ਦੀ ਮਹਾਮਾਰੀ ਸ਼ੁਰੂ ਹੋਈ ਹੈ ਇਮੀਗ੍ਰੇਸ਼ਨ ਰਿਫਿਊਜੀ ਸਿਟੀਜ਼ਨਸ਼ਿਪ ਕੈਨੇਡਾ ਨੇ ਬਹੁਤ ਸਾਰੇ ਟੈਂਪਰੇਰੀ ਬਦਲਾਵ ਕੀਤੇ ਨੇ ਜਿਹੜੇ ਕਿ ਇੰਟਰਨੈਸ਼ਨਲ ਸਟੂਡੈਂਟਸ ਤੇ ਕੈਨੇਡਾ ਦੇ ਵਿੱਚ ਡੈਜ਼ਿਗਨੇਟਿਡ ਲਰਨਿੰਗ ਇੰਸਟੀਟਿਊਟਸ ਨੂੰ ਸਪੋਰਟ ਕਰਨ ਵਾਸਤੇ ਸੀਗੇ। ਇਹ ਜਿੰਨੇ ਵੀ ਬਦਲਾਵ ਕੀਤੇ ਗਏ ਨੇ ਇਹ ਇਹੀ ਦਰਸਾਉਂਦੇ ਨੇ ਕਿ ਕੈਨੇਡਾ ਇੰਟਰਨੈਸ਼ਨਲ ਵਿਦਿਆਰਥੀਆਂ ਵਾਸਤੇ ਇੱਕ ਪ੍ਰੀਮੀਅਰ ਡੈਸਟੀਨੇਸ਼ਨ ਹੈਗੀ ਹੈ ਤੇ ਇੰਟਰਨੈਸ਼ਨਲ ਸਟੂਡੈਂਟਸ ਇੰਟਰਨੈਸ਼ਨਲ ਵਿਦਿਆਰਥੀ ਜਿਹੜੇ ਨੇ ਉਹ ਕੈਨੇਡਾ ਵਾਸਤੇ ਕਿੰਨੇ ਇੰਪੋਰਟੈਂਟ ਤੇ ਕਿੰਨੇ ਮਹੱਤਵਪੂਰਨ ਨੇ। ਅਸੀਂ ਤੁਹਾਨੂੰ ਇਸ ਸਮੇਂ ਇਹੀ ਬੇਨਤੀ ਕਰਾਂਗੇ ਕਿ ਤੁਸੀਂ ਕੈਨੇਡਾ ਵਿੱਚ ਆਪਦੀ ਪੜ੍ਹਾਈ ਕਰਨ ਵਾਸਤੇ ਸੀਰੀਅਸਲੀ ਸੋਚੋ। ਬਹੁਤ ਸਾਰੇ ਜਿਹੜੇ ਡੈਜ਼ਿਗਨੇਟਿਡ ਲਰਨਿੰਗ ਇੰਸਟੀਟਿਊਟਸ ਨੇ ਜਿਨ੍ਹਾਂ 'ਚ ਬਹੁਤ ਸਾਰੇ ਕਾਲਜਿਸ ਤੇ ਯੂਨੀਵਰਸਿਟੀਜ਼ ਨੇ ਆਪਣਾ ਫਾਲ 2020 ਦਾ ਫਾਲ ਸਮੈਸਟਰ ਜਿਹੜਾ ਹੈਗਾ ਉਹ ਆਨਲਾਈਨ ਫਾਰਮੈਟ ਦੇ ਵਿੱਚ ਕਨਵਰਟ ਕਰਤਾ ਹੈ। ਬਟ ਫਿਰ ਵੀ ਤੁਹਾਨੂੰ ਕੈਨੇਡਾ ਵਿੱਚ ਪੜ੍ਹਾਈ ਕਰਨ ਵਾਸਤੇ ਸੀਰੀਅਸਲੀ ਕੰਸੀਡਰ ਕਰਨਾ ਚਾਹੀਦਾ, ਸੀਰੀਅਸਲੀ ਸੋਚਣਾ ਚਾਹੀਦਾ। ਅੱਜ ਦਾ ਜਿਹੜਾ ਏਜੰਡਾ ਹੈਗਾ ਉਹ ਅਸੀਂ ਇਸ ਤਰ੍ਹਾਂ ਕਵਰ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਇਹ ਦੱਸਾਂਗੇ ਕਿ ਤੁਹਾਨੂੰ ਕੈਨੇਡਾ ਵਿੱਚ ਪੜ੍ਹਾਈ ਕਿਉਂ ਕਰਨੀ ਚਾਹੀਦੀ ਹੈ। ਉਸ ਤੋਂ ਬਾਅਦ ਜਿਹੜਾ ਕੈਨੇਡਾ ਦਾ ਸਟੱਡੀ ਪਰਮਿਟ ਦਾ ਪ੍ਰੋਸੈਸ ਹੈ ਉਹ ਕਿੱਦਾਂ ਕੰਮ ਕਰਦਾ ਹੈ ਅਸੀਂ ਤੁਹਾਨੂੰ ਇਹ ਦੱਸਾਂਗੇ। ਤੀਜਾ, ਜਿਹੜੇ ਇਸ ਵੇਲੇ ਕੈਨੇਡਾ ਤੇ ਟਰੈਵਲ ਕਰਨ ਦੀ ਕੈਨੇਡਾ ਜਾਣ ਵਾਸਤੇ ਟਰੈਵਲ ਰਿਸਟ੍ਰਿਕਸ਼ਨਸ ਨੇ ਉਹਦੇ ਬਾਰੇ ਅਸੀਂ ਤੁਹਾਨੂੰ ਦੱਸਾਂਗੇ। ਚੌਥਾ, ਇਹ ਜਿਹੜੀ ਕਰੰਟ ਟਰੈਵਲ ਰਿਸਟ੍ਰਿਕਸ਼ਨਸ ਪਾਬੰਦੀਆਂ ਨੇ ਕੈਨੇਡਾ ਟਰੈਵਲ ਕਰਨ ਵਾਸਤੇ ਉਹਨਾਂ ਪਾਬੰਦੀਆਂ ਤੇ ਇਸ ਹੋਣ ਕਰਕੇ ਵੀ ਇਸ ਟਾਈਮ ਤੇ ਕੌਣ ਕੈਨੇਡਾ ਟਰੈਵਲ ਕਰ ਸਕਦਾ ਹੈ ਇਹ ਅਸੀਂ ਤੁਹਾਨੂੰ ਦੱਸਾਂਗੇ। ਪੰਜਵਾਂ ਜਿਹੜਾ ਅਸੀਂ ਤੁਹਾਨੂੰ ਦੱਸਾਂਗੇ ਉਹ ਸਟੱਡੀ ਪਰਮਿਟ ਪ੍ਰੋਸੈਸਿੰਗ ਦੇ ਵਿੱਚ ਕੋਵਿਡ-19 ਕਰਕੇ ਕੀ ਚੇਂਜਸ ਆਈਆਂ ਨੇ ਜਿਹਦੇ 'ਚ ਇੱਕ ਨਵਾਂ 2 ਸਟੈਪ ਪ੍ਰੋਸੈਸ ਹੈਗਾ। ਸਟੂਡੈਂਟ ਡਾਇਰੈਕਟ ਸਟਰੀਮ ਬਾਰੇ ਤੁਹਾਨੂੰ ਦੱਸਾਂਗੇ। ਤੁਹਾਡੀ ਕੈਨੇਡਾ ਵਿੱਚ ਕੰਮ ਕਰਨ ਬਾਰੇ ਕੀ ਐਲੀਜੀਬਿਲਿਟੀ ਹੈ ਇਹਦੇ ਬਾਰੇ ਅਸੀਂ ਤੁਹਾਨੂੰ ਦੱਸਾਂਗੇ ਤੇ ਤੁਹਾਡੀ ਪੜ੍ਹਾਈ ਦੇ ਦੌਰਾਨ ਜਿਹੜੀ ਤੁਹਾਡੀ ਆਥੋਰਾਈਜ਼ਡ ਲੀਵ ਜਾਂ ਛੁੱਟੀ ਹੈ ਉਹਦੇ ਬਾਰੇ ਗੱਲ ਕਰਾਂਗੇ ਤੇ ਜਿਹੜੇ ਲੇਟੈਸਟ PGWP ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਰੂਲਸ ਆਏ ਨੇ ਉਹਦੇ ਬਾਰੇ ਅਸੀਂ ਗੱਲ ਕਰਾਂਗੇ। ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਬਾਰੇ ਅਸੀਂ ਅੱਜ ਗੱਲ ਕਰਾਂਗੇ ਜਿਹੜਾ ਹੈਗਾ ਫਰਾਡ। ਪੰਜਾਬ ਦੇ ਵਿੱਚ ਖਾਸ ਕਰਕੇ ਅਸੀਂ ਬਹੁਤ ਜ਼ਿਆਦਾ ਇਮੀਗ੍ਰੇਸ਼ਨ ਰਿਲੇਟਡ ਫਰਾਡ ਦੇਖਦੇ ਹਾਂ ਤੇ ਅਸੀਂ ਤੁਹਾਨੂੰ ਅੱਜ ਦੱਸਾਂਗੇ ਕਿ ਤੁਸੀਂ ਕਿੱਦਾਂ ਇਸ ਫਰਾਡ ਤੋਂ ਬਚ ਸਕਦੇ ਹੋ ਤੇ ਕਿੱਦਾਂ ਆਪਣੇ ਆਪ ਨੂੰ ਸੁਰੱਖਿਅਤ ਕਰ ਸਕਦੇ ਹੋ। ਲਾਸਟਲੀ, ਕੈਨੇਡਾ ਟਰੈਵਲ ਕਰਨ ਤੋਂ ਪਹਿਲਾਂ ਤੁਹਾਨੂੰ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਹੈ ਇਹ ਅਸੀਂ ਅੱਜ ਗੱਲ ਕਰਾਂਗੇ। ਪ੍ਰੈਜੈਂਟੇਸ਼ਨ ਤੋਂ ਬਾਅਦ ਜਿੰਨੇ ਵੀ ਤੁਹਾਡੇ ਕੁਐਸਚਨਸ ਨੇ ਉਹ ਅਸੀਂ ਆਨਸਰ ਕਰਾਂਗੇ। ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਆਪਦੇ ਜਿਹੜੇ ਕੁਐਸਚਨਸ ਨੇ ਉਹ ਸਿਰਫ Q&A ਬਾਕਸ ਜਿਹੜਾ ਕੁਐਸਚਨ ਆਨਸਰ ਬਾਕਸ ਹੈਗਾ ਉਹਦੇ 'ਚ ਤੁਸੀਂ ਟਾਈਪ ਕਰੋ। ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਜ਼ਿਆਦਾ ਤੋਂ ਜ਼ਿਆਦਾ ਅਸੀਂ ਕੁਐਸਚਨਸ ਦਾ ਆਨਸਰ ਕਰ ਸਕੀਏ ਬਟ ਸਮੇਂ ਦੀ ਘਾਟ ਕਰਕੇ ਅਸੀਂ ਸਾਰੇ ਕੁਐਸਚਨਸ ਦਾ ਆਨਸਰ ਨਹੀਂ ਕਰ ਪਾਵਾਂਗੇ। ਖਾਸ ਕਰਕੇ ਜਿਹੜੇ ਕੇਸ ਸਪੈਸੀਫਿਕ ਕੁਐਸਚਨਸ ਨੇ ਉਹ ਅਸੀਂ ਉਹਨਾਂ ਦਾ ਜਵਾਬ ਅਸੀਂ ਨਹੀਂ ਦੇਵਾਂਗੇ। ਅਸੀਂ ਸਿਰਫ ਉਹ ਕੁਐਸਚਨਸ ਦਾ ਜਵਾਬ ਦੇਵਾਂਗੇ ਜਿਹੜੇ ਜ਼ਿਆਦਾ ਤੋਂ ਜ਼ਿਆਦਾ ਸਟੂਡੈਂਟਸ ਨੂੰ ਇਫੈਕਟ ਕਰਦੇ ਨੇ।
ਸਭ ਤੋਂ ਪਹਿਲਾਂ ਅਸੀਂ ਇਹ ਦੇਖਾਂਗੇ ਕਿ ਤੁਹਾਨੂੰ ਕੈਨੇਡਾ ਵਿੱਚ ਆਪਦੀ ਪੜ੍ਹਾਈ ਕਿਉਂ ਕਰਨੀ ਚਾਹੀਦੀ ਹੈ। ਸਭ ਤੋਂ ਪਹਿਲਾਂ ਜਿਹੜਾ ਕਾਰਨ ਹੈ ਉਹ ਹੈਗਾ ਜੀ ਵਿਸ਼ਵ ਪ੍ਰਸਿੱਧ ਯੋਗਤਾਵਾਂ। ਕੈਨੇਡਾ ਦੇ ਜਿਹੜੇ ਕਾਲਜਸ ਤੇ ਯੂਨੀਵਰਸਿਟੀਜ਼ ਨੇ ਉਹ ਪੂਰੀ ਦੁਨੀਆ ਵਿੱਚ ਆਪਣੀ ਕੁਆਲਿਟੀ ਆਫ ਐਜੂਕੇਸ਼ਨ ਲਈ ਪ੍ਰਸਿੱਧ ਨੇ। ਯੂਨੀਵਰਸਿਟੀ ਲੈਵਲ ਦੇ 5 ਵਿੱਚੋਂ 2 ਪ੍ਰੋਫੈਸਰਸ ਦੇ ਕੋਲੋਂ ਇੰਟਰਨੈਸ਼ਨਲ ਕੁਆਲੀਫਿਕੇਸ਼ਨਸ ਨੇ ਤੇ ਦੁਨੀਆ ਦੇ ਜਿਹੜੇ ਟੌਪ 250 250 ਇੰਸਟੀਚਿਊਟਸ ਨੇ ਉਹਨਾਂ ਚੋਂ 11 ਕੈਨੇਡਾ ਦੇ ਵਿੱਚ ਨੇ। ਦੂਜਾ ਰੀਜ਼ਨ ਹੈ ਜੀ ਕਿਫਾਇਤੀ ਪੜ੍ਹਾਈ। ਕੈਨੇਡਾ ਦੀ ਜਿਹੜੀ ਯੂਨੀਵਰਸਿਟੀ ਟਿਊਸ਼ਨ ਫੀ ਹੈਗੀ ਹੈ ਉਹ ਪੂਰੀ ਦੁਨੀਆ ਦੇ ਵਿੱਚ ਜਿਹੜੇ ਅੰਗਰੇਜ਼ੀ ਬੋਲਣ ਵਾਲੇ ਦੇਸ਼ ਨੇ ਉਹਨਾਂ ਚੋਂ ਸਭ ਤੋਂ ਘੱਟ ਹੈ। ਤੁਹਾਡੀ ਪੜ੍ਹਾਈ ਵਾਸਤੇ ਤੁਹਾਡਾ ਕੋਈ ਵੀ ਬਜਟ ਹੋਵੇ, ਤੁਹਾਨੂੰ ਕੈਨੇਡਾ ਵਿੱਚ ਕੋਈ ਨਾ ਕੋਈ ਪੜ੍ਹਾਈ ਕਰਨ ਦੀ ਆਪਸ਼ਨ ਜ਼ਰੂਰ ਮਿਲ ਜਾਏਗੀ। ਤੀਜਾ ਜਿਹੜਾ ਰੀਜ਼ਨ ਹੈ ਉਹ ਹੈਗਾ ਜੀ ਸੁਰੱਖਿਅਤ ਤੇ ਬਹੁ ਸੱਭਿਆਚਾਰਕ ਕਮਿਊਨਿਟੀ, ਜਿਹਨੂੰ ਅਸੀਂ ਮਲਟੀਕਲਚਰਲ ਕਮਿਊਨਿਟੀ ਵੀ ਕਹਿੰਦੇ ਆ। ਕੈਨੇਡੀਅਨਸ ਜਿਹੜੇ ਨੇ ਉਹ ਬਹੁਤ ਹੀ ਵਾਰਮ ਤੇ ਵੈਲਕਮਿੰਗ ਕਮਿਊਨਿਟੀ ਨੇ। ਬਹੁਤ ਸਾਰੇ ਦੇਸ਼ਾਂ ਦੇ ਲੋਕ ਕੈਨੇਡਾ 'ਚ ਵਸਦੇ ਨੇ ਤੇ ਉਹ ਇਸ ਚੀਜ਼ ਨੂੰ ਵੈਲਕਮ ਕਰਦੇ ਨੇ। ਉਹਨਾਂ ਨੂੰ ਚੰਗਾ ਲੱਗਦਾ ਹੈ ਕਿ ਵੱਖ-ਵੱਖ ਦੇਸ਼ਾਂ ਦੇ ਲੋਕ ਉੱਥੇ ਆ ਕੇ ਰਹਿਣ ਤੇ ਜਿਹੜੀ ਇਹ ਡਾਇਵਰਸਿਟੀ ਹੈ ਇਹਨੂੰ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਰਿਸਪੈਕਟ ਕੀਤਾ ਜਾਂਦਾ ਹੈ। ਚੌਥਾ ਜਿਹੜਾ ਬਹੁਤ ਵੱਡਾ ਰੀਜ਼ਨ ਹੈ ਕੈਨੇਡਾ ਦੇ ਵਿੱਚ ਪੜ੍ਹਾਈ ਕਰਨ ਦਾ ਉਹ ਇਹ ਹੈ ਕਿ ਤੁਸੀਂ ਕੈਨੇਡਾ ਵਿੱਚ ਜੇ ਪੜ੍ਹਾਈ ਕਰਕੇ ਜਿਹੜਾ ਆਪਦਾ ਭਵਿੱਖ ਹੈ, ਆਪਦਾ ਫਿਊਚਰ ਹੈ, ਉਹਨੂੰ ਤੁਸੀਂ ਸੇਫ ਬਣਾ ਸਕਦੇ ਹੋ। ਕਿਉਂਕਿ ਕੈਨੇਡਾ ਵਿੱਚ ਪੜ੍ਹਾਈ ਕਰਨ ਤੋਂ ਬਾਅਦ ਜਿਹੜਾ ਤੁਹਾਡਾ ਕਮਾਈ ਕਰਨ ਦੀ ਤੁਹਾਡੀ ਸ਼ਮਤਾ ਹੈਗੀ ਹੈ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਕੈਨੇਡੀਅਨਸ ਨੂੰ ਕੋਵਿਡ-19 ਤੋਂ ਬਚਾਉਣ ਵਾਸਤੇ ਗਵਰਨਮੈਂਟ ਆਫ ਕੈਨੇਡਾ ਨੇ ਟਰੈਵਲ ਦੇ ਉੱਤੇ ਕੁਝ ਰਿਸਟ੍ਰਿਕਸ਼ਨਸ ਇੰਪਲੀਮੈਂਟ ਕੀਤੀਆਂ ਨੇ। ਜਦ ਤੱਕ ਗਵਰਨਮੈਂਟ ਕੋਈ ਫਰਦਰ ਨੋਟਿਸ ਨਹੀਂ ਕੱਢਦੀ ਤਦ ਤੱਕ ਕਾਫੀ ਜਿਹੜੇ ਫੋਰਨ ਨੈਸ਼ਨਲਸ ਨੇ ਜਿਹੜੇ ਕੈਨੇਡੀਅਨਸ ਨਹੀਂ ਹੈਗੇ ਉਹ ਕੈਨੇਡਾ ਦੀ ਯਾਤਰਾ ਨਹੀਂ ਕਰ ਸਕਦੇ, ਬਾਵਜੂਦ ਇਹਦੇ ਕਿ ਉਹਨਾਂ ਕੋਲ ਇੱਕ ਵੈਲਿਡ ਵਿਜ਼ਿਟਰ ਵੀਜ਼ਾ ਹੈਗਾ ਜਾਂ ਇੱਕ ਇਲੈਕਟ੍ਰੋਨਿਕ ਟਰੈਵਲ ਆਥੋਰਾਈਜੇਸ਼ਨ ਹੈਗੀ ਹੈ। ਇਹ ਜਿਹੜੀ ਰਿਸਟ੍ਰਿਕਸ਼ਨਸ ਨੇ ਇਹ ਸਾਰੀ ਕੈਨੇਡਾ ਦੀ ਗੈਰ ਜ਼ਰੂਰੀ ਜਾਂ ਨਾਨ ਇਸੈਂਸ਼ੀਅਲ ਯਾਤਰਾਵਾਂ ਜਾਂ ਟਰੈਵਲਸ ਨੂੰ ਰੋਕ ਲਾਉਣ ਦੇ ਲਈ ਹੈਗੀਆਂ ਹੈ। ਇਸ ਸਲਾਈਡ ਦੇ ਵਿੱਚ ਅਸੀਂ ਦੇਖਾਂਗੇ ਕਿ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਗਵਰਨਮੈਂਟ ਆਫ ਕੈਨੇਡਾ ਨੇ ਜਿਹੜੀ ਟਰੈਵਲ ਤੇ ਰਿਸਟ੍ਰਿਕਸ਼ਨਸ ਜਾਂ ਪਾਬੰਦੀਆਂ ਲਾਈਆਂ ਨੇ ਉਹਨਾਂ ਤੇ ਕੀ ਰਿਆਇਤਾਂ ਜਾਂ ਕੀ ਐਗਜ਼ੈਂਪਸ਼ਨਸ ਉਪਲਬਧ ਨੇ। ਟਰੈਵਲ ਰਿਸਟ੍ਰਿਕਸ਼ਨਸ ਤੇ ਐਗਜ਼ੈਂਪਸ਼ਨਸ ਜਾਂ ਰਿਆਇਤ ਲੈਣ ਵਾਸਤੇ ਤੁਹਾਡੇ ਕੋਲ ਮਾਰਚ 18 2020 ਨੂੰ ਜਾਂ ਉਸ ਤੋਂ ਪਹਿਲਾਂ ਇਸ਼ੂ ਹੋਇਆ ਸਟੱਡੀ ਪਰਮਿਟ ਹੋਣਾ ਚਾਹੀਦਾ ਹੈ, ਜਾਂ ਤੁਹਾਡੇ ਕੋਲ ਇੱਕ ਪੋਰਟ ਆਫ ਐਂਟਰੀ ਇੰਟਰੋਡਕਸ਼ਨ ਲੈਟਰ ਹੋਣੀ ਚਾਹੀਦੀ ਹੈ ਜਿਹੜਾ ਇਹ ਦਰਸਾਏ, ਇਹ ਸ਼ੋ ਕਰੇ ਕਿ ਤੁਹਾਡਾ ਜਿਹੜਾ ਸਟੱਡੀ ਪਰਮਿਟ ਹੈਗਾ ਉਹ ਮਾਰਚ 18 2020 ਨੂੰ ਜਾਂ ਉਸ ਤੋਂ ਪਹਿਲਾਂ ਅਪਰੂਵ ਹੋਇਆ ਸੀ। ਇਹਦੇ ਨਾਲ ਇਹ ਦਰਸਾਉਣਾ ਬਹੁਤ ਜ਼ਰੂਰੀ ਹੈ ਕਿ ਤੁਹਾਡੀ ਜਿਹੜੀ ਕੈਨੇਡਾ ਨੂੰ ਟਰੈਵਲ ਹੈ, ਜਿਹੜੀ ਤੁਹਾਡੀ ਕੈਨੇਡਾ ਦੀ ਯਾਤਰਾ ਹੈ ਉਹ ਬਹੁਤ ਜ਼ਰੂਰੀ ਹੈ ਜਾਂ ਐਸੈਂਸ਼ੀਅਲ ਹੈ। ਉਦਾਹਰਨ ਦੇ ਤੌਰ ਤੇ ਜੇ ਤੁਹਾਡੀ ਵਿਅਕਤੀਗਤ ਤੌਰ ਤੇ ਕਲਾਸਿਸ ਵਾਸਤੇ ਕੈਨੇਡਾ ਦੀ ਲੋੜ ਹੈ ਤਾਂ ਇਹ ਇੱਕ ਐਸੈਂਸ਼ੀਅਲ ਰੀਜ਼ਨ ਹੈ। ਵਿਅਕਤੀਗਤ ਦਾ ਮਤਲਬ ਹੈ ਇਨ ਪਰਸਨ ਕਲਾਸਿਸ ਵਾਸਤੇ ਜੇ ਤੁਹਾਡੀ ਕੈਨੇਡਾ ਦੀ ਲੋੜ ਹੈ, ਇਹ ਤੁਹਾਡਾ ਇੱਕ ਐਸੈਂਸ਼ੀਅਲ ਰੀਜ਼ਨ ਹੈਗਾ ਕੈਨੇਡਾ ਟਰੈਵਲ ਕਰਨ ਵਾਸਤੇ। ਜਾਂ ਤੁਸੀਂ ਕੈਨੇਡਾ ਦੇ ਵਿੱਚ ਆਲਰੇਡੀ ਪੜ੍ਹਾਈ ਕਰ ਰਹੇ ਸੀ ਤੇ ਤੁਸੀਂ ਵਾਪਸ ਜਾਣਾ ਚਾਹੁੰਦੇ ਹੋ, ਇਹ ਵੀ ਇੱਕ ਐਸੈਂਸ਼ੀਅਲ ਰੀਜ਼ਨ ਹੈਗਾ ਕੈਨੇਡਾ ਟਰੈਵਲ ਕਰਨ ਵਾਸਤੇ। ਇਸ ਚੀਜ਼ ਨੂੰ ਦਰਸਾਉਣ ਵਾਸਤੇ ਤੁਸੀਂ ਆਪਣੇ DLI ਜਿਹੜਾ ਡੈਜ਼ਿਗਨੇਟਿਡ ਲਰਨਿੰਗ ਇੰਸਟੀਚਿਊਟ ਹੈਗਾ ਉਹਨਾਂ ਤੋਂ ਇੱਕ ਲੈਟਰ ਦੀ ਲੋੜ ਪਏਗੀ ਜਿਹੜਾ ਇਸ ਗੱਲ ਨੂੰ ਐਕਸਪਲੇਨ ਕਰੇ ਕਿ ਵਿਅਕਤੀਗਤ ਤੌਰ ਤੇ ਕੈਨੇਡਾ ਦੇ ਵਿੱਚ ਤੁਹਾਡਾ ਹੋਣਾ ਜ਼ਰੂਰੀ ਹੈ। ਇਹ ਜਿੰਨੇ ਵੀ ਡਾਕੂਮੈਂਟਸ ਬਾਰੇ ਅਸੀਂ ਤੁਹਾਨੂੰ ਦੱਸਿਆ ਹੈਗਾ ਉਹ ਤੁਸੀਂ ਬੋਰਡਿੰਗ ਦੇ ਟਾਈਮ ਤੇ 에ਅਰਲਾਈਨ ਨੂੰ ਦਿਖਾਣੇ ਆ ਤੇ ਜਦੋਂ ਤੁਸੀਂ ਕੈਨੇਡਾ ਦੇ ਵਿੱਚ ਇੱਕ ਪੋਰਟ ਆਫ ਐਂਟਰੀ ਤੇ ਪਹੁੰਚਦੇ ਹੋ ਉੱਥੇ ਤੁਸੀਂ ਆਪਦੇ ਸਾਰੇ ਦਸਤਾਵੇਜ਼, ਸਾਰੇ ਡਾਕੂਮੈਂਟ CBSA ਆਫੀਸਰ ਜਿਹੜੇ ਕੈਨੇਡਾ ਬਾਰਡਰ ਸਿਕਿਉਰਿਟੀ ਏਜੰਸੀ ਦੇ ਆਫੀਸਰ ਨੇ ਉਹਨਾਂ ਨੂੰ ਦਿਖਾਣੇ ਆ। ਜੇ ਤੁਸੀਂ ਇਹ ਨਹੀਂ ਕਰ ਪਾਏ ਤਾਂ ਹੋ ਸਕਦਾ ਹੈ ਤੁਹਾਨੂੰ ਇੱਥੋਂ ਫਲਾਈਟ ਬੋਰਡ ਕਰਨ ਨਾ ਦਿੱਤੀ ਜਾਵੇ ਜਾਂ ਤੁਹਾਨੂੰ ਕੈਨੇਡਾ ਤੋਂ ਆਪਦੇ ਖਰਚੇ ਤੇ ਵਾਪਸ ਵੀ ਭੇਜਿਆ ਜਾ ਸਕਦਾ ਹੈ। ਇਸ ਗੱਲ ਦਾ ਤੁਸੀਂ ਖਾਸ ਖਿਆਲ ਰੱਖਣਾ ਹੈ ਕਿ ਅਸੀਂ ਸਟੂਡੈਂਟਸ ਦੇ ਟਰੈਵਲ ਵਾਸਤੇ ਕੋਈ ਆਥੋਰਾਈਜੇਸ਼ਨ ਲੈਟਰਸ, ਕੋਈ ਚਿੱਠੀਆਂ ਇਸ਼ੂ ਨਹੀਂ ਕਰ ਰਹੇ ਹਾਂ। ਟਰੈਵਲ ਵਾਸਤੇ ਤੁਹਾਨੂੰ ਚਾਹੀਦਾ ਆਪਣਾ ਵੀਜ਼ਾ ਜਾਂ ਪੋਰਟ ਆਫ ਐਂਟਰੀ ਲੈਟਰ ਤੇ ਤੁਹਾਡੀ ਟਰੈਵਲ ਕਰਨ ਦੀ ਐਸੈਂਸ਼ੀਅਲ ਜਾਂ ਜ਼ਰੂਰੀ ਨੀਡ ਜਿਹੜੀ ਤੁਸੀਂ ਆਪਦੇ ਡਾਕੂਮੈਂਟਸ ਰਾਹੀਂ ਦਰਸਾਉਣੀ ਹੈ। ਇੱਕ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਜੇ ਤੁਹਾਡਾ ਕੋਰਸ ਜਾਂ ਪੜ੍ਹਾਈ ਵਾਸਤੇ ਕੈਨੇਡਾ ਦੇ ਵਿੱਚ ਤੁਹਾਡੀ ਵਿਅਕਤੀਗਤ ਤੌਰ ਤੇ ਲੋੜ ਹੈਗੀ ਹੈ ਤੇ ਤੁਸੀਂ ਆਪਦੀ ਪੜ੍ਹਾਈ ਸ਼ੁਰੂ ਹੋਣ ਤੋਂ 3 ਹਫ਼ਤਿਆਂ ਤੋਂ ਪਹਿਲਾਂ ਤੁਹਾਨੂੰ ਕੈਨੇਡਾ ਨਹੀਂ ਜਾਣਾ ਚਾਹੀਦਾ। ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਆਪਦੀ ਸਟੱਡੀਜ਼, ਆਪਦੀ ਪੜ੍ਹਾਈ ਸ਼ੁਰੂ ਹੋਣ ਤੋਂ 3 ਹਫ਼ਤੇ ਪਹਿਲਾਂ ਹੀ ਕੈਨੇਡਾ ਐਂਟਰ ਕਰਨਾ ਚਾਹੀਦਾ। ਜਿੰਨੇ ਵੀ ਵਿਦਿਆਰਥੀਆਂ ਨੂੰ ਪਿਛਲੇ ਸਮੈਸਟਰ ਦਾ ਵੀਜ਼ਾ ਇਸ਼ੂ ਹੋਇਆ ਸੀ ਤੇ ਉਹ ਕੈਨੇਡਾ ਨਹੀਂ ਜਾ ਪਾਏ, ਤੁਸੀਂ ਆਪਣੀ ਨਈ ਲੈਟਰ ਆਫ ਐਕਸੈਪਟੈਂਸ ਸਾਨੂੰ IRCC ਵੈਬ ਫਾਰਮ ਦੇ ਰਾਹੀਂ ਭੇਜ ਸਕਦੇ ਹੋ।
ਹੁਣ ਅਸੀਂ ਦੇਖਾਂਗੇ ਕਿ ਕੋਵਿਡ-19 ਕਰਕੇ ਪ੍ਰੋਸੈਸਿੰਗ ਦੇ ਵਿੱਚ ਕੀ ਬਦਲਾਵ ਆਏ ਨੇ। ਸਭ ਤੋਂ ਪਹਿਲਾਂ ਬਦਲਾਵ ਇਹ ਹੋਇਆ ਹੈ ਕਿ ਜਿਹੜੇ ਵੀਜ਼ਾ ਐਪਲੀਕੇਸ਼ਨ ਸੈਂਟਰਸ ਵੈਕਸ ਨੇ, ਉਹ ਇਸ ਟਾਈਮ ਤੇ ਬੰਦ ਨੇ। ਤਾਂ ਕਰਕੇ ਅਸੀਂ ਕੋਈ ਵੀ ਪੇਪਰ ਐਪਲੀਕੇਸ਼ਨ ਇਸ ਟਾਈਮ ਤੇ ਨਹੀਂ ਐਕਸੈਪਟ ਕਰ ਰਹੇ ਹਾਂ ਤੇ ਸਿਰਫ ਆਨਲਾਈਨ ਐਪਲੀਕੇਸ਼ਨਸ ਅਸੀਂ ਇਸ ਟਾਈਮ ਤੇ ਲੈ ਰਹੇ ਹਾਂ। ਦੂਜੀ ਗੱਲ ਇਹ ਹੈ ਕਿ ਸਾਡੇ ਜਿਹੜੇ ਪ੍ਰੋਸੈਸਿੰਗ ਟਾਈਮਸ ਨੇ, ਉਹ ਇਸ ਸਮੇਂ ਸਹੀ ਨਹੀਂ ਨੇ। ਜਿੰਨੇ ਵੀ ਪ੍ਰੋਸੈਸਿੰਗ ਟਾਈਮ ਸਾਡੀ ਵੈਬਸਾਈਟ ਤੇ ਡਿਸਪਲੇਡ ਨੇ, ਉਹ ਇਸ ਟਾਈਮ ਸਹੀ ਪ੍ਰੋਸੈਸਿੰਗ ਟਾਈਮ ਨਹੀਂ ਨੇ। ਇਹਦਾ ਕਾਰਨ ਇਹ ਹੈ ਕਿਉਂਕਿ ਕੋਰੋਨਾ ਤੇ ਕੋਵਿਡ-19 ਕਰਕੇ ਸਾਡੇ ਆਫਿਸਿਸ ਦੇ ਵਿੱਚ ਬਹੁਤ ਜ਼ਿਆਦਾ ਸਟਾਫ ਦੀ ਘਾਟ ਹੈ, ਬਹੁਤ ਕਮੀ ਹੈ। ਤਾਂ ਕਰਕੇ ਅਸੀਂ ਜਿਹੜੇ ਯੂਜੂਅਲ ਪ੍ਰੋਸੈਸਿੰਗ ਟਾਈਮਸ ਹੈ, ਉਹਨਾਂ ਵਿੱਚ ਤੁਹਾਡੀ ਐਪਲੀਕੇਸ਼ਨਸ ਪ੍ਰੋਸੈਸ ਨਹੀਂ ਕਰ ਪਾ ਰਹੇ ਹਾਂ। ਮਗਰ ਅਸੀਂ ਤੁਹਾਨੂੰ ਇਹ ਵਿਸ਼ਵਾਸ ਦਿਲਾਣਾ ਚਾਹੁੰਦੇ ਹਾਂ ਕਿ IRCC ਇਸ ਟਾਈਮ ਤੇ ਬਹੁਤ ਜ਼ਿਆਦਾ ਮਿਹਨਤ ਕਰ ਰਹੀ ਹੈ ਤਾਂ ਕਿ ਤੁਹਾਡਾ ਵੀਜ਼ਾ ਜਲਦ ਤੋਂ ਜਲਦ ਤੁਹਾਡੀ ਫਾਈਲਸ ਅਸੀਂ ਪ੍ਰੋਸੈਸ ਕਰ ਸਕੀਏ। ਸਾਨੂੰ ਪਤਾ ਹੈ ਕਿ ਇਸ ਸਮੇਂ ਤੁਹਾਨੂੰ ਆਪਦੀ ਵੀਜ਼ਾ ਐਪਲੀਕੇਸ਼ਨ ਸਬਮਿਟ ਕਰਨ 'ਚ ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ ਨੇ, ਜਿੱਦਾਂ ਕਿ ਸਾਨੂੰ ਪਤਾ ਹੈ ਵੀਜ਼ਾ ਐਪਲੀਕੇਸ਼ਨ ਸੈਂਟਰਸ ਬੰਦ ਨੇ ਤੇ ਤਾਂ ਕਰਕੇ ਤੁਸੀਂ ਆਪਦੇ ਬਾਇਓਮੈਟ੍ਰਿਕਸ ਸਾਨੂੰ ਨਹੀਂ ਸਬਮਿਟ ਕਰ ਪਾ ਰਹੇ ਹੋ। ਸਾਨੂੰ ਇਹ ਵੀ ਪਤਾ ਹੈ ਕਿ ਜਿਹੜੇ ਪੈਨਲ ਫਿਜ਼ੀਸ਼ੀਅਨਸ ਨੇ, ਉਹ ਇਸ ਟਾਈਮ ਤੇ ਲਿਮਿਟਿਡ ਤਰੀਕੇ ਨਾਲ ਕੰਮ ਕਰ ਰਹੇ ਨੇ ਕਿ ਤੇ ਤੁਹਾਡੇ ਜਿਹੜੇ ਇਮੀਗ੍ਰੇਸ਼ਨ ਮੈਡੀਕਲ ਐਗਜ਼ਾਮ ਨੇ, ਉਹ ਡਿਲੇ ਹੋ ਰਹੇ ਹੈ। ਸਾਨੂੰ ਇਹ ਵੀ ਪਤਾ ਹੈ ਕਿ ਬਹੁਤ ਸਾਰੇ ਸਕੂਲਸ ਤੇ ਦੂਜੀਆਂ ਸੰਸਥਾਵਾਂ ਇਸ ਟਾਈਮ ਤੇ ਲਿਮਿਟਿਡ ਤਰੀਕੇ ਨਾਲ ਕੰਮ ਕਰ ਰਹੀਆਂ, ਜਿਹਦੇ ਕਰ ਤੁਹਾਡੀ ਡਾਕੂਮੈਂਟੇਸ਼ਨ ਡਿਲੇ ਹੋ ਰਹੀ ਹੈ। ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਕੋਈ ਵੀ ਐਪਲੀਕੇਸ਼ਨ ਇਸ ਕਰਕੇ ਰਿਫਿਊਜ਼ ਨਹੀਂ ਕਰਾਂਗੇ ਕਿ ਤੁਹਾਡੇ ਜਿਹੜੇ ਡਾਕੂਮੈਂਟਸ ਨੇ, ਉਹ ਸਾਨੂੰ ਸਹੀ ਟਾਈਮ ਤੇ ਨਹੀਂ ਮਿਲੇ। ਪਰ ਤੁਹਾਨੂੰ ਇਹ ਵੀ ਦੱਸਣਾ ਚਾਹਾਂਗੇ ਕਿ ਅਸੀਂ ਤੁਹਾਡੀ ਐਪਲੀਕੇਸ਼ਨ ਦੀ ਪ੍ਰੋਸੈਸਿੰਗ ਤਦ ਤੱਕ ਪੂਰੀ ਨਹੀਂ ਕਰ ਸਕਦੇ ਜਦ ਤੱਕ ਸਾਨੂੰ ਤੁਹਾਡੇ ਸਾਰੇ ਡਾਕੂਮੈਂਟਸ ਨਹੀਂ ਮਿਲ ਜਾਂਦੇ, ਤੁਸੀਂ ਸਾਰੇ ਡਾਕੂਮੈਂਟ ਸਬਮਿਟ ਨਹੀਂ ਕਰ ਦਿੰਦੇ। ਮਗਰ 3 ਚੀਜ਼ਾਂ ਦਾ ਤੁਸੀਂ ਸਾਨੂੰ ਧਿਆਨ ਰੱਖਣਾ ਹੈ ਕਿ ਤੁਸੀਂ ਸਾਨੂੰ ਅਪਫਰੰਟ ਪ੍ਰੋਵਾਈਡ ਕਰਨੀ ਹੈ ਤਾਂ ਕਿ ਅਸੀਂ ਤੁਹਾਡੀ ਐਪਲੀਕੇਸ਼ਨ ਦੀ ਪ੍ਰੋਸੈਸਿੰਗ ਸ਼ੁਰੂ ਕਰ ਸਕੀਏ। ਉਹ 3 ਚੀਜ਼ਾਂ ਇਹ ਨੇ ਕਿ ਸਭ ਤੋਂ ਪਹਿਲਾਂ ਤੁਸੀਂ ਸਬਮਿਟ ਕਰਨੇ ਆ ਆਪਦੇ ਐਪਲੀਕੇਸ਼ਨ ਫਾਰਮਸ। ਜਦ ਤੱਕ ਤੁਸੀਂ ਆਪਦੇ ਐਪਲੀਕੇਸ਼ਨ ਫਾਰਮ ਸਾਨੂੰ ਸਬਮਿਟ ਨਹੀਂ ਕਰਦੇ, ਤਦ ਤੱਕ ਤੁਹਾਡੀ ਐਪਲੀਕੇਸ਼ਨ ਦੀ ਪ੍ਰੋਸੈਸਿੰਗ ਨਹੀਂ ਸ਼ੁਰੂ ਹੋ ਸਕਦੀ। ਨਾਲ ਤੁਹਾਨੂੰ ਆਪਦੀ ਸਟੱਡੀ ਪਰਮਿਟ ਪ੍ਰੋਸੈਸਿੰਗ ਦੀ ਫੀਸ ਤੇ ਬਾਇਓਮੈਟ੍ਰਿਕ ਦੀ ਫੀਸ ਸਬਮਿਟ ਕਰਨੀ ਹੈ। ਤੀਜਾ, ਤੁਹਾਡੇ ਕੋਲ ਇੱਕ ਕੈਨੇਡਾ ਦੇ ਵਿੱਚ ਡੈਜ਼ਿਗਨੇਟਿਡ ਲਰਨਿੰਗ ਇੰਸਟੀਚਿਊਟ ਤੋਂ ਇਸ਼ੂ ਹੋਈ ਵੀ ਇੱਕ ਲੈਟਰ ਆਫ ਐਕਸੈਪਟੈਂਸ ਜਿਹੜੀ ਹੈਗੀ ਹੈ, ਉਹ ਆਪਣੀ ਐਪਲੀਕੇਸ਼ਨ ਦੇ ਨਾਲ ਸਬਮਿਟ ਕਰਨੀ ਹੈ। ਇਹ ਤਿੰਨੇ ਚੀਜ਼ਾਂ ਤੁਸੀਂ ਆਪਣੀ ਐਪਲੀਕੇਸ਼ਨ ਦੇ ਨਾਲ ਸਬਮਿਟ ਕਰਨੀਆਂ ਨੇ, ਨਹੀਂ ਤਾਂ ਤੁਹਾਡੀ ਐਪਲੀਕੇਸ਼ਨ ਰਿਫਿਊਜ਼ ਹੋ ਸਕਦੀ ਹੈ। ਇੱਕ ਗੱਲ ਤੁਸੀਂ ਹੋਰ ਨੋਟ ਕਰਨੀ ਹੈ, ਕਿਉਂਕਿ ਇਸ ਟਾਈਮ ਤੇ ਵੀਜ਼ਾ ਐਪਲੀਕੇਸ਼ਨ ਸੈਂਟਰਸ ਬੰਦ ਨੇ ਤੇ ਅਸੀਂ ਕੋਈ ਵੀ ਵੀਜ਼ਾ ਇਸ਼ੂ ਨਹੀਂ ਕਰ ਸਕਦੇ। ਲੋਕਡਾਊਨ ਤੋਂ ਪਹਿਲਾਂ ਜਿਹੜੇ ਸਾਡੇ ਕੋਲ ਪੇਪਰ ਐਪਲੀਕੇਸ਼ਨਸ ਨਾਲ ਪਾਸਪੋਰਟ ਆਏ ਸੀ, ਉਹਨਾਂ ਨੂੰ ਅਸੀਂ ਵਾਪਸ ਕਰਨ ਵਾਸਤੇ ਪੂਰੀ ਕੋਸ਼ਿਸ਼ ਕਰ ਰਹੇ ਹਾਂ ਤੇ ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਹੈ ਕਿ ਆਪਣੇ ਡਾਕੂਮੈਂਟਸ ਜਾਂ ਪਾਸਪੋਰਟ ਹੁਣ ਇਸ ਟਾਈਮ ਤੇ ਸਿੱਧਾ ਐਮਬੈਸੀ ਜਾਂ ਕਿਸੇ ਵੀ ਕੌਂਸੂਲੇਟ 'ਚ ਕੈਨੇਡੀਅਨ ਕੌਂਸੂਲੇਟ 'ਚ ਨਾ ਭੇਜੋ। ਨਹੀਂ ਤਾਂ ਤੁਹਾਨੂੰ ਉਹ ਮੋੜ ਦਿੱਤੇ ਜਾਣਗੇ। ਜਿਹੜੇ ਵੀ ਪਾਸਪੋਰਟਸ ਜਾਂ ਡਾਕੂਮੈਂਟਸ ਤੁਸੀਂ ਫਿਜ਼ੀਕਲੀ ਸਬਮਿਟ ਕਰਨੇ ਹੈ, ਉਹ ਸਿਰਫ ਤੇ ਸਿਰਫ ਵੀਜ਼ਾ ਐਪਲੀਕੇਸ਼ਨ ਸੈਂਟਰਸ ਖੁੱਲਣ ਤੋਂ ਬਾਅਦ ਹੀ ਤੁਸੀਂ ਸਬਮਿਟ ਕਰ ਸਕਦੇ ਹੋ। ਹੁਣ ਜਿਹੜੇ ਨਵੇਂ ਪ੍ਰੋਸੈਸਿੰਗ ਦੇ ਤਰੀਕੇ ਇੰਟਰੋਡਿਊਸ ਹੋਏ ਹੈ, ਉਹ ਉਹਨਾਂ ਐਪਲੀਕੇਸ਼ਨਸ ਵਾਸਤੇ ਨੇ ਜਿਨ੍ਹਾਂ ਨੂੰ ਮਾਰਚ 18 2020 ਤੱਕ ਅਪਰੂਵਲ ਨਹੀਂ ਮਿਲਿਆ। ਉਹ ਜਿਹੜੇ ਮੈਜਰਸ ਨੇ ਉਹ ਇਹ ਨੇ। ਸਭ ਤੋਂ ਪਹਿਲਾਂ, ਜੇ ਤੁਹਾਡੀ ਪੜ੍ਹਾਈ ਤੁਹਾਨੂੰ PGWP ਜਾਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਈ ਕੁਆਲੀਫਾਈ ਕਰੇਗੀ ਤੇ ਤੁਹਾਡੀ ਪੜ੍ਹਾਈ ਦਾ ਇੱਕ ਹਿੱਸਾ ਜਿਹੜਾ ਫਾਲ 2020 ਸਮੈਸਟਰ ਦਾ ਹਿੱਸਾ ਹੈ, ਉਹ ਆਨਲਾਈਨ ਫਾਰਮੈਟ ਤੇ ਸ਼ਿਫਟ ਹੋ ਗਿਆ ਹੈ ਤੇ ਜਿਹੜਾ ਤੁਸੀਂ ਆਪਦੀ ਪੜ੍ਹਾਈ ਤੇ ਆਨਲਾਈਨ ਸਮਾਂ ਲਾਓਗੇ ਕੈਨੇਡਾ ਤੋਂ ਬਾਹਰ ਰਹਿੰਦੇ ਹੋਏ, ਉਹ ਸਮਾਂ ਤੁਹਾਡੇ PGWP ਲਈ ਐਲੀਜੀਬਲ ਹੋਏਗਾ ਜੇ ਤੁਸੀਂ ਆਪਦੀ ਪੜ੍ਹਾਈ ਘੱਟੋ ਘੱਟ 50% ਜਾਂ 50% ਹਿੱਸਾ ਕੈਨੇਡਾ ਦੇ ਵਿੱਚ ਵਿਅਕਤੀਗਤ ਤੌਰ ਤੇ ਕਰਦੇ ਹੋ। ਦੂਜਾ ਇਹ ਹੈ ਕਿ ਸਿਰਫ ਆਨਲਾਈਨ ਸਟੱਡੀ ਪਰਮਿਟ ਐਪਲੀਕੇਸ਼ਨਸ ਨੂੰ ਇਸ ਟਾਈਮ ਪ੍ਰਾਇੋਰਟੀ ਦਿੱਤੀ ਜਾ ਰਹੀ ਹੈ। ਇੱਕ ਜਿਹੜਾ 2 ਸਟੇਜ ਜਾਂ 2 ਪੜਾਅ ਦਾ ਅਪਰੂਵਲ ਪ੍ਰੋਸੈਸ ਹੈਗਾ ਹੈ, ਉਹ ਸਟੂਡੈਂਟਸ ਵਾਸਤੇ ਬਹੁਤ ਹੈਲਪਫੁਲ ਹੈਗਾ ਹੈ, ਜਿਹੜਾ ਇਸ ਸਮੇਂ ਸਾਨੂੰ ਬਾਇਓਮੈਟ੍ਰਿਕਸ ਜਾਂ ਮੈਡੀਕਲ ਸਬਮਿਟ ਨਹੀਂ ਕਰ ਪਾ ਰਹੇ ਨੇ। ਜਿਹੜੀ ਫਰਸਟ ਸਟੇਜ ਪ੍ਰੋਸੈਸਿੰਗ ਦੀ ਹੈਗੀ ਹੈ, ਉਹ ਹੈਗੀ ਹੈ ਅਪਰੂਵਲ ਇਨ ਪ੍ਰਿੰਸੀਪਲ ਜਾਂ AIP। ਇਹਦੇ ਵਿੱਚ ਅਸੀਂ ਤੁਹਾਡੀ ਐਪਲੀਕੇਸ਼ਨ ਦੀ ਐਲੀਜੀਬਿਲਿਟੀ ਅਸੈਸ ਕਰਾਂਗੇ। ਜੇ ਤੁਹਾਨੂੰ AIP ਮਿਲ ਜਾਂਦਾ ਹੈ ਤੇ ਤੁਹਾਡੀ ਆਨਲਾਈਨ ਕੀਤੀ ਪੜ੍ਹਾਈ ਦਾ ਜਿਹੜਾ ਤੁਸੀਂ ਟਾਈਮ ਸਪੈਂਡ ਕਰ ਰਹੇ ਹੋ, ਉਹ ਤੁਹਾਡੀ PGWP ਲਈ ਗਿਣਿਆ ਜਾਏਗਾ। ਦੂਜੀ ਸਟੇਜ ਵਿੱਚ ਐਡਮਿਸਿਬਿਲਿਟੀ ਦੀ ਅਸੈਸਮੈਂਟ ਹੋਏਗੀ। ਇਸ ਸਟੇਜ ਦੇ ਵਿੱਚ ਅਪਰੂਵਲ ਹੋਣ ਤੋਂ ਬਾਅਦ ਤੁਹਾਨੂੰ ਵੀਜ਼ਾ ਇਸ਼ੂ ਹੋ ਜਾਂਦਾ ਹੈ। ਇੱਕ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਕਿ AIP ਮਿਲਣ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਗਾਰੰਟੀਡ ਵੀਜ਼ਾ ਮਿਲ ਜਾਏਗਾ। ਉਦਾਹਰਨ ਦੇ ਤੌਰ ਤੇ ਜੇ ਤੁਹਾਨੂੰ AIP ਮਿਲ ਵੀ ਜਾਂਦਾ ਹੈ ਤੇ ਤੁਸੀਂ ਆਪਦਾ ਮੈਡੀਕਲ ਐਗਜ਼ਾਮ ਵਿੱਚ ਫੇਲ ਹੋ ਜਾਂਦੇ ਹੋ ਤਾਂ ਤੁਹਾਡਾ ਵੀਜ਼ਾ ਰਿਫਿਊਜ਼ ਹੋ ਸਕਦਾ ਹੈ।
ਇਹ ਜਿਹੜਾ ਚਾਰਟ ਹੈ ਇਹ ਸ਼ੁਰੂ ਤੋਂ ਲੈ ਕੇ ਕੈਨੇਡਾ ਐਂਟਰ ਕਰਨ ਤੱਕ ਸਾਰੇ ਪ੍ਰੋਸੈਸਸ ਜਿਹੜੇ ਹੈਗੇ ਨੇ ਉਹਨੂੰ ਐਕਸਪਲੇਨ ਕਰਦਾ ਹੈ। ਸਟੱਡੀ ਪਰਮਿਟ ਅਪਲਾਈ ਕਰਨ ਤੋਂ ਪਹਿਲਾਂ ਤੁਸੀਂ ਸਭ ਤੋਂ ਪਹਿਲਾਂ ਆਪਦੇ ਡੈਜ਼ਿਗਨੇਟਿਡ ਲਰਨਿੰਗ ਇੰਸਟੀਟਿਊਟ ਬਾਰੇ ਰਿਸਰਚ ਕਰਨੀ ਹੈ। ਦੂਜਾ ਤੁਸੀਂ ਇਹ ਡਿਸਾਈਡ ਕਰਨਾ ਹੈ ਕਿ ਤੁਸੀਂ ਅਕੇਲੇ ਟਰੈਵਲ ਕਰਨਾ ਹੈ ਕਿ ਨਹੀਂ ਕਰਨਾ ਹੈ। ਤੀਜਾ ਤੁਸੀਂ ਇੱਕ ਬਜਟ ਪ੍ਰਿਪੇਅਰ ਕਰਨਾ ਹੈ ਜਿਹਦੇ ਵਿੱਚ ਤੁਹਾਨੂੰ ਇੱਕ ਫੰਡਸ ਦਾ ਪ੍ਰੂਫ ਬਣਾਉਣਾ ਚਾਹੀਦਾ ਹੈ ਕਿ ਤੁਸੀਂ ਕੈਨੇਡਾ ਦੇ ਵਿੱਚ ਆਪਦਾ ਖਰਚਾ ਕਿੱਦਾਂ ਉਠਾਓਗੇ। ਚੌਥਾ ਆਪਣੇ ਸਾਰੇ ਜ਼ਰੂਰੀ ਡਾਕੂਮੈਂਟਸ ਦਸਤਾਵੇਜ਼ ਇਕੱਠੇ ਕਰਨੇ ਚਾਹੀਦੇ ਨੇ। ਜੇ ਤੁਹਾਨੂੰ ਮਦਦ ਦੀ ਲੋੜ ਹੈ ਤਾਂ ਸਿਰਫ ਸਰਟੀਫਾਈਡ ਇਮੀਗ੍ਰੇਸ਼ਨ ਰਿਪਰੈਜ਼ੈਂਟੇਟਿਵ ਦੀ ਮਦਦ ਤੁਹਾਨੂੰ ਲੈਣੀ ਚਾਹੀਦੀ ਹੈ। ਜਦੋਂ ਤੁਹਾਨੂੰ ਲੈਟਰ ਆਫ ਐਕਸੈਪਟੈਂਸ ਮਿਲ ਜਾਂਦਾ ਹੈ ਤਾਂ ਤੁਸੀਂ ਸਟੱਡੀ ਪਰਮਿਟ ਲਈ ਅਪਲਾਈ ਕਰ ਸਕਦੇ ਹੋ। ਸਟੱਡੀ ਪਰਮਿਟ ਪ੍ਰੋਸੈਸਿੰਗ ਦਾ ਜਿਹੜਾ ਪ੍ਰੋਸੈਸ ਹੈ ਉਹ ਇੱਥੋਂ ਦੋ ਸਟੇਜਸ ਦੇ ਵਿੱਚ ਵੰਡਿਆ ਗਿਆ ਹੈ। ਵੀਜ਼ਾ ਇਸ਼ੂ ਹੋਣ ਤੋਂ ਬਾਅਦ ਵੀ ਇਹ ਹੋ ਸਕਦਾ ਹੈ ਕਿ ਤੁਸੀਂ ਜਿਹੜੀ ਕਰੰਟ ਟਰੈਵਲ ਰਿਸਟ੍ਰਿਕਸ਼ਨਸ ਨੇ, ਯਾਤਰਾ ਤੇ ਪਾਬੰਦੀਆਂ ਨੇ, ਉਹਦੇ ਕਰਕੇ ਟਰੈਵਲ ਇਸ ਟਾਈਮ ਤੇ ਕੈਨੇਡਾ ਨਾ ਕਰ ਸਕੋ। ਜਿੱਦਾਂ ਕਿ ਅਸੀਂ ਪਹਿਲਾਂ ਦੱਸਿਆ ਹੈ ਕਿ AIP ਜਾਂ ਅਪਰੂਵਲ ਇਨ ਪ੍ਰਿੰਸੀਪਲ ਸਿਰਫ ਉਹਨਾਂ ਐਪਲੀਕੇਸ਼ਨਸ ਨੂੰ ਅਪਲਾਈ ਕਰਦਾ ਹੈ ਜਿਨ੍ਹਾਂ ਵਿੱਚ ਮਾਰਚ 2018-2020 ਤੱਕ ਮਾਰਚ 18-2020 ਤੱਕ ਅਪਰੂਵਲ ਨਹੀਂ ਮਿਲਿਆ ਹੈ। AIP ਦਾ ਮਤਲਬ ਹੈ ਤੁਹਾਡੀ ਐਪਲੀਕੇਸ਼ਨਸ ਦੀ ਐਲੀਜੀਬਿਲਿਟੀ ਦੀ ਅਸੈਸਮੈਂਟ। ਨਾ ਤਾਂ ਇਹਦਾ ਕ੍ਰਾਈਟੇਰੀਆ ਚੇਂਜ ਹੋਇਆ ਹੈ ਤੇ ਨਾ ਹੀ ਇਹਦੀਆਂ ਰਿਕੁਆਇਰਮੈਂਟਸ ਚੇਂਜ ਹੋਈਆਂ ਹੈ। AIP ਦੀ ਰਿਕੁਆਇਰਮੈਂਟਸ ਜਿਹੜੀ ਹੈਗੀਆਂ ਉਹ ਇਹ ਹੈਗੀਆਂ ਕਿ ਸਭ ਤੋਂ ਪਹਿਲਾਂ ਤੁਸੀਂ ਇੱਕ ਜੈਨੂਇਨ ਸਟੂਡੈਂਟ ਹੋ। ਇਹਦਾ ਮਤਲਬ ਇਹ ਹੈ ਕਿ ਤੁਸੀਂ ਇੱਕ ਲਾਜ਼ਮੀ ਪੜ੍ਹਾਈ ਕੀਤੀ ਹੈ ਤੇ ਆਪਦੀ ਟਰਾਂਸਕ੍ਰਿਪਟਸ ਤੇ ਜਿਹੜੇ ਲੈਂਗੁਏਜ ਦੇ ਸਕੋਰਸ ਨੇ ਉਹਨਾਂ ਨੂੰ ਸਬਮਿਟ ਕੀਤਾ ਹੈ। ਦੂਜਾ ਇਹ ਹੈ ਕਿ ਤੁਸੀਂ ਇੱਕ ਕੈਨੇਡਾ ਦੇ ਡੈਜ਼ਿਗਨੇਟਿਡ ਲਰਨਿੰਗ ਇੰਸਟੀਟਿਊਟ ਤੋਂ ਇਸ਼ੂ ਹੋਈ ਵੀ ਲੈਟਰ ਆਫ ਐਕਸੈਪਟੈਂਸ ਸਾਨੂੰ ਸਬਮਿਟ ਕੀਤੀ ਹੈ। ਤੀਜਾ ਕਿ ਤੁਹਾਡੇ ਕੋਲ ਜ਼ਰੂਰਤ ਦੇ ਮੁਤਾਬਕ ਫੰਡਸ ਨੇ ਜਿਹਦੇ ਨਾਲ ਤੁਸੀਂ ਆਪਦੀ ਪੜ੍ਹਾਈ, ਕੈਨੇਡਾ 'ਚ ਰਹਿਣਾ, ਉੱਥੇ ਦੀ ਟਰਾਂਸਪੋਰਟ ਵਾਸਤੇ ਪੇ ਕਰ ਸਕੋ। ਇਹਦੇ ਵਿੱਚ ਤੁਸੀਂ ਇਹ ਦਰਸਾਉਣਾ ਹੈ ਕਿ ਤੁਹਾਡੇ ਕੋਲ ਪਹਿਲੇ ਸਾਲ ਵਾਸਤੇ ਕੈਨੇਡਾ 'ਚ ਰਹਿਣ ਤੇ ਪੜ੍ਹਾਈ ਦੇ ਤੇ ਟਰਾਂਸਪੋਰਟ ਵਾਸਤੇ ਲਿਕੁਇਡ ਫੰਡਸ ਨੇ ਤੇ ਬਾਕੀ ਸਾਲਾਂ ਵਾਸਤੇ ਤੁਸੀਂ ਇਹ ਐਕਸਪਲੇਨ ਕਰਨਾ ਹੈ ਕਿ ਤੁਸੀਂ ਆਪਦਾ ਖਰਚਾ ਕੈਨੇਡਾ ਦੇ ਵਿੱਚ ਕਿੱਦਾਂ ਉਠਾਓਗੇ। ਚੌਥਾ ਤੁਸੀਂ ਇਹ ਦਿਖਾਣਾ ਹੈ ਕਿ ਆਪਦੀ ਪੜ੍ਹਾਈ ਖਤਮ ਹੋਣ ਤੋਂ ਬਾਅਦ ਤੁਸੀਂ ਕੈਨੇਡਾ ਛੱਡ ਕੇ ਆਪਦੇ ਦੇਸ਼ ਵਾਪਸ ਆਓਗੇ। AIP ਦੀ ਚਿੱਠੀ ਜਦੋਂ ਵੀ ਤੁਹਾਡੀ AIP ਦਾ ਅਪਰੂਵਲ ਆਉਂਦਾ ਹੈ ਉਹ ਜਿਹੜੀ ਲੈਟਰ ਹੈ ਉਹ ਤੁਹਾਨੂੰ ਇਲੈਕਟ੍ਰੋਨਿਕਲੀ ਆਪਦੇ ਆਨਲਾਈਨ ਅਕਾਊਂਟ 'ਚ ਸੈਂਡ ਕੀਤੀ ਜਾਏਗੀ, ਭੇਜੀ ਜਾਏਗੀ। ਹੋ ਸਕਦਾ ਹੈ ਕਿ ਤੁਹਾਨੂੰ ਬਾਇਓਮੈਟ੍ਰਿਕਸ ਜਾਂ ਮੈਡੀਕਲਸ ਦੀ ਰਿਕੁਐਸਟ ਵੀ ਨਾਲ ਉਹਦੇ ਭੇਜੀ ਜਾਏ। ਹੁਣ ਇਸ ਸਲਾਈਡ ਦੇ ਵਿੱਚ ਅਸੀਂ ਤੁਹਾਨੂੰ ਇਹ ਦਿਖਾਵਾਂਗੇ ਕਿ ਤੁਹਾਨੂੰ AIP ਅਪਰੂਵਲ ਇਨ ਪ੍ਰਿੰਸੀਪਲ ਵਾਸਤੇ SDS ਤੇ ਨਾਨ SDS ਕੈਟੇਗਰੀ ਦੇ ਵਿੱਚ ਕਿਹੜੇ-ਕਿਹੜੇ ਡਾਕੂਮੈਂਟਸ ਦੀ ਲੋੜ ਹੈ। SDS ਕੈਟੇਗਰੀ ਦੇ ਵਿੱਚ AIP ਵਾਸਤੇ ਤੁਹਾਨੂੰ ਚਾਹੀਦੇ ਨੇ ਸਭ ਤੋਂ ਪਹਿਲਾਂ ਇੱਕ ਡੈਜ਼ਿਗਨੇਟਿਡ ਲਰਨਿੰਗ ਇੰਸਟੀਟਿਊਟ ਵੱਲੋਂ ਇੱਕ ਲੈਟਰ ਆਫ ਐਕਸੈਪਟੈਂਸ। ਦੂਜਾ ਤੁਸੀਂ ਆਪਣਾ IELTS ਦਾ ਸਕੋਰ ਸਬਮਿਟ ਕਰਨਾ ਹੈ ਜਿਹਦੇ ਵਿੱਚ ਸਾਰੇ ਮੋਡਿਊਲਸ ਵਿੱਚ ਘੱਟੋ-ਘੱਟ ਤੁਹਾਨੂੰ 6 ਬੈਂਡ ਚਾਹੀਦੇ ਨੇ। ਤੀਜਾ ਤੁਸੀਂ ਇਹ ਦਿਖਾਣਾ ਹੈ ਕਿ ਤੁਸੀਂ ਆਪਦੇ ਡੈਜ਼ਿਗਨੇਟਿਡ ਲਰਨਿੰਗ ਇੰਸਟੀਟਿਊਟ ਨੂੰ ਪਹਿਲੇ ਸਾਲ ਦੀ ਟਿਊਸ਼ਨ ਫੀ ਪੇ ਕੀਤੀ ਹੈ। ਚੌਥਾ ਤੁਸੀਂ ਇੱਕ 10,000 ਕੈਨੇਡੀਅਨ ਡਾਲਰਸ ਦੀ GIC ਰਿਸੀਟ ਸਬਮਿਟ ਕਰਨੀ ਹੈ। ਪੰਜਵਾਂ ਤੁਸੀਂ ਆਪਣੀ ਸਭ ਤੋਂ ਲੇਟੈਸਟ ਜਿਹੜੀ ਪੜ੍ਹਾਈ ਦੀ ਟਰਾਂਸਕ੍ਰਿਪਟਸ ਨੇ ਉਹ ਸਬਮਿਟ ਕਰਨੀਆਂ ਨੇ। ਤੇ ਛਠਾ ਜਿਹੜੇ ਵੀ ਸਟੂਡੈਂਟਸ ਕਿਊਬੈਕ 'ਚ ਪੜ੍ਹਾਈ ਕਰਨਾ ਚਾਹੁੰਦੇ ਆ ਉਹਨਾਂ ਨੂੰ ਇੱਕ CAQ ਦੀ ਲੋੜ ਪੈਣੀ ਹੈ। ਨਾਨ SDS ਸਟਰੀਮ ਵਾਸਤੇ ਸਭ ਤੋਂ ਪਹਿਲਾਂ ਇੱਕ DLI ਵੱਲੋਂ ਇਸ਼ੂ ਲੈਟਰ ਆਫ ਐਕਸੈਪਟੈਂਸ ਚਾਹੀਦਾ ਹੈ ਤੁਹਾਨੂੰ। ਤੁਸੀਂ ਆਪਦਾ IELTS, TOEFL ਜਾਂ PT ਸਕੋਰ ਸਬਮਿਟ ਕਰ ਸਕਦੇ ਹੋ। ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਕਿ ਅਸੀਂ ਕੋਈ ਵੀ ਆਨਲਾਈਨ ਲੈਂਗੁਏਜ ਟੈਸਟ ਦਾ ਰਿਜ਼ਲਟ ਐਕਸੈਪਟ ਨਹੀਂ ਕਰ ਰਹੇ ਹਾਂ। ਜਿੱਦਾਂ ਕਿ ਡੂਓਲਿੰਗੋ ਹੋ ਗਿਆ ਜਾਂ IELTS ਇੰਡੀਕੇਟਰ ਹੈ, ਇਹ ਅਸੀਂ ਟੈਸਟ ਰਿਜ਼ਲਟਸ ਐਕਸੈਪਟ ਨਹੀਂ ਕਰ ਰਹੇ ਹਾਂ। ਤੀਜਾ ਤੁਸੀਂ ਆਪਦੇ ਡਾਕੂਮੈਂਟਸ ਰਾਹੀਂ ਇਹ ਸ਼ੋਅ ਕਰਨਾ ਹੈ ਕਿ ਤੁਹਾਡੇ ਕੋਲ ਕੈਨੇਡਾ ਵਿੱਚ ਪਹਿਲੇ ਸਾਲ ਦੀ ਪੜ੍ਹਾਈ, ਰਹਿਣ ਵਾਸਤੇ, ਟਰਾਂਸਪੋਰਟ ਵਾਸਤੇ ਲਿਕੁਇਡ ਫੰਡਸ ਨੇ ਤੇ ਨਾਲ ਤੁਸੀਂ ਐਕਸਪਲੇਨੇਸ਼ਨ ਦੇਣੀ ਹੈ। ਇਹ ਪ੍ਰੂਫ ਰਾਹੀਂ ਸ਼ੋਅ ਕਰਨਾ ਹੈ ਕਿ ਬਾਕੀ ਜਿਹੜੇ ਸਾਲਾਂ ਦੀ ਪੜ੍ਹਾਈ ਹੈ, ਰਹਿਣ ਖਾਣ ਦਾ ਖਰਚਾ ਹੈ ਤੇ ਟਰਾਂਸਪੋਰਟ ਤੁਸੀਂ ਕਿੱਦਾਂ ਉਹ ਖਰਚਾ ਉਠਾਓਗੇ ਕੈਨੇਡਾ 'ਚ ਕੰਮ ਕਰਨ ਤੋਂ ਬਗੈਰ। ਚੌਥਾ ਤੁਸੀਂ ਆਪਦੀ ਸਭ ਤੋਂ ਲੇਟੈਸਟ ਪੜ੍ਹਾਈ ਦੀਆਂ ਟਰਾਂਸਕ੍ਰਿਪਟ ਸਬਮਿਟ ਕਰਨੀਆਂ ਨੇ। ਤੇ ਛਠਾ ਜਿਹੜੇ ਵੀ ਸਟੂਡੈਂਟਸ ਕਿਊਬੈਕ 'ਚ ਪੜ੍ਹਾਈ ਕਰਨਾ ਚਾਹੁੰਦੇ ਆ ਉਹਨਾਂ ਨੂੰ ਇੱਕ CAQ ਦੀ ਲੋੜ ਪੈਣੀ ਹੈ। ਐਡਮਿਸਿਬਿਲਿਟੀ ਦੀ ਅਸੈਸਮੈਂਟ ਸੈਕੰਡ ਸਟੇਜ ਤੇ ਹੁੰਦੀ ਹੈ। ਇਹ ਅਪਰੂਵਲ ਇਨ ਪ੍ਰਿੰਸੀਪਲ AIP ਤੋਂ ਬਾਅਦ ਹੁੰਦੀ ਹੈ ਤੇ ਵੀਜ਼ਾ ਇਸ਼ੂ ਹੋਣ ਤੋਂ ਪਹਿਲਾਂ ਹੁੰਦੀ ਹੈ। ਐਡਮਿਸਿਬਿਲਿਟੀ ਅਸੈਸਮੈਂਟ ਦਾ ਮਤਲਬ ਇਹ ਹੈ ਕਿ ਤੁਸੀਂ ਆਪਦੇ ਸਾਨੂੰ ਬਾਇਓਮੈਟ੍ਰਿਕਸ ਪ੍ਰੋਵਾਈਡ ਕਰਨੇ ਨੇ।
ਦੂਜਾ ਆਪਣਾ ਇਮੀਗ੍ਰੇਸ਼ਨ ਮੈਡੀਕਲ ਐਗਜ਼ਾਮ ਤੁਸੀਂ ਪੂਰਾ ਕਰਨਾ ਹੈ। ਤੀਜਾ ਸਾਰੇ ਸਵਾਲਾਂ ਦਾ ਜਵਾਬ ਤੁਸੀਂ ਸਹੀ ਤੇ ਸੱਚਾਈ ਨਾਲ ਦੇਣਾ ਹੈ। ਜਿਹਦੇ ਵਿੱਚ ਤੁਹਾਡੇ ਪਿਛਲੇ ਵੀਜ਼ਾ ਰਿਫਿਊਜ਼ਲਸ ਬਾਰੇ ਤੁਸੀਂ ਦੱਸਣਾ ਹੈ ਤੇ ਪਿਛਲੇ 10 ਸਾਲਾਂ ਦੀ ਤੁਹਾਡੀ ਜਿਹੜੀ ਵੀ ਬੈਕਗਰਾਉਂਡ ਹਿਸਟਰੀ ਹੈ, ਉਹਦੇ ਬਾਰੇ ਤੁਸੀਂ ਸਾਨੂੰ ਸੱਚਾਈ ਨਾਲ ਦੱਸਣਾ ਹੈ। ਜੇ ਤੁਹਾਡੀ ਕੋਈ ਪੁਰਾਣੀ ਕ੍ਰਿਮੀਨਲ ਹਿਸਟਰੀ ਹੈ ਜਾਂ ਤੁਸੀਂ ਕਦੇ ਅਰੈਸਟ ਕੀਤੇ ਗਏ ਹੋ, ਉਹਦੇ ਬਾਰੇ ਵੀ ਤੁਹਾਨੂੰ ਆਪਦੀ ਐਪਲੀਕੇਸ਼ਨ 'ਚ ਦੱਸਣਾ ਪੈਣਾ ਹੈ। ਚੌਥਾ ਇਹ ਹੈ ਕਿ ਤੁਸੀਂ ਸਿਰਫ ਸੱਚੇ ਤੇ ਆਥੈਂਟਿਕ ਡਾਕੂਮੈਂਟ ਸਾਨੂੰ ਸਬਮਿਟ ਕਰਨੇ ਨੇ। ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਐਸਡੀਐਸ ਕੈਟਾਗਰੀ ਦੇ ਵਿੱਚ ਜਿਹੜੇ ਡਾਕੂਮੈਂਟਸ ਦੀ ਰਿਕੁਆਇਰਮੈਂਟ ਹੈ, ਉਹਦੇ 'ਚ ਕੋਈ ਬਦਲਾਵ ਨਹੀਂ ਆਇਆ ਹੈ। ਜੇ ਤੁਸੀਂ ਅੱਜ ਦੇ ਹਾਲਾਤ ਕਰਕੇ ਕੋਈ ਵੀ ਰਿਕੁਆਇਰਡ ਜਿਹੜਾ ਡਾਕੂਮੈਂਟ ਹੈ ਉਹਨੂੰ ਸਬਮਿਟ ਜਮ੍ਹਾਂ ਨਹੀਂ ਕਰਾ ਸਕਦੇ, ਚਾਹੇ ਉਹ ਤੁਹਾਡਾ ਆਇਲਟਸ ਹੋਵੇ, ਚਾਹੇ ਤੁਹਾਡਾ ਮੈਡੀਕਲ ਹੋਵੇ ਜਾਂ ਤੁਹਾਡਾ ਜੀਆਈਸੀ ਹੋਵੇ, ਤਾਂ ਤੁਹਾਡੀ ਜਿਹੜੀ ਐਪਲੀਕੇਸ਼ਨ ਹੈ ਉਹ ਐਸਡੀਐਸ ਤੋਂ ਨਾਨ ਐਸਡੀਐਸ ਕੈਟਾਗਰੀ ਦੇ ਵਿੱਚ ਮੂਵ ਹੋ ਜਾਏਗੀ। ਬਹੁਤ ਸਾਰੇ ਜਿਹੜੇ ਸਟੂਡੈਂਟਸ ਕੈਨੇਡਾ ਵਿੱਚ ਕੰਮ ਕਰਨ ਵਾਸਤੇ ਸਾਨੂੰ ਕੁਐਸਚਨਸ ਪੁੱਛਦੇ ਨੇ, ਤੇ ਜਿਹੜਾ ਇਹ ਪੀਜੀਡਬਲਿਊਪੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੈਗਾ, ਉਹ ਸਟੂਡੈਂਟਸ ਵਾਸਤੇ ਇੰਨਾ ਮਹੱਤਵਪੂਰਨ, ਇੰਨਾ ਇੰਪੋਰਟੈਂਟ ਕਿਉਂ ਹੈ? ਉਹ ਇਸ ਕਰਕੇ ਹੈ ਕਿ ਜਿਹੜਾ ਵਰਕ ਐਕਸਪੀਰੀਅੰਸ ਦੇ ਨਾਲ ਤੁਹਾਨੂੰ ਇੱਕ ਮੌਕਾ ਮਿਲਦਾ ਹੈ ਆਪਦੀ ਲੈਂਗੁਏਜ ਸਕਿੱਲਸ ਨੂੰ ਵਧਾਉਣ ਦਾ। ਤੇ ਕੈਨੇਡਾ ਵਿੱਚ ਜਿਹੜੇ ਜੇ ਤੁਸੀਂ ਪੀਆਰ ਵਾਸਤੇ ਅਪਲਾਈ ਕਰਨਾ ਹੈ ਤਾਂ ਤੁਹਾਨੂੰ ਜਿਹੜੇ ਵਰਕ ਐਕਸਪੀਰੀਅੰਸ ਦੀ ਲੋੜ ਪੈਂਦੀ ਹੈ, ਉਹ ਪੀਜੀਡਬਲਿਊਪੀ ਤੁਹਾਨੂੰ ਪ੍ਰੋਵਾਈਡ ਕਰਾਉਂਦਾ ਹੈ। ਉਹਦੇ ਕਰਕੇ ਤੁਹਾਡਾ ਵਰਕ ਐਕਸਪੀਰੀਅੰਸ ਬਣਦਾ ਹੈ ਕੈਨੇਡਾ ਦੇ ਵਿੱਚ। ਜੇ ਕੈਨੇਡਾ ਵਿੱਚ ਪੜ੍ਹਾਈ ਤੇ ਕੰਮ ਕਰਨ ਤੋਂ ਬਾਅਦ ਤੁਸੀਂ ਆਪਦੀ ਕੰਟਰੀ ਵਾਪਸ ਵੀ ਆ ਜਾਂਦੇ ਹੋ, ਤਾਂ ਵੀ ਜਿਹੜਾ ਕੈਨੇਡਾ ਦਾ ਵਰਕ ਐਕਸਪੀਰੀਅੰਸ ਹੈ ਉਹ ਤੁਹਾਡੀ ਸਕਿੱਲਸ, ਤੁਹਾਡੀ ਨੌਲੇਜ ਵਧਾਉਣ ਵਾਸਤੇ ਬਹੁਤ ਜ਼ਿਆਦਾ ਮਦਦ ਕਰਦਾ ਹੈ। 3 ਸਾਲਾਂ ਦੇ ਪੀਜੀਡਬਲਿਊਪੀ ਵਾਸਤੇ ਤੁਹਾਨੂੰ ਇੱਕ ਐਲੀਜੀਬਲ ਪ੍ਰੋਗਰਾਮ ਦੇ ਵਿੱਚ ਘੱਟੋ ਘੱਟ 2 ਸਾਲ ਦੀ ਪੋਸਟ ਸੈਕੰਡਰੀ ਪੜ੍ਹਾਈ ਦੀ ਲੋੜ ਹੁੰਦੀ ਹੈ। ਤੁਸੀਂ ਇੱਕ ਤੋਂ ਜ਼ਿਆਦਾ ਪ੍ਰੋਗਰਾਮਸ ਨੂੰ ਕੰਬਾਈਨ ਵੀ ਕਰ ਸਕਦੇ ਹੋ ਜੇ ਤੁਹਾਡੇ ਸਾਰੇ ਪ੍ਰੋਗਰਾਮਸ ਪੀਜੀਡਬਲਿਊਪੀ ਵਾਸਤੇ ਐਲੀਜੀਬਲ ਨੇ ਤੇ ਘੱਟੋ ਘੱਟ 8 ਮਹੀਨੇ ਦੇ ਕੋਰਸ। ਇਹ ਸੈਕਸ਼ਨ ਉਹਨਾਂ ਸਟੂਡੈਂਟਸ ਵਾਸਤੇ ਹੈ ਜਿਹੜਾ ਆਲਰੇਡੀ ਕੈਨੇਡਾ ਦੇ ਵਿੱਚ ਹੈਗੇ ਨੇ। ਜੇ ਕਿਸੇ ਸਟੂਡੈਂਟ ਨੂੰ ਆਪਦਾ ਪ੍ਰੋਗਰਾਮ ਫੁੱਲ ਟਾਈਮ ਤੋਂ ਪਾਰਟ ਟਾਈਮ ਸ਼ਿਫਟ ਕਰਨਾ ਪੈ ਗਿਆ ਹੈ ਜਾਂ ਉਹਦੀ ਪੜ੍ਹਾਈ ਦੇ ਵਿੱਚ ਕੋਈ ਰੁਕਾਵਟ ਆ ਗਈ ਹੈ, ਤੇ ਉਹ ਆਪਦਾ ਕੰਮ ਕੰਟੀਨਿਊ ਕਰ ਸਕਦੇ ਨੇ ਜੇ ਉਹ ਕੋਵਿਡ-19 ਤੋਂ ਪਹਿਲਾਂ ਫੁੱਲ ਟਾਈਮ ਸਟੂਡੈਂਟ ਸੀਗੇ ਤੇ ਔਨ ਜਾਂ ਆਫ ਕੈਂਪਸ ਕੰਮ ਕਰਨ ਦੇ ਲਈ ਆਥੋਰਾਈਜ਼ ਸੀਗੇ। ਐਕੈਡੈਮਿਕ ਸੈਸ਼ਨ ਦੇ ਦੌਰਾਨ ਜਿਹੜਾ ਆਫ ਕੈਂਪਸ ਕੰਮ ਕਰਨ ਦੀ ਲਿਮਿਟ ਹੈ ਉਹ ਹਫਤੇ ਵਿੱਚ 20 ਘੰਟਿਆਂ ਦੀ ਹੈਗੀ ਹੈ, ਤੇ ਐਕੈਡੈਮਿਕ ਬ੍ਰੇਕਸ ਦੇ ਦੌਰਾਨ ਤੁਸੀਂ ਫੁੱਲ ਟਾਈਮ ਕੰਮ ਕਰ ਸਕਦੇ ਹੋ। ਜਿਹੜੇ ਸਟੂਡੈਂਟਸ ਕੈਨੇਡਾ ਦੇ ਵਿੱਚ ਨਹੀਂ ਹੈਗੇ ਆ, ਉਹ ਸਾਨੂੰ ਅਕਸਰ ਇਹ ਸਵਾਲ ਪੁੱਛਦੇ ਆ ਕਿ ਅਸੀਂ ਕੈਨੇਡਾ ਜਾ ਕੇ ਆਨਲਾਈਨ ਪੜ੍ਹਾਈ ਕਰਦੇ ਹੋਏ ਕੀ ਹਫਤੇ 'ਚ 20 ਘੰਟੇ ਕੰਮ ਕਰ ਸਕਦੇ ਹਾਂ? ਤੇ ਇਹਦਾ ਜਵਾਬ ਹੈ ਨਹੀਂ। ਅਸੀਂ ਇਹ ਆਲਰੇਡੀ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਕਿ ਜੇ ਤੁਸੀਂ ਆਨਲਾਈਨ ਕਲਾਸਿਸ ਅਟੈਂਡ ਕਰਨੀਆਂ ਨੇ ਤੇ ਕੈਨੇਡਾ ਦੇ ਵਿੱਚ ਇਸ ਟਾਈਮ ਤੁਸੀਂ ਟਰੈਵਲ ਨਹੀਂ ਕਰ ਸਕਦੇ। ਕੈਨੇਡਾ ਦੇ ਵਿੱਚ ਟਰੈਵਲ ਕਰਨ ਵਾਸਤੇ ਤੁਹਾਡੀ ਵਿਅਕਤੀਗਤ ਤੌਰ ਤੇ ਇਨ ਪਰਸਨ ਕਲਾਸਿਸ ਵਾਸਤੇ ਕੈਨੇਡਾ ਦੀ ਲੋੜ ਹੋਣੀ ਚਾਹੀਦੀ ਹੈ। ਤੇ ਇਸ ਟਾਈਮ ਤੇ ਕੈਨੇਡਾ ਸਿਰਫ ਉਹੀ ਸਟੂਡੈਂਟਸ ਟਰੈਵਲ ਕਰ ਸਕਦੇ ਨੇ ਜਿਨ੍ਹਾਂ ਦਾ ਸਟੱਡੀ ਪਰਮਿਟ 18 ਮਾਰਚ 2020 ਨੂੰ ਜਾਂ ਉਸ ਤੋਂ ਪਹਿਲਾਂ ਇਸ਼ੂ ਹੋਇਆ ਸੀ। ਇਸ ਸਲਾਈਡ ਦੇ ਵਿੱਚ ਅਸੀਂ ਪੀਜੀਡਬਲਿਊਪੀ ਦੇ ਨਵੇਂ ਇੰਟਰੋਡਿਊਸ ਹੋਏ ਰੂਲਸ ਬਾਰੇ ਡਿਸਕਸ ਕਰਾਂਗੇ। ਜੇ ਤੁਸੀਂ ਇਸ ਟਾਈਮ ਤੇ ਕੈਨੇਡਾ ਟਰੈਵਲ ਨਹੀਂ ਕਰ ਸਕਦੇ ਤਾਂ ਤੁਹਾਡੀ ਆਨਲਾਈਨ ਕੀਤੀ ਹੋਈ ਪੜ੍ਹਾਈ ਤੁਹਾਡੇ ਪੀਜੀਡਬਲਿਊਪੀ ਵਾਸਤੇ ਕਾਊਂਟ ਹੋਊਗੀ ਜੇ ਤੁਹਾਡੇ ਕੋਲ ਆਲਰੇਡੀ ਸਟੱਡੀ ਪਰਮਿਟ ਹੈਗਾ, ਜਾਂ ਤੁਸੀਂ ਸਟੱਡੀ ਪਰਮਿਟ ਵਾਸਤੇ ਅਪਰੂਵ ਹੋ ਚੁੱਕੇ ਹੋ, ਜਾਂ ਫਿਰ ਤੁਸੀਂ ਜਨਵਰੀ 2021 ਦੇ ਵਿੱਚ ਆਪਣੀ ਪੜ੍ਹਾਈ ਸ਼ੁਰੂ ਕਰਨ ਤੋਂ ਪਹਿਲਾਂ ਆਪਣਾ ਸਟੱਡੀ ਪਰਮਿਟ ਅਪਲਾਈ ਕਰੋਗੇ। ਜੇ ਤੁਸੀਂ ਇਹਨਾਂ ਸਿਚੁਏਸ਼ਨਸ ਦੇ ਵਿੱਚ ਫਾਲ ਕਰਦੇ ਹੋ ਤੇ ਤੁਸੀਂ ਆਪਣਾ 100% 100% ਸਟੱਡੀ ਪ੍ਰੋਗਰਾਮ ਆਨਲਾਈਨ ਕਰ ਸਕਦੇ ਹੋ। ਜੇ ਤੁਹਾਡੇ ਪ੍ਰੋਗਰਾਮ ਦੀ ਲੰਬਾਈ 8 ਤੋਂ 12 ਮਹੀਨੇ ਦੇ ਵਿੱਚ ਹੈ ਤੇ ਤੁਸੀਂ ਆਪਦਾ ਸਟੱਡੀ ਪ੍ਰੋਗਰਾਮ ਮਈ ਜਾਂ ਸਤੰਬਰ 2020 ਦੇ ਵਿੱਚ ਸ਼ੁਰੂ ਕੀਤਾ ਹੈ, ਅਪ੍ਰੈਲ 30 2021 ਤੱਕ ਤੁਸੀਂ ਆਪਦਾ 50% ਤੱਕ ਸਟੱਡੀ ਪ੍ਰੋਗਰਾਮ ਆਨਲਾਈਨ ਕੰਪਲੀਟ ਕਰ ਸਕਦੇ ਹੋ। ਜੇਕਰ ਕਿ ਤੁਸੀਂ ਆਪਦਾ ਬਾਕੀ ਬਚਿਆ ਹੋਇਆ 50% ਪ੍ਰੋਗਰਾਮ ਕੈਨੇਡਾ ਦੇ ਵਿੱਚ ਇਨ ਪਰਸਨ ਕੰਪਲੀਟ ਕਰਦੇ ਹੋ। ਇਹਦੇ ਨਾਲ ਤੁਸੀਂ ਅਪ੍ਰੈਲ 30 2021 ਤੱਕ ਆਪਣਾ 50% ਪ੍ਰੋਗਰਾਮ ਕੈਨੇਡਾ ਤੋਂ ਬਾਹਰ ਆਨਲਾਈਨ ਕਰ ਸਕਦੇ ਹੋ। ਜੇ ਤੁਸੀਂ 2 ਸਾਲਾਂ ਦੇ ਅੰਦਰ 2 ਅਲੱਗ-ਅਲੱਗ ਪ੍ਰੋਗਰਾਮ ਤੋਂ ਗ੍ਰੈਜੂਏਟ ਕਰਦੇ ਹੋ ਤੇ ਹਰ ਇੱਕ ਪ੍ਰੋਗਰਾਮ ਦੀ ਲੈਂਥ ਘੱਟੋ ਘੱਟ 8 ਮਹੀਨੇ ਦੀ ਹੈਗੀ ਹੈ, ਤੇ
ਘੱਟੋ ਘੱਟ ਇੱਕ ਪ੍ਰੋਗਰਾਮ ਮਈ ਤੇ ਸਤੰਬਰ 2020 ਦੇ ਵਿੱਚ ਸ਼ੁਰੂ ਹੋਇਆ ਹੈ ਤੇ ਦੋਨਾਂ ਪ੍ਰੋਗਰਾਮਸ ਨੂੰ ਕੰਬਾਈਨ ਕਰਕੇ ਤੁਸੀਂ ਐਟਲੀਸਟ 50% ਪੜ੍ਹਾਈ ਕੈਨੇਡਾ ਦੇ ਵਿੱਚ ਕਰਦੇ ਹੋ। ਇਹਦਾ ਮਤਲਬ ਇਹ ਹੈ ਕਿ ਤੁਸੀਂ 1 ਸਾਲ ਦਾ ਪ੍ਰੋਗਰਾਮ ਕੈਨੇਡਾ ਤੋਂ ਬਾਹਰ ਆਨਲਾਈਨ ਕਰ ਸਕਦੇ ਹੋ ਤੇ 1 ਸਾਲ ਦਾ ਪ੍ਰੋਗਰਾਮ ਕੈਨੇਡਾ ਦੇ ਵਿੱਚ ਜਾ ਕੇ ਕੰਪਲੀਟ ਕਰ ਸਕਦੇ ਹੋ ਤੇ ਇਹ ਦੋਵੇਂ ਪ੍ਰੋਗਰਾਮਸ ਤੁਹਾਨੂੰ ਜਿਹੜੀ PGWP ਵਾਸਤੇ ਮੈਕਸਿਮਮ ਐਲੀਜੀਬਿਲਿਟੀ ਹੈ ਉਹ ਪ੍ਰੋਵਾਈਡ ਕਰਨਗੇ। ਜੇ ਤੁਸੀਂ ਕੈਨੇਡਾ ਦੇ ਵਿੱਚ ਪੜ੍ਹਾਈ ਤੇ ਕੰਮ ਕਰਦੇ ਹੋ ਤੇ ਤੁਸੀਂ ਅੱਗੇ ਜਾ ਕੇ ਕੈਨੇਡਾ ਦੀ ਪਰਮਨੈਂਟ ਰੈਜ਼ੀਡੈਂਸੀ ਵਾਸਤੇ ਅਪਲਾਈ ਕਰ ਸਕਦੇ ਹੋ। ਇਹਦੇ ਵਾਸਤੇ ਤੁਹਾਨੂੰ ਆਪਣੀ ਪ੍ਰੋਫਾਈਲ ਐਕਸਪ੍ਰੈਸ ਐਂਟਰੀ ਆਨਲਾਈਨ ਸਿਸਟਮ ਦੇ ਵਿੱਚ ਬਣਾਉਣੀ ਪੈਣੀ ਹੈ। ਇਹਦੇ ਨਾਲ ਤੁਹਾਨੂੰ ਇਹ ਪਤਾ ਲੱਗੇਗਾ ਕਿ ਤੁਹਾਡੇ ਪੜ੍ਹਾਈ ਵਰਕ ਐਕਸਪੀਰੀਅੰਸ ਜਾਂ ਤੁਹਾਡੀ ਇੰਗਲਿਸ਼ ਜਾਂ ਫ੍ਰੈਂਚ ਬੋਲਣ ਦੇ ਸ਼ਮਤਾ ਦੇ ਆਧਾਰ ਤੇ ਤੁਹਾਡੇ ਕਿੰਨੇ ਕੰਪਰੀਹੈਂਸਿਵ ਰੈਂਕਿੰਗ ਪੁਆਇੰਟਸ ਬਣਦੇ ਨੇ। ਜਿਹੜੇ ਕੈਂਡੀਡੇਟਸ ਦੇ ਵੱਧ ਤੋਂ ਵੱਧ ਪੁਆਇੰਟਸ ਹੁੰਦੇ ਨੇ ਉਹਨਾਂ ਨੂੰ IRCC ਪਰਮਨੈਂਟ ਰੈਜ਼ੀਡੈਂਸੀ ਵਾਸਤੇ ਅਪਲਾਈ ਕਰਨ ਲਈ ਇਨਵਾਈਟ ਕਰਦੀ ਹੈ। ਤੁਹਾਡੇ ਕੋਲ ਪਰਮਨੈਂਟਲੀ ਕੈਨੇਡਾ ਇਮੀਗ੍ਰੇਟ ਕਰਨ ਵਾਸਤੇ ਹੋਰ ਵੀ ਤਰੀਕੇ ਨੇ ਜਿੱਦਾਂ ਕਿ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮਸ ਨੇ ਤੇ ਐਟਲਾਂਟਿਕ ਇਮੀਗ੍ਰੇਸ਼ਨ ਪਾਇਲਟ। ਹੁਣ ਅਸੀਂ ਇਸ ਸਲਾਈਡ 'ਚ ਇਹ ਦੇਖਾਂਗੇ ਕਿ ਕੈਨੇਡਾ ਦੀ ਹਵਾਈ ਯਾਤਰਾ ਕਰਨ ਤੋਂ ਪਹਿਲਾਂ ਤੁਸੀਂ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਹੈ। ਸਭ ਤੋਂ ਪਹਿਲਾਂ ਤੁਹਾਨੂੰ ਚਾਹੀਦਾ ਹੋਏਗਾ ਆਪਣਾ ਪਾਸਪੋਰਟ। ਦੂਜਾ ਉਹਦੇ ਨਾਲ ਤੁਹਾਨੂੰ ਚਾਹੀਦਾ ਹੈ 18 ਮਾਰਚ 2020 ਨੂੰ ਜਾਂ ਉਸ ਤੋਂ ਪਹਿਲਾਂ ਇਸ਼ੂ ਹੋਇਆ ਸਟੱਡੀ ਪਰਮਿਟ ਜਾਂ ਪੋਰਟ ਆਫ ਐਂਟਰੀ ਲੈਟਰ। ਤੀਜਾ ਤੁਹਾਨੂੰ ਚਾਹੀਦੇ ਨੇ ਉਹ ਡਾਕੂਮੈਂਟਸ ਜਿਹੜਾ ਇਹ ਦਰਸਾਉਣ ਕਿ ਕੈਨੇਡਾ ਜਾਣ ਵਾਸਤੇ ਤੁਹਾਡੀ ਐਸੈਂਸ਼ੀਅਲ ਲੋੜ ਹੈ, ਤੁਹਾਡੀ ਨੀਡ ਹੈ। ਇਹ ਡਾਕੂਮੈਂਟਸ ਤੁਸੀਂ ਆਪਦੇ ਇਕੱਠੇ ਕਰਨੇ ਹੈ ਤੇ 에ਅਰਲਾਈਨ ਨੂੰ ਬੋਰਡਿੰਗ ਦੇ ਟਾਈਮ ਤੇ ਦਿਖਾਣੇ ਹੈ। ਫਲਾਈਟ ਬੋਰਡ ਕਰਨ ਤੋਂ ਪਹਿਲਾਂ ਤੁਹਾਡਾ 에ਅਰਲਾਈਨ ਵੱਲੋਂ ਇੱਕ ਹੈਲਥ ਚੈੱਕਅਪ ਕੀਤਾ ਜਾਏਗਾ। ਜੇ ਤੁਹਾਨੂੰ COVID-19 ਦੇ ਕੋਈ ਵੀ ਸਿੰਪਟਮਸ ਨੇ ਤੇ ਤੁਹਾਨੂੰ ਫਲਾਈਟ ਬੋਰਡ ਨਹੀਂ ਕਰਨ ਦਿੱਤੀ ਜਾਊਗੀ। ਜੇ ਤੁਸੀਂ ਫਲਾਈਟ ਬੋਰਡ ਕਰਕੇ ਕੈਨੇਡਾ ਆਉਂਦੇ ਹੋ ਤਾਂ ਕੈਨੇਡਾ ਲੈਂਡ ਕਰਨ ਤੇ ਤੁਹਾਨੂੰ ਇੱਕ ਨਾਨ ਮੈਡੀਕਲ ਮਾਸਕ ਜਾਂ ਫੇਸ ਕਵਰਿੰਗ ਪਾਉਣੀ ਜ਼ਰੂਰੀ ਹੈ। ਜਦੋਂ ਤੁਸੀਂ ਕੈਨੇਡਾ ਪਹੁੰਚਦੇ ਹੋ ਤੇ ਤੁਹਾਡਾ ਇੱਕ ਹੈਲਥ ਚੈੱਕਅਪ ਕੀਤਾ ਜਾਏਗਾ। ਇਹ ਸਾਰੇ ਪੈਸੇਂਜਰਸ ਵਾਸਤੇ ਜ਼ਰੂਰੀ ਹੈ ਕਿ ਉਹ ਕੈਨੇਡਾ ਪਹੁੰਚਣ ਦੇ ਘੱਟੋ ਘੱਟ 14 ਦਿਨਾਂ ਦਾ ਸੈਲਫ ਕੁਆਰੰਟੀਨ ਕਰਨ। ਇਹਦਾ ਮਤਲਬ ਇਹ ਹੈ ਕਿ ਤੁਹਾਡੇ ਕੋਲ ਸਭ ਤੋਂ ਪਹਿਲਾਂ ਇੱਕ 14 ਦਿਨਾਂ ਦਾ ਕੁਆਰੰਟੀਨ ਪਲਾਨ ਹੋਣਾ ਚਾਹੀਦਾ ਹੈ ਜੋ ਬਹੁਤ ਜ਼ਰੂਰੀ ਹੈ। ਤੁਹਾਨੂੰ 에ਅਰਪੋਰਟ ਤੇ ਇਸ ਚੀਜ਼ ਦਾ ਵਿਸ਼ਵਾਸ ਦਿਲਾਉਣਾ ਪੈਣਾ ਹੈ ਕਿ ਤੁਹਾਡੇ 14 ਦਿਨਾਂ ਵਾਸਤੇ ਕੁਆਰੰਟੀਨ ਕਰਨ ਲਈ ਤੁਹਾਡੇ ਕੋਲ ਇੱਕ ਜਗ੍ਹਾ ਹੈਗੀ ਹੈ ਤੇ ਉਸ ਜਗ੍ਹਾ ਤੇ ਜੇ ਹੋਰ ਲੋਕੀ ਰਹਿੰਦੇ ਨੇ ਤੇ ਤੁਸੀਂ ਕਿੱਦਾਂ ਉਹਨਾਂ ਤੋਂ ਅੱਡ ਰਹੋਗੇ। ਤੀਜਾ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਕੁਆਰੰਟੀਨ ਦੇ ਸਮੇਂ ਤੁਸੀਂ ਆਪਣਾ ਖਾਣ ਪੀਣ ਦਾ ਤੇ ਹੋਰ ਇੰਤਜ਼ਾਮ ਕਿੱਦਾਂ ਕਰੋਗੇ ਤਾਂ ਕਿ ਤੁਸੀਂ ਦੂਜੇ ਲੋਕਾਂ ਦੇ ਸੰਪਰਕ 'ਚ ਨਾ ਆਓ। ਸਾਡੀ ਤੁਹਾਡੇ ਸਾਰਿਆਂ ਨੂੰ ਇੱਕ ਬੇਨਤੀ ਹੈ ਕਿ ਤੁਸੀਂ ਬਿਨਾਂ ਕੁਆਰੰਟੀਨ ਪਲਾਨ ਦੇ ਕੈਨੇਡਾ ਦੀ ਯਾਤਰਾ ਨਾ ਕਰੋ। ਜੇ ਤੁਸੀਂ ਇਹਨਾਂ ਸ਼ਰਤਾਂ ਨੂੰ ਨਹੀਂ ਮੰਨਦੇ ਤਾਂ ਤੁਹਾਨੂੰ 7.5 ਲੱਖ ਕੈਨੇਡੀਅਨ ਡਾਲਰ ਤੱਕ ਦਾ ਫਾਈਨ ਹੋ ਸਕਦਾ ਹੈ। ਨਾਲ ਤੁਹਾਨੂੰ 6 ਮਹੀਨੇ ਦੀ ਸਜ਼ਾ ਹੋ ਸਕਦੀ ਹੈ ਤੇ 1 ਸਾਲ ਵਾਸਤੇ ਤੁਹਾਡੀ ਕੈਨੇਡਾ ਦੇ ਵਿੱਚ ਐਂਟਰੀ ਵੀ ਬੈਨ ਹੋ ਸਕਦੀ ਹੈ। ਹੁਣ ਅਸੀਂ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਬਾਰੇ ਗੱਲ ਕਰਾਂਗੇ ਤੇ ਉਹ ਹੈਗਾ ਇਮੀਗ੍ਰੇਸ਼ਨ ਫਰਾਡ। ਪੰਜਾਬ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਇਮੀਗ੍ਰੇਸ਼ਨ ਫਰਾਡ ਦੇਖਣ ਨੂੰ ਮਿਲਦਾ ਹੈ। ਅਸੀਂ ਬਹੁਤ ਵਾਰੀ ਅਖਬਾਰਾਂ 'ਚ ਦੇਖਦੇ ਨੇ ਕਿ ਨਿਊਜ਼ ਆਉਂਦੀ ਹੈ ਕਿ ਲੋਕਾਂ ਨੂੰ ਇਮੀਗ੍ਰੇਸ਼ਨ ਫਰਾਡ ਕਰਕੇ ਜਾਂ ਬਾਹਰ ਭੇਜਣ ਦਾ ਝਾਂਸਾ ਦੇ ਕੇ ਲੋਕੀ ਲੱਖਾਂ ਰੁਪਏ ਉਹਨਾਂ ਤੋਂ ਠੱਗ ਲੈਂਦੇ ਨੇ। ਬਹੁਤ ਸਾਰੇ ਅਸੀਂ ਇਮੀਗ੍ਰੇਸ਼ਨ ਏਜੰਟਸ ਦੀ ਐਡਸ ਦੇਖਦੇ ਨੇ ਜਿਹੜੀ ਮਿਸਲੀਡਿੰਗ ਹੁੰਦੀ ਹੈ, ਉਹਨਾਂ 'ਚ ਗਲਤ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਗਈ ਹੁੰਦੀ ਹੈ। ਤੇ ਇਹ ਸਲਾਈਡ ਦੇ ਰਾਹੀਂ ਅਸੀਂ ਤੁਹਾਨੂੰ ਇਹ ਦੱਸਣਾ ਚਾਹਾਂਗੇ ਕਿ ਤੁਸੀਂ ਕਿੱਦਾਂ ਆਪਣੇ ਆਪ ਨੂੰ ਇਮੀਗ੍ਰੇਸ਼ਨ ਫਰਾਡ ਤੋਂ ਬਚਾ ਸਕਦੇ ਹੋ, ਕਿੱਦਾਂ ਤੁਸੀਂ ਆਪਦਾ ਪੈਸਾ ਜਿਹੜਾ ਹੈਗਾ ਉਹਨੂੰ ਬਰਬਾਦ ਹੋਣ ਤੋਂ ਬਚਾ ਸਕਦੇ ਹੋ। ਸਭ ਤੋਂ ਪਹਿਲਾਂ ਜਿਹੜਾ ਜ਼ਰੂਰੀ ਹੈ ਉਹ ਹੈਗਾ ਤੁਹਾਡਾ ਆਪਣਾ ਬਚਾਓ। ਬਹੁਤ ਸਾਰੇ ਲੋਕੀ ਤੇ ਬਹੁਤ ਸਾਰੇ ਏਜੰਟਸ ਤੁਹਾਨੂੰ ਇਹ ਲਾਰੇ ਲਾਉਂਦੇ ਨੇ ਕਿ ਉਹ ਤੁਹਾਨੂੰ ਵੀਜ਼ਾ ਇਸ਼ੂ ਕਰਨਗੇ, ਉਹ ਤੁਹਾਨੂੰ ਗਾਰੰਟੀਡ ਵੀਜ਼ਾ ਦੇਣਗੇ। ਇਹ ਜਿੰਨੀਆਂ ਵੀ ਗੱਲਾਂ ਨੇ ਇਹ ਸਾਰੀਆਂ ਗੱਲਾਂ ਫਾਲਸ ਨੇ। ਤੁਸੀਂ ਇੱਕ ਗੱਲ ਤੁਹਾਨੂੰ ਸਮਝਣ ਦੀ ਬਹੁਤ ਜ਼ਰੂਰੀ ਲੋੜ ਹੈ ਕਿ ਕੋਈ ਵੀ ਇਨਸਾਨ, ਕੋਈ ਵੀ ਏਜੰਟ ਤੁਹਾਨੂੰ ਵੀਜ਼ਾ ਦੀ ਗਾਰੰਟੀ ਨਹੀਂ ਦੇ ਸਕਦਾ। ਵੀਜ਼ਾ ਦੀ ਜਿਹੜੀ ਅਸੈਸਮੈਂਟ ਹੁੰਦੀ ਹੈ ਉਹ ਹਰ ਫਾਈਲ ਦੇ ਡਾਕੂਮੈਂਟਸ ਦੇਖ ਕੇ ਹੁੰਦੀ ਹੈ ਤੇ ਉਹਨੂੰ ਇੱਕ ਮਾਈਗ੍ਰੇਸ਼ਨ ਆਫਿਸਰ ਉਹਦੀ ਅਸੈਸਮੈਂਟ ਕਰਦਾ ਹੈ।
ਕੋਈ ਵੀ ਏਜੰਟ ਜਾਂ ਕੋਈ ਵੀ ਇਨਸਾਨ ਜੇ ਤੁਹਾਨੂੰ ਇਹ ਕਹਿ ਰਿਹਾ ਹੈ ਕਿ ਉਹ ਤੁਹਾਨੂੰ ਗਾਰੰਟੀਡ ਵੀਜ਼ਾ ਦੇਗਾ, ਉਹ ਸਰਾਸਰ ਝੂਠ ਹੈ। ਉਹਨੂੰ ਤੁਸੀਂ ਵੀਜ਼ਾ ਕਰਕੇ ਪੈਸੇ ਨਾ ਦਿਓ, ਕਿਉਂਕਿ ਇਹ ਬਹੁਤ ਵੱਡਾ ਜਿਹੜਾ ਇਮੀਗ੍ਰੇਸ਼ਨ ਫਰਾਡ ਹੈਗਾ ਉਹ ਪੰਜਾਬ ਦੇ ਵਿੱਚ ਚੱਲਦਾ ਆ ਰਿਹਾ ਹੈ ਅੱਜਕੱਲ੍ਹ, ਜਿਹਦੇ ਬਾਰੇ ਅਸੀਂ ਰੋਜ਼ ਅਖਬਾਰਾਂ 'ਚ ਪੜ੍ਹਦੇ ਵੀ ਹਾਂ। ਦੂਜਾ ਹੈਗਾ ਹੈ ਫਰੋਡਲੈਂਟ ਵੈਬਸਾਈਟਸ ਤੇ ਈਮੇਲ ਦੇ ਸਕੈਮਸ। ਬਹੁਤ ਸਾਰੀ ਇਹੋ ਜਿਹੀ ਲੋਕਾਂ ਨੇ ਵੈਬਸਾਈਟਸ ਬਣਾਈਆਂ ਹੋਈਆਂ ਹੈ, ਜਿਹੜੀ ਵੇਖਣ ਨੂੰ ਇਦਾਂ ਲੱਗਦੀਆਂ ਹੈ ਕਿ ਉਹ ਗਵਰਨਮੈਂਟ ਆਫ ਕੈਨੇਡਾ ਦੀ ਵੈਬਸਾਈਟਸ ਨੇ। ਇਹੋ ਜਿਹੀਆਂ ਵੈਬਸਾਈਟਸ ਬਣਾਉਣੀਆਂ ਬਹੁਤ ਆਸਾਨ ਨੇ, ਬਟ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸਲ ਜਾਂ ਜਿਹੜੀ ਨਕਲੀ ਵੈਬਸਾਈਟ ਹੈ ਉਹਨਾਂ 'ਚ ਤੁਹਾਨੂੰ ਫ਼ਰਕ ਕਰਨਾ ਬਹੁਤ ਜ਼ਰੂਰੀ ਹੈ। ਈਮੇਲ ਦੇ ਰਾਹੀਂ ਬਹੁਤ ਸਾਰੇ ਲੋਕਾਂ ਨੂੰ ਇਹੋ ਜਿਹੇ ਆਫਰਸ ਆਉਂਦੇ ਨੇ, ਜਿਹਦੇ 'ਚ ਉਹਨਾਂ ਨੂੰ ਜੌਬ ਆਫਰਸ ਆਉਂਦੇ ਨੇ। ਉਹਨਾਂ ਨੂੰ ਇਹ ਕਹਿੰਦੇ ਨੇ ਕਿ ਜਿਹੜਾ ਈਮੇਲ ਭੇਜਣ ਵਾਲਾ ਜਿਹੜਾ ਵਿਅਕਤੀ ਹੈ ਉਹ ਕੈਨੇਡੀਅਨ ਐਮਬੈਸੀ ਦਾ EMPLOYEE ਹੈ ਜਾਂ ਗਵਰਨਮੈਂਟ ਆਫ ਕੈਨੇਡਾ ਦਾ EMPLOYEE ਹੈ, ਤੇ ਲੋਕਾਂ ਤੋਂ ਲੱਖਾਂ ਰੁਪਏ ਇਸੇ ਗੱਲ ਦੇ ਲੋਕੀ ਠੱਗ ਲੈਂਦੇ ਨੇ। ਤੁਸੀਂ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਕੋਈ ਵੀ ਕੈਨੇਡੀਅਨ ਐਮਬੈਸੀ ਦਾ ਜਾਂ ਕੋਈ ਵੀ ਗਵਰਨਮੈਂਟ ਆਫ ਕੈਨੇਡਾ ਦਾ EMPLOYEE ਤੁਹਾਨੂੰ ਈਮੇਲ ਰਾਹੀਂ ਜਾਂ ਅਦਰਵਾਈਜ਼ ਜੌਬ ਦਾ ਆਫਰ ਨਹੀਂ ਦੇਗਾ, ਤੇ ਨਾ ਹੀ ਤੁਹਾਨੂੰ ਕੋਈ ਪੈਸੇ ਡਿਪੋਜ਼ਿਟ ਕਰਨ ਦੇ ਆਪਦੇ ਅਕਾਊਂਟ ਦੇ ਵਿੱਚ ਈਮੇਲ ਭੇਜੇਗਾ। ਚੌਥਾ ਜਿਹੜਾ ਹੈਗਾ ਹੈ, ਉਹ ਹੈਗੇ ਹੈ ਜੀ ਟੈਲੀਫੋਨ ਸਕੈਮਸ। ਇਸ ਗੱਲ ਦਾ ਵੀ ਤੁਸੀਂ ਖਾਸ ਖਿਆਲ ਰੱਖਣਾ ਹੈ ਕਿ ਕੋਈ ਵੀ ਗਵਰਨਮੈਂਟ ਆਫ ਕੈਨੇਡਾ ਦਾ EMPLOYEE ਜਾਂ ਕੈਨੇਡੀਅਨ ਐਮਬੈਸੀ ਦਾ EMPLOYEE ਇੰਡੀਆ ਦੇ ਵਿੱਚ ਤੁਹਾਨੂੰ ਟੈਲੀਫੋਨ ਦੇ ਰਾਹੀਂ ਕੋਈ ਜੌਬ ਆਫਰ ਨਹੀਂ ਦੇਗਾ, ਤੇ ਨਾ ਹੀ ਤੁਹਾਨੂੰ ਕਿਸੇ ਵੀ ਅਕਾਊਂਟ 'ਚ ਪੈਸੇ ਜਮ੍ਹਾਂ ਕਰਾਉਣ ਵਾਸਤੇ ਕਹੇਗਾ। ਪੰਜਵਾਂ ਜਿਹੜਾ ਬਹੁਤ ਇੰਪੋਰਟੈਂਟ ਇਸ਼ੂ ਹੈਗਾ, ਉਹ ਹੈਗਾ ਆਥੋਰਾਈਜ਼ਡ ਏਜੰਟਸ ਦਾ। ਅਸੀਂ ਹਮੇਸ਼ਾ ਸਾਰੇ ਐਪਲੀਕੈਂਟਸ ਨੂੰ ਕਹਿੰਦੇ ਹਾਂ ਕਿ ਤੁਹਾਨੂੰ ਆਪਦੀ ਐਪਲੀਕੇਸ਼ਨ ਸਬਮਿਟ ਕਰਨ ਵਾਸਤੇ ਇੱਕ ਏਜੰਟ ਦੀ ਲੋੜ ਨਹੀਂ ਹੈ, ਇੱਕ ਰਿਪਰੈਜ਼ੈਂਟੇਟਿਵ ਦੀ ਲੋੜ ਨਹੀਂ ਹੈ। ਬਟ ਜੇਕਰ ਕਿ ਤੁਹਾਨੂੰ ਇਹ ਲੋੜ ਫੀਲ ਹੁੰਦੀ ਹੈ, ਤੁਹਾਨੂੰ ਲੱਗਦਾ ਹੈ ਕਿ ਮੈਨੂੰ ਆਪਦੀ ਐਪਲੀਕੇਸ਼ਨ ਸਬਮਿਟ ਕਰਨ ਵਾਸਤੇ ਮਦਦ ਦੀ ਲੋੜ ਹੈ, ਤਾਂ ਜਿਹੜੇ ਰਿਪਰੈਜ਼ੈਂਟੇਟਿਵਸ ਨੇ ਉਹ ਦੋ ਤਰੀਕੇ ਦੇ ਹੁੰਦੇ ਆ। ਜਿਹੜਾ ਪਹਿਲਾ ਹੈਗਾ ਉਹ ਹੈਗੇ ਅਨਪੇਡ ਰਿਪਰੈਜ਼ੈਂਟੇਟਿਵਸ, ਜਿੱਦਾਂ ਕਿ ਤੁਹਾਡੀ ਫੈਮਿਲੀ ਦੇ ਮੈਂਬਰਸ ਹੋ ਗਏ, ਤੁਹਾਡੇ ਫਰੈਂਡਸ ਹੋ ਗਏ, ਤੁਹਾਡੇ ਰਿਸ਼ਤੇਦਾਰ ਹੋ ਗਏ। ਉਹ ਤੁਹਾਨੂੰ ਬਿਨਾਂ ਕੋਈ ਪੈਸਾ ਲਏ ਤੁਹਾਡੀ ਇਮੀਗ੍ਰੇਸ਼ਨ, ਤੁਹਾਡੀ ਐਪਲੀਕੇਸ਼ਨ ਦੇ ਵਿੱਚ ਹੈਲਪ ਕਰ ਸਕਦੇ ਨੇ, ਤੇ ਉਹ ਬਿਲਕੁਲ ਇੱਕ ਲੀਗਲ ਤਰੀਕਾ ਹੈ ਤੁਹਾਡੀ ਐਪਲੀਕੇਸ਼ਨ ਸਬਮਿਟ ਕਰਨ ਦਾ। ਦੂਜੇ ਹੁੰਦੇ ਹੈ ਪੇਡ ਰਿਪਰੈਜ਼ੈਂਟੇਟਿਵਸ। ਇਹ ਜਿਹੜੇ ਪੇਡ ਰਿਪਰੈਜ਼ੈਂਟੇਟਿਵਸ ਹੁੰਦੇ ਆ, ਇਹ ਕੈਨੇਡਾ ਸਰਕਾਰ ਦੀ ਨਜ਼ਰ ਵਿੱਚ ਸਿਰਫ 3 ਤਰੀਕੇ ਦੇ ਏਜੰਟਸ ਨੇ, ਜਿਹੜੇ ਤੁਹਾਨੂੰ ਲੀਗਲ ਤਰੀਕੇ ਨਾਲ ਇਮੀਗ੍ਰੇਸ਼ਨ ਵਾਸਤੇ ਚਾਰਜ ਕਰ ਸਕਦੇ ਨੇ, ਤੇ ਤੁਸੀਂ ਉਹਨਾਂ ਨੂੰ ਪੇ ਕਰ ਸਕਦੇ ਹੋ। ਇਹ 3 ਤਰੀਕੇ ਦੇ ਜਿਹੜੇ ਏਜੰਟਸ ਨੇ, ਸਭ ਤੋਂ ਪਹਿਲਾਂ ਨੇ ਜਿਹੜੇ ਕੈਨੇਡਾ ਦੇ ਵਿੱਚ ਕਿਸੇ ਵੀ ਲਾਅ ਸੁਸਾਇਟੀ ਦੇ ਮੈਂਬਰ ਨੇ, ਜਿਹੜੇ ਲਾਇਰਸ ਨੇ, ਉਹ ਤੁਹਾਨੂੰ ਇਮੀਗ੍ਰੇਸ਼ਨ ਵਾਸਤੇ ਚਾਰਜ ਕਰ ਸਕਦੇ ਆ। ਦੂਜਾ, ਕਿਊਬੈਕ ਦੇ ਵਿੱਚ ਜਿਹੜੇ ਚੇਂਬਰ ਆਫ ਨੋਟਰੀਜ਼ ਦੇ ਮੈਂਬਰ ਨੇ, ਉਹ ਤੁਹਾਡੀ ਇਮੀਗ੍ਰੇਸ਼ਨ ਵਾਸਤੇ ਪੈਸੇ ਲੈ ਕੇ ਮਦਦ ਕਰ ਸਕਦੇ ਹੈ। ਤੀਜੇ ਜਿਹੜੇ ਨੇ ਉਹ ਹੈਗੇ ICCRC, ਜਿਹੜੀ ਇਮੀਗ੍ਰੇਸ਼ਨ ਕੰਸਲਟੈਂਟਸ ਕੈਨੇਡਾ ਰੈਗੂਲੇਟਰੀ ਕਾਉਂਸਲ ਦੇ ਮੈਂਬਰ ਨੇ। ਸਿਰਫ ਉਹ ਤੁਹਾਡੀ ਲੀਗਲ ਤਰੀਕੇ ਨਾਲ ਇਮੀਗ੍ਰੇਸ਼ਨ ਦੇ ਵਾਸਤੇ ਹੈਲਪ ਕਰ ਸਕਦੇ ਨੇ। ਅਸੀਂ ਅਖਬਾਰਾਂ 'ਚ ਆਮ ਤੌਰ ਤੇ ਬਹੁਤ ਸਾਰੀ ਐਡਸ ਦੇਖਦੇ ਹਾਂ, ਜਿਹਦੇ 'ਚ ਏਜੰਟਸ ਤੁਹਾਨੂੰ ਕਹਿੰਦੇ ਨੇ ਕਿ ਉਹ ਪੰਜਾਬ ਸਰਕਾਰ ਤੋਂ ਅਪਰੂਵਡ ਨੇ ਜਾਂ ਉਹ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਤੋਂ ਅਪਰੂਵਡ ਨੇ। ਇਹ ਚਾਹੇ ਉਹ ਪੰਜਾਬ ਸਰਕਾਰ ਜਾਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਤੋਂ ਅਪਰੂਵਡ ਨੇ, ਬਟ ਕੈਨੇਡਾ ਸਰਕਾਰ ਦੀਆਂ ਨਜ਼ਰਾਂ 'ਚ ਉਹ ਅਪਰੂਵਡ ਨਹੀਂ ਨੇ, ਕਿਉਂਕਿ ਕੈਨੇਡਾ ਸਰਕਾਰ ਸਿਰਫ ਉਹੀ ਏਜੰਟਸ ਨੂੰ ਰੈਕਗਨਾਈਜ਼ ਕਰਦੀ ਹੈ ਜਿਹੜੇ ICCRC ਦੇ ਮੈਂਬਰਸ ਨੇ। ਤੇ ਇਹਦਾ ਤੁਹਾਨੂੰ ਇਹ ਫਾਇਦਾ ਮਿਲਦਾ ਹੈ ਕਿ ਜੇ ICCRC ਦਾ ਕੋਈ ਵੀ ਰਜਿਸਟਰਡ ਮੈਂਬਰ ਤੁਹਾਡੇ ਨਾਲ ਕੋਈ ਗਲਤ ਕਰਦਾ ਹੈ, ਤੇ ਉਹਦੀ ਕੰਪਲੇਂਟ ਤੁਸੀਂ ICCRC, ਜਿਹੜੀ ਇੱਕ ਰੈਗੂਲੇਟਰੀ ਬੋਡੀ ਹੈ, ਉਹਨੂੰ ਕਰ ਸਕਦੇ ਹੋ, ਤੇ ਉਹ ਉਸ ਕੰਪਲੇਂਟ ਦੇ ਖਿਲਾਫ ਐਕਸ਼ਨ ਲੈਂਦੇ ਨੇ। ਹੁਣ ਅੱਗੇ ਚੱਲਦੇ ਹਾਂ। ਸਾਡੇ ਨਾਲ ਅੱਜ ICCRC ਦੇ ਰਿਪਰੈਜ਼ੈਂਟੇਟਿਵਸ ਨੇ, ਜਿਹੜਾ ਤੁਹਾਨੂੰ ਇਸ ਬੋਡੀ ਦੇ ਬਾਰੇ ਹੋਰ ਇਨਫੋਰਮੇਸ਼ਨ ਦੇਣਗੇ। ਸਾਡੇ ਨਾਲ ਨੇ ਜਗਜੀਤਪਾਲ ਸਿੰਘ ਸੰਧੂ, ਜਿਹੜੇ ICCRC ਦੇ ਰਿਪਰੈਜ਼ੈਂਟੇਟਿਵ ਨੇ, ਤੇ ਹੋਰ ਤੁਹਾਨੂੰ ਇਸ ਬੋਡੀ ਬਾਰੇ ਹੋਰ ਦੱਸਣਗੇ। ਜਗਜੀਤ, ਇਟਸ ਓਵਰ ਟੂ ਯੂ ਨਾਓ ਪਲੀਜ਼। ਥੈਂਕ ਯੂ ਸ਼ਕੀ। ਉਹ ਸਾਰੇ ਜਣੇ ਮੈਨੂੰ ਸੁਣ ਸਕਦੇ ਨੇ। ਸਭ ਤੋਂ ਪਹਿਲਾਂ ਸਾਰੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ਕੀਲ ਨੇ ਬਹੁਤ ਹੀ ਵਿਸਥਾਰ ਨਾਲ ਸਾਰਾ ਕੁਝ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਦੇ ਬਾਰੇ ਦੱਸਿਆ। ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਆਪਣੀ ਕਿਸੇ ਤਰ੍ਹਾਂ ਦੀ ਫਾਈਲ ਇਮੀਗ੍ਰੇਸ਼ਨ ਪ੍ਰੈਜ਼ੈਂਟ ਕਰਨ ਤੋਂ ਪਹਿਲਾਂ ਇਹ ਮੇਕ ਸ਼ੋਰ ਕਰੋ ਕਿ ਤੁਹਾਡਾ ਰਿਪਰੈਜ਼ੈਂਟੇਟਿਵ ਜਿਹੜਾ ਉਹ ਆਥੋਰਾਈਜ਼ਡ ਹੈ ਕਿ ਨਹੀਂ ਹੈ। ਸ਼ਕੀਲ ਨੇ ਬੜੇ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਕੌਣ ਤੁਹਾਡੇ ਰਿਪਰੈਜ਼ੈਂਟੇਟਿਵ ਬਣ ਸਕਦੇ ਆ। ਮੈਂ ਖਾਸ ਕਰਕੇ ਹੁਣ ICCRC ਬਾਰੇ ਗੱਲ ਕਰੂੰਗਾ। ਮੈਂ ਤੇ ਮੇਰੇ ਨਾਲ ਮੇਰੇ ਸਾਥੀ ਨੂਰ ਜਿਨਾ ਵੀ ਨੇ।
ICCRC ਦੇ ਮੈਂਬਰ ਬਣਨ ਦੀ ਜਿਹੜੀ ਪ੍ਰਕਿਰਿਆ ਆ ਉਹ ਬਹੁਤ ਸਖਤ ਤੇ ਬਹੁਤ ਕਠੋਰ ਪ੍ਰਕਿਰਿਆ ਆ। ਅਸੀਂ ਹਰ ਵੇਲੇ ਸਰਕਾਰ ਦੀਆਂ ਨਜ਼ਰਾਂ ਦੇ ਹੇਠ ਰਹਿੰਦੇ ਆ। ਤੁਹਾਡੀ ਫਾਈਲ ਦੇ ਉੱਤੇ ਕਿਸੇ ਤਰ੍ਹਾਂ ਦੀ ਜੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ, ਤੁਸੀਂ ICCRC ਦੀ ਵੈਬਸਾਈਟ ਤੇ ਜਾ ਕੇ ਕਿਸੇ ਵੀ ਏਜੰਟ ਦੇ ਨਾਲ ਰਿਲੇਟਡ ਕੋਈ ਸ਼ਿਕਾਇਤ ਕਰ ਸਕਦੇ। ਸੋ ਸਭ ਤੋਂ ਪਹਿਲਾਂ ਜਦੋਂ ਤੁਸੀਂ ਕੋਈ ਵੀ ਆਪਣੀ ਫਾਈਲ ਕਿਸੇ ਵੀ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਨੂੰ ਦੇਣੀ ਹੈ, ਤੁਸੀਂ ਇਹ ਮੇਕ ਸ਼ੋਰ ਕਰਨਾ ਹੈ ਉਹ ਕੈਨੇਡਾ ਸਰਕਾਰ ਵੱਲੋਂ ਆਥੋਰਾਈਜ਼ਡ ਬੋਡੀ ਦਾ ਮੈਂਬਰ ਹੈ ਕਿ ਨਹੀਂ ਹੈ। ਉਹ ਬੋਡੀਜ਼ ਤੁਹਾਨੂੰ ਸ਼ਕੀਰ ਨੇ ਹੁਣੇ ਦੱਸੀਆਂ ਤਿੰਨ, ਲਾਇਰਸ, ਨੋਟਰੀਜ਼ ਐਂਡ ICCRC ਮੈਂਬਰਸ। ICCRC ਦੀ ਵੈਬਸਾਈਟ ਤੁਹਾਡੇ ਸਾਹਮਣੇ ਸਕਰੀਨ ਦੇ ਉੱਤੇ ਇਸ ਵੇਲੇ ਹੈ। ਉਹ ਵੈਬਸਾਈਟ ਤੇ ਜਾ ਕੇ ਤੇ ਬੜਾ ਕਲੀਅਰਲੀ ਦਿੱਤਾ ਹੋਇਆ ਕਿ ਤੁਸੀਂ ਆਪਣੇ ਏਜੰਟ ਦਾ ਨਾਮ ਪਾ ਕੇ, ਉਹਦਾ ਐਡਰੈਸ ਪਾ ਕੇ, ਉਹਦਾ ਫੋਨ ਨੰਬਰ ਪਾ ਕੇ ਚੈੱਕ ਕਰ ਸਕਦੇ ਹੋ ਕਿ ਉਹ ਕੀ ਉਹ ਯੋਗ ਹੈ ਤੁਹਾਨੂੰ ਰਿਪਰੈਜ਼ੈਂਟ ਕਰਨ ਦੇ ਲਈ ਕਿ ਨਹੀਂ। ਸਭ ਤੋਂ ਜ਼ਿਆਦਾ ਜ਼ਰੂਰੀ ਜਿਹੜੀ ਸ਼ਕੀਰ ਨੇ ਗੱਲ ਕੀਤੀ, ਤੁਹਾਨੂੰ ਸਭ ਨੇ ਕਿਹਾ ਕਿ ਆਮ ਕਰਕੇ ਦੇਖਿਆ ਜਾਂਦਾ ਹੈ ਜਿਹੜੇ ਸਟੂਡੈਂਟਸ ਨੇ ਉਹ ਇਹ ਕਹਿ ਦਿੰਦੇ ਨੇ ਕਿ ਸਾਡਾ ਜਿਹੜਾ ਏਜੰਟ ਹੈ ਉਹ ਪੰਜਾਬ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੈ ਜਾਂ ਉਹ ਚੰਡੀਗੜ੍ਹ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੈ। ਬਟ ਜੇ ਉਹ ਏਜੰਟ ਜਾਂ ਉਹ ਰਿਪਰੈਜ਼ੈਂਟੇਟਿਵ ICCRC ਵੱਲੋਂ ਮਾਨਤਾ ਪ੍ਰਾਪਤ ਨਹੀਂ ਹੈ ਜਾਂ ਉਹ ਦੋ ਬੋਡੀਜ਼ ਲਾਇਰਸ ਜਾਂ ਨੋਟਰੀ ਦਾ ਮੈਂਬਰ ਨਹੀਂ ਹੈ ਤੇ ਉਹਨੂੰ ਆਥੋਰਾਈਜ਼ਡ ਪੇਡ ਰਿਪਰੈਜ਼ੈਂਟੇਟਿਵ ਨਹੀਂ ਮੰਨਿਆ ਜਾਏਗਾ। ਉਹਦੀ ਕੀਤੀ ਹੋਈ ਕੋਈ ਵੀ ਗਲਤੀ ਕਰਕੇ ਤੁਹਾਡੀ ਫਾਈਲ ਤੇ ਅਸਰ ਪੈ ਸਕਦਾ। ਹੁਣ ਰੀਸੈਂਟਲੀ ਕੁਝ ਹਫ਼ਤੇ ਪਹਿਲਾਂ ICCRC ਨੇ ਆਪਣੀ ਇੱਕ ਨਵੀਂ ਐਪ ਸ਼ੁਰੂ ਕੀਤੀ ਹੈ ਤਾਂ ਜੋ ਤੁਸੀਂ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਦੇ ਬਾਰੇ ਤੇ ਹੋ ਰਹੇ ਫਰਾਡ ਦੇ ਬਾਰੇ ਜ਼ਿਆਦਾ ਜਾਣਕਾਰੀ ਲੈ ਸਕੋ। ਉਹਦੇ ਬਾਰੇ ਤੁਹਾਨੂੰ ਨੂਰ ਜੀ ਨਾਲ ਦੱਸਾਂਗੇ। ਕਿਸੇ ਕਾਰਨ ਕਰਕੇ ਨੂਰ ਸ਼ਾਇਦ ਕਨੈਕਟ ਨਹੀਂ ਹੋ ਪਾ ਰਹੇ। ਸੋ ਜਿਹੜੀ ਇਹ ਸਲਾਈਡ ਤੁਸੀਂ ਦੇਖ ਰਹੇ ਹੋ, ਸਲਾਈਡ ਵਿੱਚ ਸੀਗਾ ਸਕੈਨ ਜਗਮੀ ਅਸੀਂ ਮੈਂ ਤੁਹਾਨੂੰ ਇੱਕ ਮੋਮੈਂਟ ਲਈ ਇੱਥੇ ਇੰਟਰਪਟ ਕਰਾਂਗਾ। ਮੈਂ ਪਿਛਲੀ ਸਲਾਈਡ ਤੇ ਜਾ ਰਿਹਾ ਜਿਹਦੇ ਵਿੱਚ ਅਸੀਂ ਇੱਕ QR ਕੋਡ ਇਨਕਲੂਡ ਕੀਤਾ ਹੋਇਆ ਜਿਹਨੂੰ ਸਕੈਨ ਕਰਕੇ ਤੁਸੀਂ ICCRC ਦੀ ਜਿਹੜੀ ਐਪ ਹੈ ਉਹਨੂੰ ਡਾਊਨਲੋਡ ਕਰ ਸਕਦੇ ਹੋ। ਨਾਓ ਯੂ ਕੈਨ ਕੰਟੀਨਿਊ ਜਗਜੀਤ ਜੀ। ਬਿਲਕੁਲ ਮੈਂ ਇਸੇ ਐਪ ਦੇ ਬਾਰੇ ਗੱਲ ਕਰਨਾ ਚਾਹੁੰਦਾ ਸੀ। ਮੈਂ ਚਾਹੁੰਦਾ ਸੀ ਇਹਦੇ ਬਾਰੇ ਦੱਸ ਕਰਕੇ ਲਾਈਨ ਤੇ ਨਹੀਂ ਆ ਪਾ ਰਹੇ। ਸੋ ਇਹ ਜਿਹੜਾ ਐਪ ਹੈ ਸਪੈਸੀਫਿਕਲੀ ਤੁਹਾਡੇ ਵਾਸਤੇ ਬਣਿਆ, ਜਿੰਨੇ ਵੀ ਸਟੂਡੈਂਟ, ਜਿੰਨੇ ਵੀ ਵਿਦਿਆਰਥੀ ਜਾਂ ਕੋਈ ਇੱਥੇ ਆਉਣਾ ਚਾਹੁੰਦੇ ਨੇ ਉਹਨਾਂ ਵਾਸਤੇ ਇਹ ਐਪ ਜਿਹੜਾ ਇੱਕ ਬਹੁਤ ਹੀ ਮਹੱਤਵਪੂਰਨ ਟੂਲ ਹੈ। ਇਹਨੂੰ ਤੁਸੀਂ ਆਪਣੇ ਫੋਨ 'ਚ ਰੱਖ ਸਕਦੇ ਹੋ, ਆਪਣੇ ਸਾਥੀਆਂ ਨੂੰ ਦੱਸੋ, ਆਪਣੇ ਸਟੂਡੈਂਟਸ ਨੂੰ ਦੱਸੋ, ਆਪਣੀ ਫੈਮਿਲੀ ਨੂੰ ਦੱਸੋ ਕਿ ਇੱਥੇ ਜਾ ਕੇ ਤੁਸੀਂ ਜੇ ਕਿਸੇ ਦੇ ਨਾਲ ਵੀ ਆਪਣੀ ਫਾਈਲ ਡਿਸਕਸ ਕਰ ਰਹੇ ਹੋ, ਜੋ ਵੀ ਤੁਹਾਡੀ ਫਾਈਲ ਨੂੰ ਰਿਪਰੈਜ਼ੈਂਟ ਕਰ ਰਿਹਾ, ਮੇਕ ਸ਼ੋਰ ਕਰੋ ਕਿ ਉਹ ਜਿਹੜਾ ਵਿਅਕਤੀ ਆ ਉਹ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਜਿਹੜਾ ਆ ਉਹ ICCRC ਦਾ ਮੈਂਬਰ ਹੈ ਕਿ ਨਹੀਂ। ਜੇ ਹੈ ਤੇ ਸਾਡੇ ਰਿਟੇਨਰ 'ਚ ਬੜਾ ਕਲੀਅਰ ਲਿਖਿਆ ਹੁੰਦਾ ਹੈ ਕਿ ਜੇ ਕਿਸੇ ਤਰ੍ਹਾਂ ਦੀ ਕੋਈ ਕੰਪਲੇਂਟ ਤੁਹਾਡੀ ਹੈ ਤਾਂ ICCRC ਉਸ ਨੂੰ ਡੀਲ ਕਰੇਗੀ ਬਿਨਾਂ ਕਿਸੇ ਤਰ੍ਹਾਂ ਦੇ ਕੰਟਰੈਕਟ ਐਂਡ ਬਿਨਾਂ ਕਿਸੇ ਤਰ੍ਹਾਂ ਦੀ ਰਿਸਰਚ ਤੋਂ। ਤੁਸੀਂ ਪਲੀਜ਼ ਆਪਣੀ ਫਾਈਲ ਕਿਸੇ ਨੂੰ ਨਾ ਦਿਓ। ਬਹੁਤ ਹੀ ਜ਼ਿਆਦਾ ਜ਼ਰੂਰੀ, ਜਿੱਦਾਂ ਕਿ ਸ਼ਕੀਰ ਨੇ ਸ਼ੁਰੂ 'ਚ ਗੱਲ ਕੀਤੀ ਕਿ ਫਰਾਡ ਜਿਹੜਾ ਵੀ ਫਰਾਡ ਹੁੰਦਾ ਉਹਦੇ ਵਾਸਤੇ ਐਟ ਦ ਐਂਡ ਆਫ ਦ ਡੇ ਤੁਸੀਂ ਰਿਸਪੌਂਸਿਬਲ ਹੋਣਾ ਹੈ, ਤੁਹਾਡਾ ਰਿਪਰੈਜ਼ੈਂਟੇਟਿਵ ਰਿਸਪੌਂਸਿਬਲ ਨਹੀਂ ਹੋਊਗਾ। ਜੇ ਤੁਹਾਡਾ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ICCRC ਮੈਂਬਰ ਜਾਂ ਲਾਇਰ ਜਾਂ ਨੌਕਰੀ ਹੈ ਤੇ ਤੁਸੀਂ ਇੱਕ ਯੋਗ ਥਾਂ ਤੇ ਯੋਗ ਬਣਨ ਦੀ ਕਾਰਵਾਈ ਵਾਸਤੇ ਸ਼ਿਕਾਇਤ ਕਰ ਸਕਦੇ ਹੋ ਤੇ ਉਹ ਸ਼ਿਕਾਇਤ ਦਾ ਨਿਪਟਾਰਾ ਵੀ ਜ਼ਰੂਰ ਹੁੰਦਾ ਹੈ ਬਿਕੋਜ਼ ਇਹ ਸਾਰਾ ਕੁਝ ਕੈਨੇਡੀਅਨ ਸਰਕਾਰ ਦੇ ਦੁਆਰਾ ਨਿਯੰਤਰਿਤ ਕੀਤਾ ਜਾਂਦਾ ਹੈ। ਨੂਰ ਤੁਸੀਂ ਕੁਝ ਕਹਿ ਰਹੇ ਸੀ? ਹਾਂਜੀ, ਸੌਰੀ ਸਾਰਿਆਂ ਨੂੰ ਜੀ ਆਇਆਂ ਨੂੰ। ਤੇ ਜਿਵੇਂ ਮੇਰੇ ਕੋਲੀਗਸ ਤੁਹਾਨੂੰ ਦੱਸ ਰਹੇ ਸੀਗੇ ਕਿ ICCRC ਦਾ ਮੇਨ ਮੁੱਦਾ ਇਹੀ ਆ ਕਿ ਤੁਹਾਨੂੰ ਅਸੀਂ ਕਿੱਦਾਂ ਠੱਗਬਾਜ਼ੀ ਤੋਂ ਬਚਾ ਸਕਦੇ ਆ। ਤੇ ਜਿਸ ਤਰ੍ਹਾਂ ਜੀ ਤੁਹਾਨੂੰ ਦੱਸਿਆ ਐਪ ਦੇ ਬਾਰੇ, ਤੁਸੀਂ QR ਕੋਡ ਨੂੰ ਸਕੈਨ ਕਰ ਸਕਦੇ ਹੋ ਜਾਂ ਤੁਸੀਂ ਐਪ ਸਟੋਰ ਜਾਂ ਪਲੇ ਸਟੋਰ ਤੋਂ ਜਾ ਕੇ ਉਸਨੂੰ ਡਾਊਨਲੋਡ ਕਰ ਸਕਦੇ ਹੋ। ਤੇ ਇਹ ਐਪ ਬਹੁਤ ਜ਼ਰੂਰੀ ਆ ਤੁਹਾਨੂੰ ਅੱਗੇ ਜਾਣਕਾਰੀ ਲਈ। ਤੁਸੀਂ ਉੱਥੇ ਦੇਖ ਸਕਦੇ ਹੋ ਕਾਫੀ ਵੀਡੀਓਜ਼ ਹੈਗੀਆਂ ਇੰਗਲਿਸ਼, ਫ੍ਰੈਂਚ, ਪੰਜਾਬੀ ਤੇ ਹਿੰਦੀ ਦੇ ਵਿੱਚ ਵੀ। ਤੇ ਤੁਸੀਂ ਆਪਣੇ ਆਪ ਨੂੰ ਤੇ ਆਪਣੇ ਬੱਚਿਆਂ ਨੂੰ ਫਰਾਡ ਤੋਂ ਬਚਾ ਸਕਦੇ ਹੋ ਤੇ ਆਉਣ ਵਾਲੇ ਭਵਿੱਖ ਸੁਰੱਖਿਅਤ ਕਰ ਸਕਦੇ ਹੋ। ਸੋ ਇਹ ਬਹੁਤ ਜ਼ਰੂਰੀ ਆ ਕਿ ਤੁਸੀਂ ਫਰਾਡ ਨੂੰ ਆਪਣੇ ਆਪ ਨੂੰ ਕਿਵੇਂ ਬਚਾ ਸਕਦੇ ਹੋ ਤੇ ਜਿਹੜੇ ਟੂਲਸ ਹੈਗੇ ਆ ਤੁਸੀਂ ਉਹਨਾਂ ਨੂੰ ਯੂਜ਼ ਕਰਕੇ ਆਪਣੀ ਇਨਫੋਰਮੇਸ਼ਨ ਖੁਦ ਲਓ।
ਜਿਸ ਤਰ੍ਹਾਂ ਜਗਜੀਤ ਜੀ ਨੇ ਦੱਸਿਆ। ਸੋ ਮੋਸਟ ਇੰਪੋਰਟੈਂਟ ਵਨਸ ਅਗੇਨ ਜਿਹੜੀ ਸ਼ਕੀਰ ਨੇ ਗੱਲ ਕੀਤੀ ਕਿ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਅਪਡੇਟ ਰਹਿਣਾ ਹਰ ਟਾਈਮ। ਜਿੱਦਾਂ ਸ਼ਕੀਰ ਨੇ ਗੱਲ ਸ਼ੁਰੂ ਇਸ ਤਰ੍ਹਾਂ ਸ਼ੁਰੂ ਕੀਤੀ ਕਿ ਅੱਜ ਦੀ ਇਨਫੋਰਮੇਸ਼ਨ ਅੱਜ ਤੱਕ ਹੀ ਵੈਲਿਡ ਆ, ਕੱਲ ਕੋਈ ਵੀ ਚੀਜ਼ ਚੇਂਜ ਹੋ ਸਕਦੀ ਹੈ। ICCRC ਦੇ ਵਿੱਚ ਵੀ ਟ੍ਰਾਂਜੀਸ਼ਨ ਹੋ ਰਹੀਆਂ ਨੇ, ਬਾਕੀ ਬੋਡੀਜ਼ ਵਿੱਚ ਟ੍ਰਾਂਜੀਸ਼ਨ ਹੋ ਰਹੀ ਹੈ। ਸੋ ਤੁਹਾਡਾ ਐਜ਼ ਅ ਸਟੂਡੈਂਟ ਔਰ ਐਜ਼ ਐਨ ਐਪਲੀਕੈਂਟ ਫਰਜ਼ ਬਣਦਾ ਹੈ ਕਿ ਤੁਸੀਂ ਚੈੱਕ ਕਰੋ ਕਿ ਜੋ ਵੀ ਇੱਕ ਵਿਅਕਤੀ ਤੁਹਾਡੀ ਫਾਈਲ ਦਾ ਧਿਆਨ ਰੱਖ ਰਿਹਾ ਹੈ ਜਾਂ ਪ੍ਰੈਜ਼ੈਂਟ ਕਰ ਰਿਹਾ ਹੈ ਉਹ ਯੋਗ ਹੈ, ਆਥੋਰਾਈਜ਼ਡ ਹੈ ਤੇ ਸਰਕਾਰ ਦੀਆਂ ਨਜ਼ਰਾਂ ਹੇਠ ਹੈ। ICCRC ਮੈਂਬਰ ਜਿੰਨੇ ਵੀ ਨੇ ਉਹਨਾਂ ਨੂੰ RCIC ਕਿਹਾ ਜਾਂਦਾ, ਉਹ ਹਮੇਸ਼ਾ ਸਰਕਾਰ ਦੀਆਂ ਨਜ਼ਰਾਂ ਹੇਠ ਨੇ, ਉਹ ਹਮੇਸ਼ਾ ਲਾਅ ਦੇ ਅਧੀਨ ਹੀ ਕੰਮ ਕਰ ਸਕਦੇ ਹਨ। ਪਰ ਜੇ ਉਹ ਕੁਝ ਐਸਾ ਉਹ ਵੀ ਕਰਦੇ ਆ, ਤੁਹਾਡੇ ਕੋਲ ਇੱਕ ਪ੍ਰੋਪਰ ਪ੍ਰਾਵਧਾਨ ਹੈ ਜਿੱਥੇ ਤੁਸੀਂ ਜਾ ਕੇ ਸ਼ਿਕਾਇਤ ਕਰ ਸਕਦੇ ਹੋ, ਉਹ ਸ਼ਿਕਾਇਤ ਦਾ ਨਿਪਟਾਰਾ ਹੋਏਗਾ। ਥੈਂਕ ਯੂ ਸ਼ਕੀਰ, ਰੀਅਲੀ ਅਪਰੀਸ਼ੀਏਟ। ਥੈਂਕ ਯੂ ਜਗਜੀਤ। ਤੇ ਇਹਨਾਂ ਨੇ ਤੁਹਾਨੂੰ ਜੋ ਵੀ ਇਨਫੋਰਮੇਸ਼ਨ ਦਿੱਤੀ ਹੈ ਮੈਂ ਹੋਪ ਕਰਾਂਗਾ ਤੁਹਾਡੇ ਫਾਇਦੇ ਦੀ ਇਨਫੋਰਮੇਸ਼ਨ ਹੈ। ਤੇ ਮੈਂ ਇੱਕ ਵਾਰੀ ਫੇਰ ਕਹੂੰਗਾ ਕਿ ਅਗਲੀ ਵਾਰ ਤੁਸੀਂ ਜੇ ਕਰਕੇ ਤੁਹਾਨੂੰ ਏਜੰਟ ਦੀ ਲੋੜ ਪੈਂਦੀ ਹੈ, ਰਿਪਰੈਜ਼ੈਂਟੇਟਿਵ ਦੀ ਆਪਦੀ ਐਪਲੀਕੇਸ਼ਨ ਬਾਰੇ ਲੋੜ ਪੈਂਦੀ ਹੈ, ਤੁਸੀਂ ਇੱਕ ਗੱਲ ਜ਼ਰੂਰ ਇਨਸ਼ੋਰ ਕਰਨੀ ਹੈ ਕਿ ਉਹ ਇੰਡੀਆ ਦੇ ਵਿੱਚ ਜੇ ਨੇ ICCRC ਦੇ ਮੈਂਬਰ ਨੇ ਤੇ ਰਜਿਸਟਰਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਨੇ। ਜਿਹੜਾ ICCRC ਦਾ ਲੋਗੋ ਹੈ ਉਹ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਤੇ ਕਦੇ ਵੀ ਤੁਸੀਂ ਅਗਲੀ ਵਾਰ ਕੋਈ ਰਿਪਰੈਜ਼ੈਂਟੇਟਿਵ ਹਾਇਰ ਕਰਨਾ ਹੈ, ਯੂ ਹੈਵ ਟੂ ਮੇਕ ਸ਼ੋਰ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਉਹ ICCRC ਦੇ ਮੈਂਬਰ ਹੋਣ ਜਾਂ ਕੈਨੇਡਾ ਦੀ ਲਾਅ ਸੁਸਾਇਟੀ ਦੇ ਮੈਂਬਰ ਹੋਣ ਜਾਂ ਕਿਊਬੈਕ ਦੇ ਵਿੱਚ ਚੇਂਬਰ ਆਫ ਨੋਟਰੀਜ਼ ਦੇ ਮੈਂਬਰ ਹੋਣ। ਹੁਣ ਅਸੀਂ ਅੱਗੇ ਚੱਲਦੇ ਹਾਂ। ਇਸ ਸਲਾਈਡ ਤੇ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਜੁੜਨ ਦੇ, ਸਾਨੂੰ ਹੋਰ ਜਾਣਕਾਰੀ ਤੁਹਾਡੇ ਵਾਸਤੇ ਪ੍ਰਾਪਤ ਕਰਨ ਦੇ ਇਹਦੇ ਚ ਵਧੇਰੇ ਤਰੀਕੇ ਨੇ। ਸਭ ਤੋਂ ਉੱਤੇ ਤੁਸੀਂ ਦੇਖ ਸਕਦੇ ਹੋ IRCC ਦੀ ਵੈਬਸਾਈਟ, ਜਿਹੜੀ ਇਸ ਸਕਰੀਨ ਤੇ ਅਸੀਂ ਲਿਸਟ ਕੀਤੀ ਹੋਈ ਹੈ। ਦੂਜਾ ਤੁਸੀਂ ਦੇਖ ਸਕਦੇ ਹੋ ਜਿਹੜੀ ਦਿੱਲੀ ਦੇ ਵਿੱਚ ਕੈਨੇਡੀਅਨ ਹਾਈ ਕਮਿਸ਼ਨ ਹੈਗੀ ਹੈ, ਉਹਦੀ ਵੈਬਸਾਈਟ ਬਾਰੇ ਤੁਸੀਂ ਜਾਣਕਾਰੀ ਇਸ ਸਲਾਈਡ ਤੋਂ ਲੈ ਸਕਦੇ ਹੋ। ਤੀਜਾ ਸਾਡੇ ਸਭ ਤੋਂ ਜਿਹੜੇ ਲੇਟੈਸਟ ਅਪਡੇਟਸ ਨੇ ਉਹਦੇ ਬਾਰੇ ਤੁਸੀਂ ਫੇਸਬੁੱਕ ਜਾਂ ਟਵਿੱਟਰ ਤੇ ਸਾਨੂੰ ਫੋਲੋ ਕਰ ਸਕਦੇ ਹੋ। ਸਾਡੇ ਜਿਹੜੇ ਫੇਸਬੁੱਕ ਟਵਿੱਟਰ ਹੈਂਡਲਸ ਨੇ ਉਹਨਾਂ ਦਾ ਨਾਮ ਹੈਗਾ ਕੈਨੇਡਾ ਇਨ ਇੰਡੀਆ। ਤੁਸੀਂ ਇੱਥੇ ਸਾਨੂੰ ਫੋਲੋ ਕਰ ਸਕਦੇ ਹੋ। ਤੇ YouTube ਦਾ ਸਾਡਾ ਇੱਕ ਚੈਨਲ ਹੈਗਾ ਕੈਨੇਡਾ ਇਨ ਇੰਡੀਆ, ਜਿਹਨੂੰ ਸਬਸਕ੍ਰਾਈਬ ਕਰਕੇ ਤੁਸੀਂ ਇੱਥੇ ਬਹੁਤ ਸਾਰੀ ਵੀਡੀਓਜ਼ ਦੇਖ ਸਕਦੇ ਹੋ, ਜਿਹੜਾ ਕਿ ਤੁਹਾਨੂੰ ਬਹੁਤ ਜ਼ਿਆਦਾ ਇੰਪੋਰਟੈਂਟ ਟਿਪਸ ਦੇਗੀ ਤੇ ਫਰਾਡ ਬਾਰੇ ਹੋਰ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਾਏਗੀ। ਇਹਦੇ ਨਾਲ ਸਾਡੀ ਪ੍ਰੈਜੈਂਟੇਸ਼ਨ ਹੁਣ ਖਤਮ ਹੋ ਚੁੱਕੀ ਹੈ। ਹੁਣ ਜਿਹੜੇ ਕੁਐਸਚਨਸ ਸਾਡੇ ਪਾਰਟਿਸਿਪੈਂਟਸ ਨੇ ਸਾਨੂੰ ਪੁੱਛੇ ਹੈ ਉਹਨਾਂ ਦਾ ਅਸੀਂ ਆਨਸਰ ਕਰਾਂਗੇ। ਤੇ ਜਿੱਦਾਂ ਕਿ ਮੈਂ ਦੇਖ ਰਿਹਾ ਕਿ Q&A ਬਾਕਸ ਦੇ ਵਿੱਚ ਬਹੁਤ ਸਾਰੇ ਕੁਐਸਚਨਸ ਆਏ ਨੇ। ਮੈਂ ਇੱਕ ਵਾਰੀ ਫੇਰ ਕਹਿਣਾ ਚਾਹੂੰਗਾ ਕਿ ਅਸੀਂ ਸਿਰਫ ਉਹੀ ਕੁਐਸਚਨਸ ਆਨਸਰ ਕਰਾਂਗੇ ਜਿਹੜੇ ਵੱਧ ਤੋਂ ਵੱਧ ਲੋਕਾਂ ਨੂੰ ਇਫੈਕਟ ਕਰਦੇ ਨੇ। ਤੇ ਹੁਣ ਅਸੀਂ ਆਪਣੇ ਕੁਐਸਚਨ ਐਂਡ ਆਨਸਰ ਸ਼ੁਰੂ ਕਰਾਂਗੇ ਜੀ। ਇੱਕ ਕੁਐਸਚਨ ਜਿਹੜਾ ਬਹੁਤ ਲੋਕਾਂ ਨੇ ਪੁੱਛਿਆ ਉਹਨਾਂ ਨੇ ਇਹ ਪੁੱਛਿਆ ਕਿ ਜੇ ਮੈਂ ਕਦੇ ਕੈਨੇਡਾ ਦੇ ਵਿੱਚ ਪਹਿਲਾਂ ਨਹੀਂ ਰਿਹਾ ਹਾਂ ਤੇ ਹੁਣ ਮੈਂ ਕਿੱਦਾਂ ਦਿਖਾ ਸਕਦਾ ਹਾਂ ਕਿ ਕੈਨੇਡਾ ਜਾਣਾ ਮੇਰਾ ਜ਼ਰੂਰੀ ਹੈ ਤੇ ਮੇਰੀ ਕੈਨੇਡਾ ਦਾ ਟਰੈਵਲ ਇਸੈਂਸ਼ੀਅਲ ਹੈ। ਇਹਦਾ ਆਨਸਰ ਇਹ ਹੈ ਕਿ ਇਹਦੇ ਵਾਸਤੇ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਦੇ ਡੈਜ਼ਿਗਨੇਟਿਡ ਲਰਨਿੰਗ ਇੰਸਟੀਚਿਊਟ ਨੂੰ ਕੰਸਲਟ ਕਰਨਾ ਹੈ। ਤੁਸੀਂ ਉਹਨਾਂ ਨੂੰ ਇਹ ਕੰਸਲਟ ਕਰਨਾ ਹੈ ਕਿ ਕੀ ਤੁਹਾਡੀ ਇਨ ਪਰਸਨ ਕਲਾਸਿਸ ਜਾਂ ਵਿਅਕਤੀਗਤ ਤੌਰ ਤੇ ਕੈਨੇਡਾ ਦੇ ਵਿੱਚ ਪੜ੍ਹਾਈ ਕਰਨ ਦੀ ਲੋੜ ਹੈਗੀ ਹੈ। ਜੇ ਉਹ ਕਹਿੰਦੇ ਹੈ ਕਿ ਹਾਂ ਤੁਹਾਡੀ ਇਨ ਪਰਸਨ ਕਲਾਸਿਸ ਵਾਸਤੇ ਰਿਕੁਆਇਰਮੈਂਟ ਹੈਗੀ ਹੈ, ਤੁਹਾਡੀ ਵਿਅਕਤੀਗਤ ਤੌਰ ਤੇ ਉੱਥੇ ਲੋੜ ਹੈਗੀ ਹੈ, ਤਾਂ ਤੁਹਾਨੂੰ ਆਪਦੇ DLI ਤੋਂ ਇੱਕ ਲੈਟਰ ਮੰਗਾਉਣੀ ਪੈਣੀ ਹੈ ਜਿਹਦੇ 'ਚ ਇਹ ਮੈਂਸ਼ਨ ਹੋਣਾ ਚਾਹੀਦਾ ਹੈ ਕਿ ਤੁਹਾਡੀ ਕੈਨੇਡਾ ਦੇ ਵਿੱਚ ਇਨ ਪਰਸਨ ਕਲਾਸਿਸ ਵਾਸਤੇ ਕਿਉਂ ਲੋੜ ਹੈ। ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ। ਸਾਨੂੰ ਇਹਦੇ ਬਾਰੇ ਬਹੁਤ ਸਾਰੀ ਈਮੇਲਸ ਵੀ ਆ ਰਹੀਆਂ ਨੇ ਜਿਹਦੇ 'ਚ ਸਟੂਡੈਂਟ ਸਾਨੂੰ ਕਹਿੰਦੇ ਨੇ ਕਿ ਤੁਸੀਂ ਸਾਨੂੰ ਕੈਨੇਡਾ ਟਰੈਵਲ ਕਰਨ ਵਾਸਤੇ ਆਥੋਰਾਈਜੇਸ਼ਨ ਲੈਟਰ ਪ੍ਰੋਵਾਈਡ ਕਰੋ, ਸਾਨੂੰ ਅਥਾਰਟੀ ਪ੍ਰੋਵਾਈਡ ਕਰੋ, ਸਾਨੂੰ ਕੈਨੇਡਾ ਟਰੈਵਲ ਕਰਨ ਲਈ ਅਲਾਉ ਕਰੋ। IRCC ਜਾਂ ਕੈਨੇਡੀਅਨ ਹਾਈ ਕਮਿਸ਼ਨ ਜਾਂ ਕੋਈ ਵੀ ਕੌਂਸੂਲੇਟ ਤੁਹਾਨੂੰ ਕੈਨੇਡਾ ਟਰੈਵਲ ਕਰਨ ਵਾਸਤੇ ਅਥਾਰਟੀ ਲੈਟਰ ਨਹੀਂ ਪ੍ਰੋਵਾਈਡ ਕਰ ਸਕਦੀ ਤੇ ਅਸੀਂ ਨਾ ਹੀ ਸਟੂਡੈਂਟਸ ਵਾਸਤੇ ਇਹੋ ਜਿਹੀਆਂ ਕੋਈ ਲੈਟਰਸ ਪ੍ਰੋਵਾਈਡ ਕਰ ਰਹੇ ਹੈਗੇ ਆ। ਤੁਹਾਨੂੰ ਟਰੈਵਲ ਕਰਨ ਵਾਸਤੇ ਸਿਰਫ ਆਪਣੀ ਇੱਕ DLI ਤੋਂ ਲੈਟਰ ਚਾਹੀਦੀ ਹੈ ਜਿਹਦੇ ਵਿੱਚ ਇਹ ਮੈਂਸ਼ਨ ਹੋਣਾ ਚਾਹੀਦਾ ਹੈ ਕਿ ਤੁਹਾਡਾ ਟਰੈਵਲ ਕਰਨਾ ਕਿਉਂ ਜ਼ਰੂਰੀ ਹੈ।
ਅਗਲਾ ਕੁਐਸਚਨ ਹੈਗਾ ਜੀ, ਮੈਂ ਕੈਨੇਡਾ ਦੇ ਵਿੱਚ ਪੜ੍ਹਾਈ ਕਰ ਰਿਹਾ ਸੀ ਪਰ ਮਾਰਚ ਤੋਂ ਪਹਿਲਾਂ ਇੰਡੀਆ ਟਰੈਵਲ ਕੀਤਾ ਸੀ। ਲੋਕਡਾਊਨ ਦੇ ਕਰਕੇ ਮੈਨੂੰ ਰਿਟਰਨ ਫਲਾਈਟ ਨਹੀਂ ਮਿਲ ਪਾਈ ਤੇ ਹੁਣ ਮੈਂ ਕੈਨੇਡਾ ਟਰੈਵਲ ਕਰ ਸਕਦਾ ਹਾਂ। ਇਹਦਾ ਆਨਸਰ ਹੈ ਜੀ ਹਾਂ, ਤੁਸੀਂ ਕੈਨੇਡਾ ਟਰੈਵਲ ਕਰ ਸਕਦੇ ਹੋ। ਜੇ ਤੁਸੀਂ ਲੋਕਡਾਊਨ ਤੋਂ ਪਹਿਲਾਂ ਕੈਨੇਡਾ ਰਹਿ ਰਹੇ ਸੀ ਤੇ ਉੱਥੇ ਪੜ੍ਹਾਈ ਕਰ ਰਹੇ ਸੀ ਤੇ ਹੁਣ ਕੈਨੇਡਾ ਰਿਟਰਨ ਕਰਨਾ, ਵਾਪਸ ਜਾਣਾ ਤੁਹਾਡੇ ਵਾਸਤੇ ਇੱਕ ਐਸੈਂਸ਼ੀਅਲ ਰੀਜ਼ਨ ਹੈਗਾ, ਬਟ ਇਹਦੇ ਡਾਕੂਮੈਂਟਸ ਤੇ ਇਹਦਾ ਜਿਹੜਾ ਪ੍ਰੂਫ ਹੈ ਉਹ ਤੁਹਾਨੂੰ 에ਅਰਲਾਈਨ ਨੂੰ ਤੇ ਸੀਬੀਐਸਈ ਨੂੰ ਪ੍ਰੋਵਾਈਡ ਕਰਨਾ ਹੈ। ਅਗੇਨ ਜਿਹੜੀ ਆਈਆਰਸੀਸੀ ਹੈਗੀ ਹੈ ਉਹ ਤੁਹਾਨੂੰ ਇਹਦੇ ਬਾਰੇ ਕੋਈ ਆਥੋਰਾਈਜ਼ੇਸ਼ਨ ਲੈਟਰ ਇਸ਼ੂ ਨਹੀਂ ਕਰ ਪਾਏਗੀ। ਅਗਲਾ ਜਿਹੜਾ ਕੁਐਸਚਨ ਹੈ ਉਹ ਬਹੁਤ ਸਾਰੇ ਸਟੂਡੈਂਟਸ ਦਾ ਹੈਗਾ, ਉਹ ਬਹੁਤ ਸਾਰੀ ਸਾਨੂੰ ਇਹਦੇ ਰਿਗਾਰਡਿੰਗ ਮੇਲਸ ਵੀ ਆਉਂਦੀਆਂ ਨੇ। ਉਹ ਕਹਿੰਦੇ ਕਿ ਮੇਰਾ ਵਾਈਫਾਈ ਤੇ ਇੰਟਰਨੈਟ ਇੰਡੀਆ ਦੇ ਵਿੱਚ ਰਿਲਾਇਬਲ ਨਹੀਂ ਹੈ ਤੇ ਇਹਦੇ ਕਰਕੇ ਮੈਂ ਪ੍ਰੋਪਰ ਆਨਲਾਈਨ ਕਲਾਸਿਸ ਨਹੀਂ ਅਟੈਂਡ ਕਰ ਪਾ ਰਿਹਾ। ਇਹਦੇ ਕਰਕੇ ਕੀ ਮੈਂ ਕੈਨੇਡਾ ਐਂਟਰ ਕਰ ਸਕਦਾ ਹਾਂ? ਦੇਖੋ ਜੀ, ਇਹਦਾ ਆਨਸਰ ਇਹ ਹੈ ਕਿ ਹਰ ਸਟੂਡੈਂਟ ਦੀ ਸਿਚੁਏਸ਼ਨ ਯੂਨੀਕ ਹੁੰਦੀ ਹੈ, ਅੱਡ ਹੁੰਦੀ ਹੈ। ਜੇ ਤੁਹਾਡਾ ਇੰਟਰਨੈਟ ਜਾਂ ਵਾਈਫਾਈ ਕੰਮ ਨਹੀਂ ਕਰਦਾ ਜਾਂ ਚੰਗੀ ਤਰ੍ਹਾਂ ਨਾਲ ਨਹੀਂ ਕੰਮ ਕਰਦਾ ਤੇ ਤੁਸੀਂ ਦੂਜੀਆਂ ਆਪਸ਼ਨਸ ਤੁਹਾਨੂੰ ਐਕਸਪਲੋਰ ਕਰਨੀਆਂ ਚਾਹੀਦੀਆਂ ਨੇ। ਤੁਸੀਂ ਦੇਖੋ ਕਿ ਤੁਸੀਂ ਆਪਦਾ ਵਾਈਫਾਈ ਅਪਗ੍ਰੇਡ ਕਰ ਸਕਦੇ ਹੋ ਕਿ ਨਹੀਂ, ਜਾਂ ਦੂਜੇ ਸਰਵਿਸ ਪ੍ਰੋਵਾਈਡਰ ਤੇ ਸਵਿਚ ਕਰ ਸਕਦੇ ਹੋ ਕਿ ਨਹੀਂ, ਕਿਉਂਕਿ ਕੈਨੇਡਾ ਤੁਸੀਂ ਤਦ ਤੱਕ ਟਰੈਵਲ ਨਹੀਂ ਕਰ ਸਕਦੇ ਜਦ ਤੱਕ ਤੁਹਾਡਾ ਡੀਐਲਆਈ ਇਹ ਨਹੀਂ ਕਹਿੰਦਾ ਹੈ ਕਿ ਤੁਹਾਡੀ ਇਨ ਪਰਸਨ ਰਿਕੁਆਇਰਮੈਂਟ ਹੈਗੀ ਹੈ ਕੈਨੇਡਾ ਦੇ ਵਿੱਚ। ਜਦ ਤੱਕ ਤੁਹਾਡੇ ਕੋਲ ਇਹ ਲੈਟਰ ਨਹੀਂ ਹੋਏਗੀ ਤੁਸੀਂ ਵਾਈਫਾਈ ਜਾਂ ਇੰਟਰਨੈਟ ਕਰਕੇ ਕੈਨੇਡਾ ਟਰੈਵਲ ਨਹੀਂ ਕਰ ਸਕਦੇ ਹੋ। ਅਗਲਾ ਜਿਹੜਾ ਕੁਐਸਚਨ ਹੈਗਾ ਉਹ ਹੈਗਾ ਕਿ ਮੇਰਾ ਸਟੱਡੀ ਪਰਮਿਟ ਅਪਰੂਵਲ 18 ਮਾਰਚ ਤੋਂ ਬਾਅਦ ਆਇਆ ਹੈ ਪਰ ਮੇਰਾ ਜਿਹੜਾ ਡੀਐਲਆਈ ਹੈਗਾ ਉਹਨੇ ਆਨਲਾਈਨ ਕਲਾਸਿਸ ਪ੍ਰੋਵਾਈਡ ਨਹੀਂ ਕਰ ਰਿਹਾ ਇਸ ਟਾਈਮ ਤੇ ਕੀ ਮੈਂ ਕੈਨੇਡਾ ਟਰੈਵਲ ਕਰ ਸਕਦਾ ਹਾਂ? ਇਹਦਾ ਆਨਸਰ ਹੈ ਜੀ ਨੋ। ਜੇ ਤੁਹਾਡਾ ਸਟੱਡੀ ਪਰਮਿਟ 18 ਮਾਰਚ 2020 ਤੋਂ ਬਾਅਦ ਆਇਆ ਤੇ ਕਰੰਟ ਟਰੈਵਲ ਰਿਸਟ੍ਰਿਕਸ਼ਨਸ ਦੇ ਚਲਦਿਆਂ ਤੁਸੀਂ ਕੈਨੇਡਾ ਟਰੈਵਲ ਨਹੀਂ ਕਰ ਸਕਦੇ। ਜੇ ਤੁਹਾਡੇ ਡੀਐਲਆਈ ਆਨਲਾਈਨ ਕਲਾਸਿਸ ਨਹੀਂ ਪ੍ਰੋਵਾਈਡ ਕਰ ਰਹੇ ਤੇ ਤੁਹਾਡੇ ਕੋਲ ਆਪਦੀ ਸਟੱਡੀਜ਼, ਆਪਦੀ ਪੜ੍ਹਾਈ ਨੂੰ ਡਿਫਰ ਕਰਨ ਦੀ ਆਪਸ਼ਨ ਹੈਗੀ ਹੈ। ਅਗਲਾ ਕੁਐਸਚਨ ਅਸੀਂ ਦੇਖਦੇ ਹਾਂ ਕਿ ਕੀ ਮੈਂ ਕੈਨੇਡਾ ਜਾ ਕੇ ਆਨਲਾਈਨ ਪੜ੍ਹਾਈ ਕਰਦੇ ਹੋਏ ਹਫਤੇ 'ਚ 20 ਘੰਟੇ ਕੰਮ ਕਰ ਸਕਦਾ? ਇਹਦਾ ਆਨਸਰ ਅਸੀਂ ਤੁਹਾਨੂੰ ਆਲਰੇਡੀ ਪ੍ਰੈਜੈਂਟੇਸ਼ਨ ਦੇ ਵਿੱਚ ਦੇ ਚੁੱਕੇ ਹਾਂ, ਬਟ ਫਿਰ ਵੀ ਮੈਂ ਦੁਬਾਰਾ ਰਿਪੀਟ ਕਰਦਾ ਹਾਂ ਕਿ ਜੇ ਤੁਸੀਂ ਆਪਦੀ ਕਲਾਸਿਸ ਆਨਲਾਈਨ ਲਾ ਰਹੇ ਹੋ ਤਾਂ ਫਿਰ ਤੁਹਾਡੀ ਕੈਨੇਡਾ ਜਾਣ ਦੀ ਇਸ ਟਾਈਮ ਤੇ ਕੋਈ ਐਸੈਂਸ਼ੀਅਲ ਲੋੜ ਨਹੀਂ ਹੈ ਤੇ ਤੁਸੀਂ ਆਨਲਾਈਨ ਕਲਾਸਿਸ ਕੈਨੇਡਾ 'ਚ ਅਟੈਂਡ ਕਰਦੇ ਹੋਏ ਉੱਥੇ ਹਫਤੇ ਦੇ 20 ਘੰਟੇ ਕੰਮ ਨਹੀਂ ਕਰ ਸਕਦੇ। ਅਗਲਾ ਕੁਐਸਚਨ ਹੈ ਜੀ, ਮੇਰਾ ਸਟੱਡੀ ਪਰਮਿਟ 18 ਮਾਰਚ ਤੋਂ ਪਹਿਲਾਂ ਅਪਰੂਵ ਹੋਇਆ ਸੀ ਫਿਰ ਵੀ ਮੈਨੂੰ ਕੈਨੇਡਾ ਦੀ ਫਲਾਈਟ ਨਹੀਂ ਲੈਣ ਦਿੱਤੀ ਗਈ। ਇਸ ਸਿਚੁਏਸ਼ਨ 'ਚ ਮੈਂ ਕੀ ਕਰ ਸਕਦਾ ਹਾਂ? ਇਹਦੇ ਬਾਰੇ ਅਸੀਂ ਤੁਹਾਨੂੰ ਪ੍ਰੈਜੈਂਟੇਸ਼ਨ 'ਚ ਵੀ ਦੱਸਿਆ ਸੀ ਕਿ ਜਿਹੜਾ ਫਲਾਈਟ ਬੋਰਡ ਕਰਨ ਦਾ ਡਿਸੀਜਨ ਹੈ ਉਹ 에ਅਰਲਾਈਨ ਦਾ ਹੈਗਾ ਤੇ ਸੀਬੀਐਸਏ ਦਾ ਡਿਸੀਜਨ ਹੈਗਾ ਤੁਹਾਨੂੰ ਕੈਨੇਡਾ ਐਂਟਰ ਕਰਨ ਦੇਣ ਦਾ। ਇਹਦੀ ਜ਼ਿੰਮੇਵਾਰੀ ਤੁਹਾਡੇ ਉੱਤੇ ਹੈ ਕਿ ਤੁਸੀਂ ਇਹ ਦਰਸਾਓ ਕਿ ਕੈਨੇਡਾ ਵਿੱਚ ਤੁਹਾਡਾ ਟਰੈਵਲ ਕਰਨਾ ਐਸੈਂਸ਼ੀਅਲ ਹੈਗਾ, ਜ਼ਰੂਰੀ ਹੈ, ਜਾਂ ਫਿਰ ਤੁਸੀਂ ਟਰੈਵਲ ਦੀ ਜਿਹੜੀ ਐਗਜ਼ੈਂਪਸ਼ਨਸ ਨੇ ਉਹਨਾਂ ਨੂੰ ਮੀਟ ਕਰਦੇ ਹੋ। ਅਗਲਾ ਕੁਐਸਚਨ ਹੈ ਜੀ, ਟੂ ਸਟੇਜ ਪ੍ਰੋਸੈਸਿੰਗ ਲਈ ਐਲੀਜੀਬਲ ਹੋਣ ਵਾਸਤੇ ਮੈਨੂੰ 15 ਸਤੰਬਰ ਤੋਂ ਪਹਿਲਾਂ ਕਿਹੜੇ ਡਾਕੂਮੈਂਟ ਸਬਮਿਟ ਕਰਨ ਦੀ ਲੋੜ ਹੈਗੀ ਹੈ? ਟੂ ਸਟੇਜ ਪ੍ਰੋਸੈਸਿੰਗ ਵਾਸਤੇ ਜਿਹੜੇ ਤੁਹਾਨੂੰ ਡਾਕੂਮੈਂਟਸ ਚਾਹੀਦੇ ਨੇ ਉਹ ਹੈਗੇ ਆਈਆਰਸੀਸੀ ਦਾ ਐਪਲੀਕੇਸ਼ਨ ਫਾਰਮ, ਤੁਹਾਡੀ ਐਪਲੀਕੇਸ਼ਨ ਫੀ ਪਲੱਸ ਬਾਇਓਮੈਟ੍ਰਿਕਸ ਫੀ ਤੇ ਇੱਕ ਡੈਜ਼ਿਗਨੇਟਿਡ ਲਰਨਿੰਗ ਇੰਸਟੀਚਿਊਟ ਤੋਂ ਇਸ਼ੂ ਹੋਈ ਵੀ ਲੈਟਰ ਆਫ ਐਕਸੈਪਟੈਂਸ। ਇਹਦੇ ਨਾਲ ਤੁਸੀਂ ਇਸ ਟਾਈਮ ਤੇ ਲੋਕਡਾਊਨ ਦੇ ਚਲਦਿਆਂ ਜਿੰਨੇ ਵੀ ਡਾਕੂਮੈਂਟਸ ਵੱਧ ਤੋਂ ਵੱਧ ਸਬਮਿਟ ਕਰ ਸਕਦੇ ਹੋ ਤੁਹਾਡੀ ਐਪਲੀਕੇਸ਼ਨ ਵਾਸਤੇ ਵਧੀਆ ਨੇ। ਅਗਲਾ ਕੁਐਸਚਨ ਹੈ ਕਿ ਟੂ ਸਟੇਜ ਪ੍ਰੋਸੈਸਿੰਗ ਵਿੰਟਰ 2021 ਸਟਾਰਟ ਡੇਟਸ ਲਈ ਵੀ ਐਪਲੀਕੇਬਲ ਹੈਗੇ ਹੈ ਕਿ ਨਹੀਂ ਹੈਗੇ? ਇਹਦਾ ਆਨਸਰ ਹੈ ਜੀ ਨਹੀਂ। ਜਿਹੜਾ ਦੋ ਸਟੇਜ ਪ੍ਰੋਸੈਸਿੰਗ ਹੈ ਉਹ ਸਿਰਫ ਉਹਨਾਂ ਪ੍ਰੋਗਰਾਮ ਵਾਸਤੇ ਹੈਗਾ ਜਿਹੜਾ ਸਪ੍ਰਿੰਗ, ਸਮਰ ਜਾਂ ਫਾਲ 2020 ਦੇ ਵਿੱਚ ਸਟਾਰਟ ਹੋ ਰਹੇ ਨੇ, ਸਿਰਫ ਉਹਨਾਂ ਵਾਸਤੇ ਟੂ ਸਟੇਜ ਪ੍ਰੋਸੈਸਿੰਗ ਐਪਲੀਕੇਬਲ ਹੈਗੀ ਹੈ। ਅਗਲਾ ਕੁਐਸਚਨ ਅਸੀਂ ਦੇਖ ਰਹੇ ਹਾਂ ਹੈਗਾ ਕਿ ਮੈਨੂੰ AIP ਕਿੱਦਾਂ ਮਿਲ ਸਕਦਾ ਹੈ ਤੇ ਇਹ ਅਪਰੂਵਲ ਦਾ ਫਰਸਟ ਸਟੇਜ ਪਹਿਲਾ ਪੜਾਅ ਹੈਗਾ ਕਿ ਨਹੀਂ ਹੈ? AIP ਤੁਹਾਨੂੰ ਤਾਂ ਮਿਲ ਸਕਦਾ ਹੈ ਜਦੋਂ ਇੱਕ ਵੀਜ਼ਾ ਆਫਿਸਰ ਤੁਹਾਡੀ ਜਿਹੜੀ ਅਸੀਂ ਪ੍ਰੈਜੈਂਟੇਸ਼ਨ 'ਚ ਵੀ ਦੱਸਿਆ ਸੀ ਐਲੀਜੀਬਿਲਿਟੀ ਅਸੈਸਮੈਂਟ ਕਰਕੇ ਸੈਟੀਸਫਾਈ ਹੁੰਦਾ ਹੈ ਕਿ ਤੁਸੀਂ ਸਟੱਡੀ ਪਰਮਿਟ ਲਈ ਐਲੀਜੀਬਲ ਹੋ, ਤੁਸੀਂ ਆਪਦੀ ਸਟੱਡੀ ਪਰਮਿਟ ਦੀਆਂ ਸ਼ਰਤਾਂ ਨੂੰ ਮੰਨੋਗੇ ਤੇ ਆਪਦੇ ਆਥੋਰਾਈਜ਼ਡ ਜਿਹੜਾ ਸਟੇ ਹੈ ਉਸ ਤੋਂ ਬਾਅਦ ਕੈਨੇਡਾ ਛੱਡ ਕੇ ਆਪਦੇ ਦੇਸ਼ ਵਾਪਸ ਆਓਗੇ। ਇਹ ਸਾਰੀ ਚੀਜ਼ਾਂ ਦੇ ਕਰਕੇ ਤੁਹਾਨੂੰ AIP ਮਿਲਦਾ। ਅਗਲਾ ਕੁਐਸਚਨ ਇਹਦੇ ਰਿਲੇਟਡ ਹੀ ਹੈ, ਉਹ ਕਹਿੰਦੇ ਜੀ ਇੱਕ ਆਫਿਸਰ AIP ਦੇਣ ਵੇਲੇ ਕਿਹੜੀਆਂ ਗੱਲਾਂ ਧਿਆਨ 'ਚ ਰੱਖਦਾ ਹੈ? ਤੇ AIP ਦੇਣ ਵੇਲੇ ਇੱਕ ਆਫਿਸਰ ਬਹੁਤ ਸਾਰੀਆਂ ਗੱਲਾਂ ਧਿਆਨ 'ਚ ਰੱਖਦਾ ਹੈ ਜਿਹਦੇ 'ਚ ਉਹ ਸਭ ਤੋਂ ਪਹਿਲਾਂ ਦੇਖਦੇ ਹੈ ਤੁਹਾਡੀ ਫੈਮਿਲੀ ਕਿੰਨੀ ਵੈਲ ਐਸਟੈਬਲਿਸ਼ਡ ਹੈਗੀ ਹੈ ਇੰਡੀਆ 'ਚ, ਕੀ ਸੈਲਰੀ ਹੈ, ਕੀ ਫੈਮਿਲੀ ਦੀ ਸਟੇਬਿਲਿਟੀ ਹੈਗੀ ਹੈ,
ਦੂਜਾ ਜਿਹੜਾ ਬਹੁਤ ਇੰਪੋਰਟੈਂਟ ਉਹ ਚੀਜ਼ ਦੇਖਦੇ ਨੇ, ਉਹ ਇਹ ਦੇਖਦੇ ਆ ਕਿ ਜਿਹੜਾ ਤੁਸੀਂ ਕੈਨੇਡਾ ਵਿੱਚ ਕੋਰਸ ਚੁਣਿਆ ਹੈ, ਉਸ ਕੋਰਸ ਦੀ ਤੁਹਾਡੇ ਵਾਸਤੇ ਮਤਲਬ ਬਣਦਾ ਹੈ ਕਿ ਨਹੀਂ ਬਣਦਾ। ਉਹ ਇਹ ਦੇਖਦੇ ਆ ਤੁਹਾਡੀ ਜਿਹੜੀ ਪਿਛਲੀ ਪੜ੍ਹਾਈ ਹੈ ਜਾਂ ਪਿਛਲਾ ਵਰਕ ਐਕਸਪੀਰੀਅੰਸ ਹੈ, ਉਹਦੇ ਨਾਲ ਕੰਪੇਅਰ ਕਰਕੇ ਜਿਹੜਾ ਤੁਸੀਂ ਕੋਰਸ ਹੁਣ ਕੈਨੇਡਾ ਦੇ ਵਿੱਚ ਚੁਣਿਆ ਹੈ, ਉਹ ਤੁਹਾਨੂੰ ਫਾਇਦਾ ਦੇਗਾ, ਉਹ ਸਹੀ ਹੈ ਕਿ ਨਹੀਂ ਹੈ। ਤੀਜਾ ਤੁਹਾਡੀ ਜਿਹੜੀ ਲੈਂਗੁਏਜ ਸਕੋਰਸ ਨੇ, ਤੁਹਾਡੀ ਲੈਂਗੁਏਜ ਦੀ ਸਕਿੱਲਸ ਨੇ, ਉਹ ਇੱਕ ਆਫੀਸਰ ਦੇਖਦਾ ਹੈ। ਫਿਰ ਤੁਹਾਡੇ ਕੋਲ ਰਿਕੁਆਇਰਡ ਫੰਡਸ ਹੈਗੇ ਆ ਕਿ ਨਹੀਂ, ਉਹ ਇੱਕ ਆਫੀਸਰ ਦੇਖਦਾ ਹੈ। ਤੇ ਸਭ ਤੋਂ ਜ਼ਰੂਰੀ ਜਿਹੜਾ ਹੈਗਾ, ਇੱਕ ਡੀਐਲਆਈ ਕੈਨੇਡਾ ਚ ਡੀਐਲਆਈ ਵੱਲੋਂ ਤੁਹਾਡੇ ਕੋਲ ਇੱਕ ਲੈਟਰ ਆਫ ਐਕਸੈਪਟੈਂਸ ਹੋਣੀ ਚਾਹੀਦੀ ਹੈ। ਅਗਲਾ ਕੁਐਸਚਨ ਹੈ ਕਿ ਏਆਈਪੀ ਵਾਸਤੇ ਮੈਨੂੰ ਕਿਹੜੇ ਡਾਕੂਮੈਂਟ ਸਬਮਿਟ ਕਰਨੇ ਨੇ। ਇਹ ਡਾਕੂਮੈਂਟਸ ਬਾਰੇ ਵੀ ਅਸੀਂ ਪ੍ਰੈਜੈਂਟੇਸ਼ਨ 'ਚ ਪਹਿਲਾਂ ਗੱਲ ਕਰ ਚੁੱਕੇ ਹਾਂ, ਬਟ ਫਿਰ ਵੀ ਤੁਹਾਨੂੰ ਮੈਂ ਦੱਸ ਦਿੰਦਾ ਹੈ ਕਿ ਐਸਡੀਐਸ ਵਾਸਤੇ ਤੁਹਾਨੂੰ ਇੱਕ ਡੀਐਲਆਈ ਤੋਂ ਐਲਓਏ ਚਾਹੀਦੀ ਹੈ, ਲੈਟਰ ਆਫ ਐਕਸੈਪਟੈਂਸ ਚਾਹੀਦੀ ਹੈ। ਆਇਲਟਸ ਦੇ ਵਿੱਚ ਸਾਰੇ ਮੋਡਿਊਲਸ ਦੇ ਵਿੱਚ 6 ਬੈਂਡ ਚਾਹੀਦੇ ਨੇ। ਫਰਸਟ ਈਅਰ ਦੀ ਟਿਊਸ਼ਨ ਫੀ ਦੀ ਰਸੀਟ ਚਾਹੀਦੀ ਹੈ। 10,000 ਕੈਨੇਡੀਅਨ ਡਾਲਰਸ ਦਾ ਜੀਆਈਸੀ ਰਸੀਟ ਚਾਹੀਦੀ ਹੈ। ਤੁਹਾਡੀਆਂ ਸਾਰੀਆਂ ਸਭ ਤੋਂ ਲੇਟੈਸਟ ਪੜ੍ਹਾਈ ਦੀਆਂ ਟ੍ਰਾਂਸਕ੍ਰਿਪਟਸ ਚਾਹੀਦੀਆਂ ਨੇ। ਤੇ ਕਿਊਬੈਕ ਵਾਸਤੇ ਇੱਕ ਸੀਏਕਿਊ ਚਾਹੀਦਾ ਹੈ, ਜਿਹੜੇ ਸਟੂਡੈਂਟਸ ਕਿਊਬੈਕ 'ਚ ਪੜ੍ਹਾਈ ਕਰਨਾ ਚਾਹੁੰਦੇ ਆ। ਨੌਨ ਐਸਡੀਐਸ ਵਾਸਤੇ ਤੁਹਾਡੇ ਇੱਕ ਡੀਐਲਆਈ ਤੋਂ ਲੈਟਰ ਆਫ ਐਕਸੈਪਟੈਂਸ ਚਾਹੀਦੀ ਹੈ। ਆਇਲਟਸ ਟੋਫਲ ਜਾਂ ਪੀਟੀ ਦੇ ਰਿਜ਼ਲਟਸ ਚਾਹੀਦੇ ਹੈ। ਤੁਹਾਡੀ ਫਾਈਨੈਂਸ਼ੀਅਲ ਤੁਹਾਡੇ ਫੰਡਸ ਬਾਰੇ ਇੱਕ ਐਵੀਡੈਂਸ ਚਾਹੀਦਾ ਹੈ ਕਿ ਤੁਹਾਡੇ ਕੋਲ ਲਿਕੁਇਡ ਫੰਡਸ ਹੈਗੇ ਆ ਕੈਨੇਡਾ ਦੇ ਵਿੱਚ ਪੜ੍ਹਾਈ ਕਰਨ ਵਾਸਤੇ। ਤੇ ਤੁਹਾਡੀਆਂ ਐਜੂਕੇਸ਼ਨ ਦੀਆਂ ਟ੍ਰਾਂਸਕ੍ਰਿਪਟਸ ਚਾਹੀਦੀਆਂ। ਤੇ ਅਗੇਨ ਜਿਹੜੇ ਸਟੂਡੈਂਟਸ ਨੇ ਕਿਊਬੈਕ 'ਚ ਪੜ੍ਹਾਈ ਕਰਨੀ ਹੈ, ਉਹਨਾਂ ਵਾਸਤੇ ਇੱਕ ਸੀਏਕਿਊ ਚਾਹੀਦਾ। ਅਗਲੇ ਕੁਐਸਚਨ ਵੱਲ ਅਸੀਂ ਜਾਣਦੇ ਹਾਂ ਕਿ ਜੇ ਇਸ ਟਾਈਮ ਤੇ ਮੇਰਾ ਮੈਡੀਕਲ ਜਾਂ ਬਾਇਓਮੈਟ੍ਰਿਕ ਮਿਸਿੰਗ ਹੈਗਾ, ਕਿ ਮੈਂ ਐਸਡੀਐਸ ਲਈ ਕੁਆਲੀਫਾਈ ਕਰਦਾ ਹਾਂ। ਇਹਦਾ ਆਨਸਰ ਹੈ ਜੀ ਨਹੀਂ। ਜੇ ਇਸ ਟਾਈਮ ਤੇ ਤੁਹਾਡਾ ਕੋਈ ਵੀ ਡਾਕੂਮੈਂਟ ਜਿਹੜਾ ਐਸਡੀਐਸ ਵਾਸਤੇ ਰਿਕੁਆਇਰਡ ਹੈ ਉਹ ਮਿਸਿੰਗ ਹੈ, ਤੇ ਤੁਹਾਡੀ ਐਪਲੀਕੇਸ਼ਨ ਐਸਡੀਐਸ ਤੋਂ ਨਾਨ ਐਸਡੀਐਸ ਕੈਟੇਗਰੀ ਦੇ ਵਿੱਚ ਮੂਵ ਕਰ ਦਿੱਤੀ ਜਾਏਗੀ। ਅਗਲਾ ਕੁਐਸਚਨ ਹੈ, ਜੇ ਮੈਂ ਇੱਕ ਰਿਕੁਐਸਟਡ ਟਾਈਮ ਦੇ ਵਿੱਚ, ਇੱਕ ਰਿਕੁਐਸਟਡ ਸਮੇਂ ਦੇ ਵਿੱਚ ਆਪਣਾ ਡਾਕੂਮੈਂਟਸ ਨਹੀਂ ਸਬਮਿਟ ਕਰ ਪਾਉਂਦਾ, ਤਾਂ ਮੇਰੀ ਐਪਲੀਕੇਸ਼ਨ ਤੇ ਇਹਦਾ ਕੀ ਅਸਰ ਹੋਏਗਾ। ਦੇਖੋ ਜੀ, ਸਾਨੂੰ ਪਤਾ ਹੈ ਇਸ ਟਾਈਮ ਤੇ ਬਹੁਤ ਸਾਰੇ ਰੀਜ਼ਨਸ ਕਰਕੇ, ਬਹੁਤ ਸਾਰੇ ਜਿਹੜੀ ਸਿਚੁਏਸ਼ਨ ਇਹੋ ਜਿਹੀ ਹੈ ਕਿ ਤੁਸੀਂ ਆਪਦੇ ਡਾਕੂਮੈਂਟ ਸਾਨੂੰ ਨਹੀਂ ਸਬਮਿਟ ਕਰ ਪਾ ਰਹੇ ਹੋ। ਜਿੱਦਾਂ ਕਿ ਤੁਸੀਂ ਆਪਦੇ ਬਾਇਓਮੈਟ੍ਰਿਕ ਸਾਨੂੰ ਨਹੀਂ ਸਬਮਿਟ ਕਰ ਪਾ ਰਹੇ ਹੋ, ਤੁਸੀਂ ਆਪਦੇ ਇਮੀਗ੍ਰੇਸ਼ਨ ਮੈਡੀਕਲ ਐਗਜ਼ਾਮ ਕੰਪਲੀਟ ਨਹੀਂ ਕਰ ਪਾ ਰਹੇ ਹੋ। ਤੇ ਅਸੀਂ ਤੁਹਾਨੂੰ ਇਸੇ ਗੱਲ ਦਾ ਵਿਸ਼ਵਾਸ ਦਿਲਾਉਣਾ ਚਾਹੁੰਦੇ ਹਾਂ ਕਿ ਜਿਹੜੀ ਵੀ ਤੁਹਾਡੀ ਡੈਡਲਾਈਨਸ ਜਾਂ ਟਾਈਮਲਾਈਨ ਮੈਂਸ਼ਨਡ ਹੈ ਤੁਹਾਡੀ ਬਾਇਓਮੈਟ੍ਰਿਕਸ ਲੈਟਰ ਦੇ ਵਿੱਚ, ਜਾਂ ਤੁਹਾਡੇ ਮੈਡੀਕਲ ਐਗਜ਼ਾਮ ਕਰਾਉਣ ਦੇ ਵਾਸਤੇ ਜਾਂ ਪਾਸਪੋਰਟ ਸਬਮਿਟ ਕਰਨ ਦੇ ਵਾਸਤੇ, ਉਹ ਆਈਆਰਸੀਸੀ ਨੇ ਆਟੋਮੈਟਿਕਲੀ ਐਕਸਟੈਂਡ ਕਰ ਦਿੱਤੀਆਂ ਨੇ। ਤੇ ਕੋਈ ਵੀ ਐਪਲੀਕੇਸ਼ਨ ਅਸੀਂ ਇਸ ਕਰਕੇ ਰਿਫਿਊਜ਼ ਨਹੀਂ ਕਰਾਂਗੇ ਕਿ ਤੁਸੀਂ ਜਿਹੜਾ ਸਟਿਪੂਲੇਟਡ ਟਾਈਮ ਸੀਗਾ ਉਹਦੇ ਅੰਦਰ ਤੁਸੀਂ ਸਾਨੂੰ ਐਪਲੀਕੇਸ਼ਨ ਡਾਕੂਮੈਂਟ ਸਬਮਿਟ ਨਹੀਂ ਕੀਤਾ ਹੈ। ਮਗਰ ਅਸੀਂ ਨਾਲ ਤੁਹਾਨੂੰ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਜਦੋਂ ਵੀ ਤੁਹਾਨੂੰ ਪੋਸੀਬਲ ਹੋਵੇ, ਜਲਦ ਤੋਂ ਜਲਦ ਤੁਸੀਂ ਆਪਦੇ ਸਾਰੇ ਡਾਕੂਮੈਂਟ ਸਾਨੂੰ ਸਬਮਿਟ ਕਰੋ, ਤਾਂ ਕਿ ਤੁਹਾਡੀ ਐਪਲੀਕੇਸ਼ਨ ਦੀ ਪ੍ਰੋਸੈਸਿੰਗ ਜਲਦੀ ਹੋ ਸਕੇ। ਅਗਲਾ ਕੁਐਸਚਨ ਹੈ ਕਿ ਮੈਨੂੰ ਇਹ ਕਿੱਦਾਂ ਪਤਾ ਲੱਗੇਗਾ ਕਿ ਮੇਰੀ ਐਪਲੀਕੇਸ਼ਨ ਦੇ ਵਿੱਚ ਏਆਈਪੀ ਗ੍ਰਾਂਟ ਹੋ ਗਿਆ ਹੈ। ਇਹਦੇ ਬਾਰੇ ਵੀ ਅਸੀਂ ਪ੍ਰੈਜੈਂਟੇਸ਼ਨ 'ਚ ਗੱਲ ਕੀਤੀ ਹੈ ਕਿ ਇਹਦੇ ਬਾਰੇ ਤੁਹਾਨੂੰ ਇੱਕ ਆਨਲਾਈਨ ਲੈਟਰ ਆਊਗੀ ਤੁਹਾਡੇ ਆਨਲਾਈਨ ਸੀਆਈਸੀ ਅਕਾਊਂਟ ਦੇ ਵਿੱਚ। ਉਹਦੇ ਤੁਸੀਂ ਰੈਗੂਲਰਲੀ ਚੈੱਕ ਕਰਨਾ ਹੈ। ਜਦੋਂ ਵੀ ਤੁਹਾਡਾ ਏਆਈਪੀ ਅਪਰੂਵ ਹੁੰਦਾ ਹੈ, ਤੁਹਾਨੂੰ ਇਲੈਕਟ੍ਰੋਨਿਕਲੀ ਇੱਕ ਲੈਟਰ ਭੇਜੀ ਜਾਏਗੀ ਤੁਹਾਡੇ ਅਕਾਊਂਟ ਦੇ ਵਿੱਚ। ਅਗਲਾ ਕੁਐਸਚਨ ਅਸੀਂ ਹੈਗਾ ਹੈ ਕਿ ਆਪਣਾ ਏਆਈਪੀ ਮਿਲਣ ਤੋਂ ਬਾਅਦ ਜੇ ਮੈਂ ਬਾਇਓਮੈਟ੍ਰਿਕਸ ਤੇ ਮੈਡੀਕਲ ਸਬਮਿਟ ਕਰ ਦਿੰਦਾ ਤਾਂ ਮੈਨੂੰ ਵੀਜ਼ਾ ਮਿਲ ਜਾਏਗਾ। ਇਹਦਾ ਆਨਸਰ ਹੈ ਜੀ ਨਹੀਂ। ਐਡਮਿਸਿਬਿਲਿਟੀ ਰਿਕੁਆਇਰਮੈਂਟਸ ਜਿਹੜੀਆਂ ਨੇ, ਉਹ ਇੱਕ ਆਫੀਸਰ ਨੇ ਬਾਇਓਮੈਟ੍ਰਿਕ ਮੈਡੀਕਲ ਤੋਂ ਇਲਾਵਾ ਤੁਹਾਡਾ ਪੂਰਾ ਬੈਕਗ੍ਰਾਉਂਡ ਚੈੱਕ ਕਰਨਾ ਹੈ ਤੇ ਤੁਹਾਡੀ ਕ੍ਰਿਮੀਨੈਲਿਟੀ ਚੈੱਕ ਕਰਨੀ ਹੈ। ਤੇ ਜੇ ਆਫੀਸਰ ਤੁਹਾਡੇ ਬੈਕਗ੍ਰਾਉਂਡ ਹਿਸਟਰੀ ਜਾਂ ਕ੍ਰਿਮੀਨੈਲਿਟੀ ਤੋਂ ਸੈਟੀਸਫਾਈ ਨਹੀਂ ਹੁੰਦਾ ਤਾਂ ਤੁਹਾਡਾ ਵੀਜ਼ਾ ਰਿਫਿਊਜ਼ ਹੋ ਸਕਦਾ ਹੈ। ਅਗਲਾ ਕੁਐਸਚਨ ਹੈ ਕਿ ਮੇਰਾ ਸਟੇਜ 2 ਐਡਮਿਸਿਬਿਲਿਟੀ ਡਿਸੀਜਨ ਕਦੋਂ ਕੰਪਲੀਟ ਹੋਊਗਾ। ਸਟੇਜ 2 ਜਿਹੜਾ ਡਿਸੀਜਨ ਹੁੰਦਾ ਹੈ ਉਹ ਆਫਟਰ ਏਆਈਪੀ ਹੁੰਦਾ ਹੈ ਤੇ ਵੀਜ਼ਾ ਇਸ਼ੂਐਂਸ ਤੋਂ ਪਹਿਲਾਂ ਹੁੰਦਾ ਹੈ। ਇਹਦੇ ਵਾਸਤੇ ਤੁਹਾਨੂੰ ਆਪਦੇ ਕੰਪਲੀਟ ਮੈਡੀਕਲਸ, ਬਾਇਓਮੈਟ੍ਰਿਕਸ, ਅਗੇਨ ਤੁਹਾਡੀ ਜਿਹੜੀ ਬੈਕਗ੍ਰਾਉਂਡ ਹਿਸਟਰੀ ਹੈ ਤੇ ਕ੍ਰਿਮੀਨੈਲਿਟੀ ਹੈ, ਇਹ ਪੂਰੀ ਅਸੈਸਮੈਂਟ ਤੋਂ ਬਾਅਦ ਹੀ ਤੁਹਾਨੂੰ ਸਟੇਜ 2 ਦਾ ਜਿਹੜਾ ਅਪਰੂਵਲ ਹੁੰਦਾ ਹੈ ਉਹ ਮਿਲਦਾ ਹੈ। ਅਗਲਾ ਕੁਐਸਚਨ ਹੈ ਜੀ, ਮੈਂ ਆਪਦੇ ਸਾਰੇ ਡਾਕੂਮੈਂਟ ਸਬਮਿਟ ਕਰ ਦਿੱਤੇ ਨੇ, ਕਿ ਮੈਨੂੰ ਏਆਈਪੀ ਮਿਲੇਗਾ ਜਾਂ ਸਟੇਜ 2 ਅਪਰੂਵਲ ਮਿਲੇਗਾ। ਦੇਖੋ ਜੀ, ਹਲੇ ਸਾਡਾ ਜਿਹੜਾ ਫੋਕਸ ਹੈ ਉਹ ਏਆਈਪੀ ਦੇਣ ਤੇ ਹੈਗਾ, ਤਾਂ ਕਿ ਸਟੂਡੈਂਟਸ ਨੂੰ ਆਪਦੀ ਕੈਨੇਡੀਅਨ ਸਟੱਡੀ ਬਾਰੇ ਇੱਕ ਅਸ਼ੋਰੈਂਸ ਮਿਲੇ। ਅਸੀਂ ਕੋਈ ਵੀ ਐਪਲੀਕੇਸ਼ਨ ਤਦ ਤੱਕ ਫਾਈਨਲ ਨਹੀਂ ਕਰਾਂਗੇ ਜਦ ਤੱਕ ਵੀਜ਼ਾ ਐਪਲੀਕੇਸ਼ਨ ਸੈਂਟਰਸ ਖੁੱਲ ਨਹੀਂ ਜਾਂਦੇ। ਅਗਲਾ ਕੁਐਸਚਨ ਹੈਗਾ ਹੈ ਕਿ ਮੈਂ ਆਪਦੀ ਆਨਲਾਈਨ ਕਲਾਸਿਸ ਏਆਈਪੀ ਤੋਂ ਪਹਿਲਾਂ ਸ਼ੁਰੂ ਕਰ ਸਕਦਾ। ਇਹ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ।
ਸਾਨੂੰ ਬਹੁਤ ਸਾਰੇ ਸਟੂਡੈਂਟਸ ਪੁੱਛਦੇ ਨੇ, ਬਹੁਤ ਸਾਰੀ ਈਮੇਲਸ ਆਉਂਦੀਆਂ ਨੇ ਜਿਹਦੇ ਚੋਂ ਕਹਿੰਦੇ ਨੇ ਕਿ ਸਾਡੀ ਪੜ੍ਹਾਈ ਸ਼ੁਰੂ ਹੋਣ ਵਾਲੀ ਹੈ ਤੇ ਸਾਡਾ AIP ਸਾਨੂੰ ਹਲੇ ਤੱਕ ਮਿਲਿਆ ਨਹੀਂ ਹੈ। ਇਹ ਮੈਂ ਤੁਹਾਨੂੰ ਸਪੈਸੀਫਾਈ ਕਰਨਾ ਚਾਹੁੰਦਾ ਹਾਂ ਕਿ ਪੜ੍ਹਾਈ ਸ਼ੁਰੂ ਕਰਨ ਵਾਸਤੇ ਤੁਹਾਨੂੰ AIP ਦੀ ਲੋੜ ਨਹੀਂ ਹੈ। ਆਨਲਾਈਨ ਤੁਸੀਂ ਆਪਦੀ ਪੜ੍ਹਾਈ AIP ਤੋਂ ਪਹਿਲਾਂ ਵੀ ਸ਼ੁਰੂ ਕਰ ਸਕਦੇ ਹੋ ਤੇ ਜੇਕਰ ਕਿ ਤੁਸੀਂ ਆਪਦੀ ਆਨਲਾਈਨ ਪੜ੍ਹਾਈ AIP ਤੋਂ ਪਹਿਲਾਂ ਸ਼ੁਰੂ ਕਰਦੇ ਹੋ ਤੇ ਉਸ ਤੋਂ ਬਾਅਦ ਤੁਹਾਨੂੰ AIP ਮਿਲਦਾ ਹੈ ਤੇ ਜਿਹੜਾ ਇਹ ਸਮਾਂ, ਜਿਹੜਾ ਟਾਈਮ ਤੁਸੀਂ ਸਟੱਡੀ ਸ਼ੁਰੂ ਕਰਨ ਤੋਂ AIP ਮਿਲਣ ਤੱਕ ਤੁਸੀਂ ਆਪਦੀ ਆਨਲਾਈਨ ਸਟੱਡੀ ਤੇ ਲਾਉਂਦੇ ਹੋ, ਇਹ ਟਾਈਮ ਤੁਹਾਡੇ PGWP ਲਈ ਗਿਣਿਆ ਜਾਊਗਾ। ਅਗਲਾ ਹੁਣ ਅਸੀਂ ਕੁਐਸਚਨ ਦੇਖਦੇ ਹਾਂ। ਅਗਲਾ ਕੁਐਸਚਨ ਹੈ ਕਿ ਜੇ ਇੱਕ DLI ਨਾਲ ਆਨਲਾਈਨ ਪੜ੍ਹਾਈ ਸ਼ੁਰੂ ਕਰਨ ਤੋਂ ਬਾਅਦ ਮੇਰੀ ਐਪਲੀਕੇਸ਼ਨ ਰਿਫਿਊਜ਼ ਹੋ ਜਾਂਦੀ ਹੈ ਤੇ ਟਿਊਸ਼ਨ ਫੀ ਦਾ ਰਿਫੰਡ ਮੈਨੂੰ ਮਿਲੇਗਾ ਕਿ ਨਹੀਂ ਮਿਲੇਗਾ। ਜਿਹੜਾ ਟਿਊਸ਼ਨ ਫੀ ਦਾ ਰਿਫੰਡ ਦਾ ਕੁਐਸਚਨ ਹੈ ਉਹਦੇ ਚ IRCC ਤੁਹਾਨੂੰ ਕੋਈ ਜਵਾਬ ਨਹੀਂ ਦੇ ਸਕਦੀ, ਕਿਉਂਕਿ ਇਹਦੇ ਬਾਰੇ ਤੁਸੀਂ ਆਪਦੇ DLI ਨਾਲ ਗੱਲ ਕਰਨੀ ਹੈ ਤੇ ਉਹਨਾਂ ਦੀ ਰਿਫੰਡ ਪਾਲਿਸੀ ਦੇਖਣੀ ਹੈ ਕਿ ਉਹ ਤੁਹਾਨੂੰ ਫੀ ਰਿਫੰਡ ਕਰ ਸਕਦੇ ਨੇ ਕਿ ਨਹੀਂ ਕਰ ਸਕਦੇ ਨੇ। ਅਗਲਾ ਕੁਐਸਚਨ ਹੈ ਕਿ ਇਸ ਟਾਈਮ ਤੇ SDS ਦੀ ਪ੍ਰੋਸੈਸਿੰਗ ਨਾਨ SDS ਤੋਂ ਤੇਜ਼ ਹੋ ਰਹੀ ਹੈ, ਫਾਸਟ ਹੋ ਰਹੀ ਹੈ ਜਾਂ ਨਹੀਂ। ਦੇਖੋ ਜੀ, ਇਸ ਗੱਲ ਬਾਰੇ ਅਸੀਂ ਪ੍ਰੈਜੈਂਟੇਸ਼ਨ 'ਚ ਵੀ ਗੱਲ ਕੀਤੀ ਹੈ ਕਿ ਇਸ ਟਾਈਮ ਜਿਹੜੇ ਵੀ ਸਾਡੇ ਪ੍ਰੋਸੈਸਿੰਗ ਟਾਈਮਸ ਨੇ ਉਹ ਫਿਕਸਡ ਨਹੀਂ ਨੇ। ਕੁਝ ਵੀ ਇਸ ਟਾਈਮ ਤੇ ਜਿਹੜਾ ਤੁਸੀਂ ਵੈਬਸਾਈਟ ਤੇ ਸਾਡੇ ਨਾਰਮਲ ਪ੍ਰੋਸੈਸਿੰਗ ਟਾਈਮ ਦੇਖਦੇ ਹੋ ਉਹ ਇਨਕਰੈਕਟ ਨੇ, ਉਹ ਸਹੀ ਨਹੀਂ ਨੇ, ਕਿਉਂਕਿ ਸਟਾਫ ਦੀ ਇਸ ਟਾਈਮ ਤੇ ਬਹੁਤ ਜ਼ਿਆਦਾ ਸ਼ਾਰਟੇਜ ਹੈ। ਬਟ ਅਸੀਂ ਇਸ ਗੱਲ ਨੂੰ ਮੰਨਦੇ ਹਾਂ ਕਿ ਸਟੂਡੈਂਟਸ ਬਹੁਤ ਜ਼ਿਆਦਾ ਈਗਰ ਨੇ, ਬਹੁਤ ਜ਼ਿਆਦਾ ਟਾਈਮ ਹੋ ਗਿਆ ਉਹਨਾਂ ਨੂੰ ਆਪਦੀ ਐਪਲੀਕੇਸ਼ਨਸ ਫਾਈਲ ਕੀਤੇ ਹੋਏ, ਤਾਂ ਕਰਕੇ ਸਾਡੀ ਇਹੀ ਕੋਸ਼ਿਸ਼ ਹੈ ਕਿ ਅਸੀਂ ਜਲਦ ਤੋਂ ਜਲਦ ਤੁਹਾਡੀ ਐਪਲੀਕੇਸ਼ਨਸ ਪ੍ਰੋਸੈਸ ਕਰੀਏ। ਅਗਲਾ ਕੁਐਸਚਨ ਹੈ ਜੀ, ਵੀਜ਼ਾ ਵਾਸਤੇ ਆਪਣੀ ਪਾਸਪੋਰਟ ਕਦੋਂ ਸਬਮਿਟ ਕਰ ਸਕਦਾ ਮੈਂ। ਇਹਦੇ ਬਾਰੇ ਤੁਹਾਨੂੰ ਪਤਾ ਹੈ ਕਿ ਅੱਜ ਕੱਲ ਜਿਹੜੇ ਵੀਜ਼ਾ ਐਪਲੀਕੇਸ਼ਨ ਸੈਂਟਰਸ ਨੇ ਉਹ ਬੰਦ ਨੇ ਤੇ ਥਰੂ ਆਊਟ ਸੈਪਟੈਂਬਰ ਇਹ ਵੀਜ਼ਾ ਐਪਲੀਕੇਸ਼ਨ ਸੈਂਟਰਸ ਬੰਦ ਰਹਿਣਗੇ ਤੇ ਤੁਸੀਂ ਤਦ ਤੱਕ ਆਪਦਾ ਪਾਸਪੋਰਟ ਸਬਮਿਟ ਨਹੀਂ ਕਰ ਸਕਦੇ ਜਦ ਤੱਕ ਵੀਜ਼ਾ ਐਪਲੀਕੇਸ਼ਨ ਸੈਂਟਰਸ ਨਹੀਂ ਖੁੱਲਦੇ। ਤੁਹਾਨੂੰ ਇਸ ਗੱਲ ਦੀ ਬੇਨਤੀ ਹੈ ਕਿ ਆਪਦਾ ਪਾਸਪੋਰਟ ਜਾਂ ਕੋਈ ਵੀ ਫਿਜ਼ੀਕਲ ਡਾਕੂਮੈਂਟ ਤੁਸੀਂ ਇਸ ਟਾਈਮ ਸਾਨੂੰ ਕੈਨੇਡੀਅਨ ਹਾਈ ਕਮਿਸ਼ਨ ਦਿੱਲੀ ਜਾਂ ਕਿਸੇ ਵੀ ਸਾਡੀ ਕੌਂਸੂਲੇਟ 'ਚ ਨਹੀਂ ਭੇਜ ਸਕਦੇ। ਜੇਕਰ ਕਿ ਤੁਸੀਂ ਆਪਦਾ ਪਾਸਪੋਰਟ ਜਾਂ ਕੋਈ ਵੀ ਡਾਕੂਮੈਂਟ ਭੇਜੋਗੇ ਤਾਂ ਉਹ ਤੁਹਾਡੇ ਖਰਚੇ ਤੇ ਅਸੀਂ ਤੁਹਾਨੂੰ ਵਾਪਸ ਮੋੜ ਦਾਂਗੇ। ਅਸੀਂ ਡਾਇਰੈਕਟਲੀ ਪਾਸਪੋਰਟ ਜਾਂ ਕੋਈ ਵੀ ਡਾਕੂਮੈਂਟ ਐਕਸੈਪਟ ਨਹੀਂ ਕਰ ਸਕਦੇ। ਜੇਕਰ ਕਿ ਤੁਸੀਂ ਕੋਈ ਡਾਕੂਮੈਂਟ ਸਬਮਿਟ ਕਰਨਾ ਹੈ ਤੁਸੀਂ IRCC ਦਾ ਵੈਬ ਫਾਰਮ ਯੂਜ਼ ਕਰ ਸਕਦੇ ਹੋ, ਪਰ ਪਾਸਪੋਰਟਸ ਅਸੀਂ ਸਿਰਫ ਤੇ ਸਿਰਫ ਵੈਕਸ ਖੁੱਲਣ ਤੋਂ ਬਾਅਦ ਹੀ ਐਕਸੈਪਟ ਕਰਾਂਗੇ। ਅਗਲਾ ਕੁਐਸਚਨ ਹੈ ਕਿ ਕੀ ਮੈਂ ਇੱਕ ਆਨਲਾਈਨ ਲੈਂਗੁਏਜ ਟੈਸਟ ਦਾ ਰਿਜ਼ਲਟ ਸਬਮਿਟ ਕਰ ਸਕਦਾ ਹਾਂ। ਇਹਦਾ ਆਨਸਰ ਹੈ ਜੀ ਨਹੀਂ। IRCC ਆਨਲਾਈਨ ਟੈਸਟ ਰਿਜ਼ਲਟ ਨਹੀਂ ਐਕਸੈਪਟ ਕਰਦੀ। ਜੇਕਰ ਤੁਹਾਡੇ DLI ਨੇ ਤੁਹਾਨੂੰ ਇੱਕ ਆਨਲਾਈਨ ਲੈਂਗੁਏਜ ਟੈਸਟ ਦੇ ਆਧਾਰ ਤੇ ਐਡਮਿਸ਼ਨ ਦੇ ਵੀ ਦਿੱਤੀ ਹੈ, ਉਹ ਇਮੀਗ੍ਰੇਸ਼ਨ ਪਰਪਸ ਵਾਸਤੇ ਵੈਲਿਡ ਨਹੀਂ ਹੈ। ਇਮੀਗ੍ਰੇਸ਼ਨ ਵਾਸਤੇ ਤੁਹਾਨੂੰ ਸਿਰਫ ਇਨ ਪਰਸਨ ਲੈਂਗੁਏਜ ਟੈਸਟ ਦਾ ਰਿਜ਼ਲਟ ਹੀ ਅਸੀਂ ਐਕਸੈਪਟ ਕਰਾਂਗੇ। ਅਗਲਾ ਕੁਐਸਚਨ ਵੀ ਸਾਨੂੰ ਬਹੁਤ ਲੋਕਾਂ ਨੇ ਪੁੱਛਿਆ, ਉਹ ਕਹਿੰਦੇ ਕਿ ਮੇਰਾ IELTS ਸਕੋਰ ਐਕਸਪਾਇਰ ਹੋ ਗਿਆ ਹੈ। ਜਦੋਂ ਮੈਂ ਐਪਲੀਕੇਸ਼ਨ ਲਾਈ ਸੀ ਉਹ IELTS ਸਕੋਰ ਵੈਲਿਡ ਸੀਗਾ ਤੇ ਹੁਣ ਉਹ ਐਕਸਪਾਇਰ ਹੋਣ ਵਾਲਾ ਹੈ ਜਾਂ ਐਕਸਪਾਇਰ ਹੋ ਗਿਆ ਹੈ। ਇਹਦੇ ਵਿੱਚ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਜੇਕਰ ਕਿ ਜਦੋਂ ਤੁਸੀਂ ਆਪਦੀ ਐਪਲੀਕੇਸ਼ਨ ਫਾਈਲ ਕੀਤੀ ਸੀ ਉਸ ਟਾਈਮ ਤੇ ਜੇ ਤੁਹਾਡਾ IELTS ਸਕੋਰ ਵੈਲਿਡ ਸੀਗਾ ਤੇ ਅਸੀਂ ਉਸ ਸਕੋਰ ਨੂੰ ਐਕਸੈਪਟ ਕਰਾਂਗੇ। ਤੁਹਾਨੂੰ IELTS ਦਾ ਟੈਸਟ ਦੁਬਾਰਾ ਲੈਣ ਦੀ ਲੋੜ ਨਹੀਂ ਹੈ। ਅਗਲਾ ਕੁਐਸਚਨ ਹੈਗਾ ਕਿ IRCC PTE ਸਕੋਰਸ ਐਕਸੈਪਟ ਕਰਦਾ ਹੈ। ਦੇਖੋ, ਜਿਹੜੇ ਸਾਡੇ ਰეკਮੈਂਡਡ ਲੈਂਗੁਏਜ ਟੈਸਟਸ ਨੇ ਉਹ ਆਲਰੇਡੀ ਅਸੀਂ IRCC ਦੀ ਵੈਬਸਾਈਟ ਤੇ ਪਾਏ ਹੋਏ ਨੇ, ਉੱਥੇ ਤੁਸੀਂ ਜਾ ਕੇ ਦੇਖ ਸਕਦੇ ਹੋ। ਬਟ ਅੱਜ ਦੇ ਹਾਲਾਤ ਕਰਕੇ ਜੇ ਤੁਹਾਡੇ ਕੋਲ ਆਲਰੇਡੀ PTE ਦਾ ਰਿਜ਼ਲਟ ਹੈਗਾ ਤੇ ਤੁਸੀਂ ਉਹ ਸਕੋਰਸ IRCC ਨੂੰ PTE ਪੋਰਟਲ ਦੇ ਰਾਹੀਂ ਸਬਮਿਟ ਕਰ ਸਕਦੇ ਹੋ। ਤੁਹਾਨੂੰ ਇੱਕ ਗੱਲ ਦੀ ਬੇਨਤੀ ਹੈ ਕਿ ਸਾਨੂੰ ਆਪਦੀ ਸਟੱਡੀ ਪਰਮਿਟ ਐਪਲੀਕੇਸ਼ਨ ਦੇ ਨਾਲ ਆਪਦਾ ਯੂਜ਼ਰ ID ਪਾਸਵਰਡ ਨਾ ਭੇਜੋ, ਉਹਦੀ ਸਾਨੂੰ ਕੋਈ ਲੋੜ ਨਹੀਂ ਹੈ। ਅਗਲਾ ਕੁਐਸਚਨ ਹੈ ਕਿ ਮੇਰੀ ਐਪਲੀਕੇਸ਼ਨ ਹਲੇ ਪੈਂਡਿੰਗ ਹੈ ਤੇ ਜੇ ਮੈਂ ਆਪਦੀ ਪੜ੍ਹਾਈ ਡਿਫਰ ਕਰਦਾ ਤਾਂ ਉਹਦੇ 'ਚ ਮੇਰੀ ਐਪਲੀਕੇਸ਼ਨ ਤੇ ਕੀ ਅਸਰ ਹੋਊਗਾ। ਜੇਕਰ ਕਿ ਤੁਹਾਡੀ ਐਪਲੀਕੇਸ਼ਨ ਪੈਂਡਿੰਗ ਹੈ ਤੇ ਤੁਸੀਂ ਆਪਦੀ ਸਟੱਡੀ ਡਿਫਰ ਕਰਦੇ ਹੋ ਤੇ ਤੁਸੀਂ ਇਹ ਕਰ ਸਕਦੇ ਹੋ, ਬਟ ਤੁਹਾਡੀ ਨਵੀਂ ਜਿਹੜੀ LOA ਹੈ, ਜਿਹੜੀ ਲੈਟਰ ਆਫ ਐਕਸੈਪਟੈਂਸ ਹੈ, ਉਹ ਤੁਹਾਨੂੰ ਸਬਮਿਟ ਕਰਨੀ ਪੈਣੀ ਹੈ ਸਾਨੂੰ ਇੱਕ ਵੈਬ ਫਾਰਮ ਰਾਹੀਂ, ਤਾਂ ਕਿ ਜਦੋਂ ਵੀ ਤੁਹਾਡੀ ਐਪਲੀਕੇਸ਼ਨ ਪ੍ਰੋਸੈਸ ਹੋਏ ਤੇ ਮਾਈਗ੍ਰੇਸ਼ਨ ਆਫਿਸਰ ਨੂੰ ਇਹ ਪਤਾ ਲੱਗ ਸਕੇ ਕਿ ਤੁਸੀਂ ਆਪਦੀ ਸਟੱਡੀ ਡਿਫਰ ਕੀਤੀ ਹੈ। ਅਗਲਾ ਕੁਐਸਚਨ ਹੈ ਜੀ, ਮੈਨੂੰ ਆਪਦੀ ਸਟੱਡੀ ਪਰਮਿਟ ਦਾ ਅਪਰੂਵਲ ਮਿਲ ਗਿਆ ਹੈ ਪਰ ਮੈਂ ਆਪਣੀ ਸਟੱਡੀਜ਼ ਡਿਫਰ ਕਰ ਦਿੱਤੀਆਂ ਨੇ, ਮੈਂ ਆਪਦਾ ਵੀਜ਼ਾ ਕਿਵੇਂ ਐਕਸਟੈਂਡ ਕਰਾਂ। ਇਹਦਾ ਆਨਸਰ ਇਹ ਹੈ ਜੀ ਕਿ ਤੁਸੀਂ ਆਪਦਾ ਵੀਜ਼ਾ ਸਟੱਡੀ ਪਰਮਿਟ ਜਿਹੜਾ ਹੈਗਾ ਐਕਸਟੈਂਡ ਨਹੀਂ ਕਰ ਸਕਦੇ। ਤੁਹਾਨੂੰ ਇੱਕ ਫਰੈਸ਼ ਸਟੱਡੀ ਪਰਮਿਟ ਅਪਲਾਈ ਕਰਨਾ ਪੈਣਾ ਹੈ। ਸਟੱਡੀ ਪਰਮਿਟ ਐਕਸਟੈਂਸ਼ਨ ਸਿਰਫ ਉਹਨਾਂ ਸਟੂਡੈਂਟਸ ਵਾਸਤੇ ਨੇ ਜਿਹੜੇ ਆਲਰੇਡੀ ਕੈਨੇਡਾ ਦੇ ਵਿੱਚ ਨੇ। ਜੇ ਤੁਸੀਂ ਇੰਡੀਆ 'ਚੋਂ ਤੁਹਾਨੂੰ ਇੱਕੋ ਹੀ ਤਰੀਕਾ ਹੈ, ਉਹ ਹੈਗਾ ਜੀ ਤੁਸੀਂ ਇੱਕ ਫਰੈਸ਼ ਸਟੱਡੀ ਪਰਮਿਟ ਅਪਲਾਈ ਕਰਨਾ ਹੈ।
ਅਗਲਾ ਕੁਐਸਚਨ ਹੈ ਜੀ, AIP ਮਿਲਣ ਤੋਂ ਬਾਅਦ ਮੈਂ ਆਪਣੀ ਸਟੱਡੀਜ਼ ਡੈਫਰ ਕਰ ਸਕਦਾ ਹਾਂ? ਹਾਂਜੀ, AIP ਮਿਲਣ ਤੋਂ ਬਾਅਦ ਵੀ ਤੁਸੀਂ ਆਪਦੀ ਸਟੱਡੀਜ਼ ਡੈਫਰ ਕਰ ਸਕਦੇ ਹੋ। ਜੇਕਰ ਕਿ ਤੁਸੀਂ ਆਪਦੀ ਸਟੱਡੀਜ਼ ਇੱਕ ਲੇਟਰ ਸਮੈਸਟਰ 'ਚ ਡੈਫਰ ਕਰਦੇ ਹੋ ਤਾਂ ਤੁਸੀਂ ਸਾਨੂੰ IRCC ਵੈਬ ਫਾਰਮ ਦੇ ਰਾਹੀਂ ਇੱਕ ਨਵੀਂ LOA ਸਬਮਿਟ ਕਰਨੀ ਹੈ। ਜੇ ਤੁਸੀਂ ਆਪਦਾ ਕੋਰਸ ਜਾਂ ਤੁਸੀਂ ਆਪਦਾ ਡੈਜ਼ਿਗਨੇਟਿਡ ਲਰਨਿੰਗ ਇੰਸਟੀਟਿਊਟ ਚੇਂਜ ਕਰਦੇ ਹੋ ਤਾਂ ਜਿਹੜੀ ਸਟੇਜ 1 ਦੀ ਅਪਰੂਵਲ ਇਨ ਪ੍ਰਿੰਸੀਪਲ ਦੀ ਜਿਹੜੀ ਪ੍ਰੋਸੈਸਿੰਗ ਹੈਗੀ ਹੈ ਉਹ ਹੋ ਸਕਦਾ ਹੈ ਤੁਹਾਡੀ ਪ੍ਰੋਸੈਸਿੰਗ ਦੁਬਾਰਾ ਹੋਵੇ। ਅਗਲਾ ਜਿਹੜਾ ਕੁਐਸਚਨ ਹੈ ਉਹ ਇਹ ਹੈਗਾ ਕਿ PGWP ਦੇ ਵਾਸਤੇ ਐਲੀਜੀਬਲ ਹੋਣ ਲਈ ਕਿੰਨੀ ਪੜ੍ਹਾਈ ਆਨਲਾਈਨ ਕਰ ਸਕਦਾ ਹੈ? PGWP ਵਾਸਤੇ ਜੇ ਤੁਸੀਂ ਐਲੀਜੀਬਲ ਹੋਣਾ ਹੈ ਤੇ ਤੁਸੀਂ 50% ਤੱਕ 50% ਤੱਕ ਜਿਹੜੀ ਆਪਦੀ ਪੜ੍ਹਾਈ ਹੈ ਆਨਲਾਈਨ ਕਰ ਸਕਦੇ ਹੋ ਤੇ 50% ਪੜ੍ਹਾਈ ਤੁਸੀਂ ਕੈਨੇਡਾ ਵਿੱਚ ਹੀ ਇਨ ਪਰਸਨ ਤੌਰ ਤੇ ਕਰਨੀ ਹੈ, ਵਿਅਕਤੀਗਤ ਤੌਰ ਤੇ ਕਰਨੀ ਪੈਣੀ ਹੈ PGWP ਵਾਸਤੇ ਐਲੀਜੀਬਲ ਹੋਣ ਲਈ। ਅਗਲਾ ਜਿਹੜਾ ਕੁਐਸਚਨ ਹੈਗਾ ਹੈ ਉਹ ਹੈਗਾ ਕਿ ਮੈਂ ਜਿਹੜਾ ਫਾਲ 2020 ਸਮੈਸਟਰ ਤੋਂ ਪਹਿਲਾਂ ਆਪਦੀ 50% ਪੜ੍ਹਾਈ ਆਨਲਾਈਨ ਕੰਪਲੀਟ ਕਰ ਚੁੱਕੇ ਹਾਂ, ਕੀ ਮੈਨੂੰ PGWP ਮਿਲ ਸਕਦਾ ਹੈ? ਜੇ ਤੁਸੀਂ ਆਪਦੀ ਪੜ੍ਹਾਈ ਜਿਹੜਾ ਸਪ੍ਰਿੰਗ ਸਮਰ 2020 ਸਮੈਸਟਰ ਦੇ ਵਿੱਚ ਸ਼ੁਰੂ ਤੁਸੀਂ ਕੀਤੀ ਹੈ ਉਹ ਆਲਰੇਡੀ ਤੁਸੀਂ 50% ਪੜ੍ਹਾਈ ਆਨਲਾਈਨ ਕਰ ਚੁੱਕੇ ਹੋ ਤਾਂ ਤੁਹਾਡੇ ਕੋਲ ਦੋ ਆਪਸ਼ਨਸ ਨੇ। ਪਹਿਲੀ ਆਪਸ਼ਨ ਇਹ ਹੈ ਕਿ ਤੁਸੀਂ ਆਪਦੀ ਜਿਹੜੀ ਰਿਮੇਨਿੰਗ ਪੜ੍ਹਾਈ ਹੈ ਉਹਨੂੰ ਵੀ ਆਨਲਾਈਨ ਕੰਪਲੀਟ ਕਰੋ, ਉਹਦੇ 'ਚ ਤੁਹਾਨੂੰ PGWP ਲਈ ਐਲੀਜੀਬਿਲਿਟੀ ਨਹੀਂ ਮਿਲੇਗੀ। ਦੂਜਾ ਜਿਹੜਾ ਆਪਸ਼ਨ ਤੁਹਾਡੇ ਕੋਲ ਹੈਗੀ ਹੈ ਉਹ ਇਹ ਹੈ ਕਿ ਤੁਹਾਡੀ ਜਿਹੜੀ ਬਚੀ ਹੋਈ ਪੜ੍ਹਾਈ ਹੈ ਉਹਨੂੰ ਤੁਸੀਂ ਡੈਫਰ ਕਰੋ ਤੇ ਇਨ ਪਰਸਨ ਵਿਅਕਤੀਗਤ ਤੌਰ ਤੇ ਕੈਨੇਡਾ ਦੇ ਵਿੱਚ ਉਸ ਪੜ੍ਹਾਈ ਨੂੰ ਖਤਮ ਕਰੋ ਤਾਂ ਕਿ ਤੁਹਾਨੂੰ PGWP ਦੀ ਐਲੀਜੀਬਿਲਿਟੀ ਪੂਰੀ ਮਿਲ ਸਕੇ। ਅਸੀਂ ਇੱਕ ਹੋਰ ਕੁਐਸਚਨ ਲਵਾਂਗੇ ਜਿਹੜਾ ਸਾਡਾ ਅੱਜ ਦਾ ਲਾਸਟ ਕੁਐਸਚਨ ਹੋਏਗਾ। ਆਈ ਥਿੰਕ ਅਸੀਂ ਸਾਰੀਆਂ ਕੁਐਸਚਨਸ ਮੋਰਲੈਸ ਕਵਰ ਕੀਤੇ ਨੇ। ਲਾਸਟ ਜਿਹੜਾ ਕੁਐਸਚਨ ਹੈਗਾ ਕਿ ਜੇ ਮੈਂ ਫੁੱਲ ਟਾਈਮ ਤੋਂ ਪਾਰਟ ਟਾਈਮ ਆਪਦੀ ਸਟੱਡੀਜ਼ ਸ਼ਿਫਟ ਕਰਦਾ ਤਾਂ ਇਸ ਚੀਜ਼ ਦਾ ਇਫੈਕਟ ਮੇਰੇ PGWP ਤੇ ਆਏਗਾ ਕਿ ਨਹੀਂ ਆਏਗਾ? ਇਹਦਾ ਆਨਸਰ ਇਹ ਹੈ ਕਿ ਜਿਹੜੇ ਫਾਲ 2020 ਜਿਹੜਾ ਸਮੈਸਟਰ ਹੈਗਾ, ਜੇ ਤੁਸੀਂ PGWP ਵਾਸਤੇ ਐਲੀਜੀਬਲ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਿਰਫ ਤੇ ਸਿਰਫ ਫੁੱਲ ਟਾਈਮ ਸਟੱਡੀਜ਼ ਦੇ ਵਿੱਚ ਐਨਰੋਲ ਹੋਣਾ ਪੈਣਾ ਹੈ। ਮਗਰ ਜਿਹੜੇ ਵਿੰਟਰ ਸਪ੍ਰਿੰਗ ਜਾਂ ਸਮਰ 2020 ਸਮੈਸਟਰ ਨੇ ਉਹਨਾਂ ਦੇ ਵਿੱਚ ਜੇ ਤੁਹਾਡੇ DLI ਨੇ ਤੁਹਾਡੀ ਕਲਾਸਿਸ ਕੈਂਸਲ ਕਰ ਦਿੱਤੀਆਂ ਨੇ ਜਾਂ ਡਿਲੇ ਕਰ ਦਿੱਤੀਆਂ ਨੇ ਤੇ ਤੁਸੀਂ ਫੁੱਲ ਟਾਈਮ ਤੋਂ ਪਾਰਟ ਟਾਈਮ ਸਟੂਡੈਂਟ ਹੋ ਗਏ ਹੋ ਤਾਂ ਤੁਹਾਡੀ PGWP ਜਿਹੜੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੈ ਉਹਦੀ ਐਲੀਜੀਬਿਲਿਟੀ ਇਫੈਕਟ ਨਹੀਂ ਹੋਊਗੀ। ਇਹਦੇ ਨਾਲ ਜਿਹੜਾ ਸਾਡਾ ਅੱਜ ਦਾ ਵੈਬਿਨਾਰ ਹੈ ਇੱਥੇ ਸਾਨੂੰ ਮੁਕਾਉਣਾ ਪਏਗਾ ਤੇ ਮੈਂ ਹੋਪ ਕਰਦਾ ਹਾਂ, ਆਸ਼ਾ ਕਰਦਾ ਹਾਂ ਕਿ ਜਿੰਨੇ ਵੀ ਲੋਕੀ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਅਸੀਂ ਇੱਕ ਵੈਲਿਊਏਬਲ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਹੈ ਸਟੱਡੀ ਪਰਮਿਟਸ ਬਾਰੇ ਤੇ ਕੈਨੇਡਾ ਦੇ ਵਿੱਚ ਤੁਹਾਡੇ ਟਰੈਵਲ ਬਾਰੇ। ਨਾਲ ਦੇ ਨਾਲ ਅਸੀਂ ਤੁਹਾਨੂੰ ਬਹੁਤ ਸਾਰੀ ਫਰਾਡਸ ਦੇ ਉੱਤੇ ਟਿਪ ਦਿੱਤੀਆਂ ਕਿ ਕਿੱਦਾਂ ਤੁਸੀਂ ਇਮੀਗ੍ਰੇਸ਼ਨ ਫਰਾਡ ਤੋਂ ਬਚ ਸਕਦੇ ਹੋ, ਕਿੱਦਾਂ ਆਪਦੇ ਪੈਸੇ ਸੇਵ ਕਰ ਸਕਦੇ ਹੋ ਤੇ ਲੋਕਾਂ ਦੇ ਝਾਂਸੇ ਚਾਂਚ ਆਉਣ ਤੋਂ ਬਚ ਸਕਦੇ ਹੋ। ਮੈਂ ਇੱਕ ਵਾਰੀ ਫੇਰ ਤੁਹਾਨੂੰ ਕਹੂੰਗਾ ਕਿ ਜਿਹੜੀ ਅੱਜ ਦੀ ਵੈਬਿਨਾਰ ਦੀ ਇਨਫੋਰਮੇਸ਼ਨ ਹੈ ਉਹ ਸਿਰਫ ਅੱਜ ਦੇ ਲਈ ਵੈਲਿਡ ਹੈ। ਲੇਟੈਸਟ IRCC ਦੇ ਰਿਗਾਰਡਿੰਗ ਤੇ ਸਟੱਡੀ ਪਰਮਿਟ ਪ੍ਰੋਸੈਸਿੰਗ ਦੇ ਬਾਰੇ ਜੇ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੈ ਤੁਸੀਂ ਸਾਡੀ ਵੈਬਸਾਈਟ ਤੇ ਜਾ ਸਕਦੇ ਹੋ ਤੇ ਨਾਲ ਦੇ ਨਾਲ ਜਿਹੜੇ ਸਾਡੇ ਫੇਸਬੁੱਕ ਜਾਂ ਟਵਿੱਟਰ ਦੇ ਚੈਨਲਸ ਨੇ ਉੱਥੇ ਸਾਨੂੰ ਫੋਲੋ ਕਰ ਸਕਦੇ ਹੋ ਜਿੱਥੇ ਤੁਹਾਨੂੰ ਸਾਰੀ ਲੇਟੈਸਟ ਇਨਫੋਰਮੇਸ਼ਨ ਮਿਲੇਗੀ। ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਹੜੇ ਸਾਡੇ ਨਾਲ ਅੱਜ ਜੁੜੇ ਤੇ ਹੋਪ ਕਰੂੰਗਾ ਕਿ ਅੱਗੇ ਵੀ ਤੁਹਾਨੂੰ ਅਸੀਂ ਇਦਾਂ ਹੀ ਇਨਫੋਰਮੇਸ਼ਨ ਪ੍ਰੋਵਾਈਡ ਕਰ ਸਕੀਏ। ਥੈਂਕ ਯੂ।